ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। मैं हाँ ਤੁਹਾਡੀ ਆਪਣੀ ਖਾਨਾ ਮਾਨਸਾ ਸ਼ਹਿਜ਼ਾਦੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੁਰੂ ਟਾਕਸ। ਗੁਰੂ ਟਾਕਸ ਪ੍ਰੋਗਰਾਮ ਨੂੰ ਪਸੰਦ ਕਰਨ ਦਾ ਬੜਾ ਸ਼ੁਕਰੀਆ। ਅਸੀਂ ਪਿੱਛੇ ਇੱਕ ਪ੍ਰੋਗਰਾਮ ਕੀਤਾ ਜਿਹਨੂੰ ਵਾਲਦੈਨ ਨੇ ਬੜਾ ਹੀ ਸਰਾਹਿਆ। ਸਾਨੂੰ ਖੁਦ ਬਹੁਤ ਸਾਰੇ ਮੈਸੇजेस ਆਏ, ਕਮੈਂਟਸ ਆਏ ਔਰ ਬੜੇ ਲੋਕਾਂ ਨੇ ਸਾਨੂੰ ਕਾਲਸ ਵੀ ਕੀਤੀਆਂ ਕਿ ਤੁਸੀਂ ਸਾਡੀ ਦੁੱਖ ਦੀ ਰੰਗ ਨੂੰ ਹੱਥ ਪਾਇਆ ਔਰ ਤੁਸੀਂ ਉਸ ਟੌਪਿਕ ਨੂੰ ਡਿਸਕਸ ਕੀਤਾ ਜਿਹੜਾ ਸਾਡੀ ਬੜੀ ਵੱਡੀ ਇੱਕ ਮਜਬੂਰੀ ਬਣ ਗਿਆ ਸੀ। ਅਸੀਂ ਖੁੱਲ੍ਹ ਕੇ ਬੱਚਿਆਂ ਨਾਲ ਗੱਲ ਵੀ ਨਹੀਂ ਸੀ ਕਰ ਸਕਦੇ ਤੇ ਤੁਸੀਂ ਇਸ ਪ੍ਰੋਗਰਾਮ ਦੇ ਰਾਹੀਂ ਸਾਡੇ ਬੱਚਿਆਂ ਨੂੰ ਕਾਫੀ ਬਿਹਤਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮਜ਼ੀਦ ਇਸੇ ਤਰ੍ਹਾਂ ਦੇ ਟੌਪਿਕਸ ਵੀ ਡਿਸਕਸ ਕਰੋ। ਇਹ ਤੁਹਾਡੇ ਪੇਰੈਂਟਸ ਦੀ ਤਰਫੋਂ ਔਰ ਸਾਡੇ ਵੇਖਣ ਵਾਲਿਆਂ ਦੀ ਤਰਫੋਂ ਸਾਨੂੰ ਕੁਝ ਟੌਪਿਕਸ ਦਿੱਤੇ ਗਏ ਨੇ। ਅਸੀਂ ਹੁਣ ਉਸੇ ਸਿਲਸਿਲੇ ਨੂੰ ਅੱਗੇ ਕੰਟੀਨਿਊ ਕਰਾਂਗੇ ਤੇ ਅੱਜ ਵੀ ਅਸੀਂ ਇੱਕ ਐਸੇ ਟੌਪਿਕ ਨੂੰ ਡਿਸਕਸ ਕਰ ਰਹੇ ਹਾਂ ਜਿੱਦਾਂ ਅਸੀਂ ਆਪਣੇ ਇਰਦ ਗਿਰਦ ਸੋਸ਼ਲ ਮੀਡੀਆ 'ਤੇ ਕੋਈ ਰੀਲ ਵੇਖ ਲਈਏ, ਕੋਈ ਫਨੀ ਕਲਿੱਪ ਵੇਖ ਲਈਏ ਜਾਂ ਅਸੀਂ ਕੋਈ ਸੀਰੀਅਸ ਟਾਕ ਵੀ ਸੁਣ ਰਹੇ ਹੋਈਏ ਜਾਂ ਕੋਈ ਡਰਾਮਾ ਵੇਖ ਰਹੇ ਹੋਈਏ ਜਾਂ ਕੋਈ ਇਹੋ ਜਿਹਾ ਕਨਸੈਪਟ ਜਿੱਥੇ ਮੇਲ ਅਤੇ ਫੀਮੇਲ ਆਪਸ ਦੇ ਵਿੱਚ ਇਕੱਠੇ ਬੈਠੇ ਹੋਣ ਅਤੇ ਉੱਥੇ ਅਸੀਂ 2 4 5 ਟਰਮਸ ਜਿਹੜੀਆਂ ਨੇ ਉਹ ਬੜੀਆਂ ਸੁਣਨੇ ਆ ਜਿਹਦੇ ਵਿੱਚ ਲੋਕ ਇਸਤੇਮਾਲ ਕਰਦੇ ਨੇ ਫਰੈਂਡਸ ਵਿਦ ਬੈਨੀਫਿਟਸ ਦਾ ਵਰਡਸ ਇਸਤੇਮਾਲ ਕੀਤਾ ਜਾਂਦਾ ਹੈ ਔਰ ਕਦੀ ਕਿਹਾ ਜਾਂਦਾ ਹੈ ਕਿ ਜੀ ਲਿਵਿੰਗ ਰਿਲੇਸ਼ਨਸ਼ਿਪ ਨੂੰ ਵੀ ਪ੍ਰਮੋਟ ਕੀਤਾ ਜਾਂਦਾ ਜਿਹਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਨਿਕਾਹ ਅਹਿਮੀਅਤ ਨਹੀਂ ਰੱਖਦਾ। ਸਾਡੇ ਜ਼ਿੰਦਗੀ ਦੇ ਵਿੱਚ ਸਿਰਫ ਇਨਰ ਸੈਟਿਸਫੈਕਸ਼ਨ ਇਹ ਅਹਿਮੀਅਤ ਦੀ ਹਾਮਲ ਹੁੰਦੀ ਹੈ। ਤੁਹਾਡਾ ਦਿਲ ਅਤੇ ਤੁਹਾਡੀ ਰੂਹ, ਤੁਹਾਡਾ ਦਿਮਾਗ ਜਿੱਥੇ ਖੁਸ਼ ਹੈ ਉੱਥੇ ਉਹਨੂੰ ਲਾਈ ਰੱਖੋ। ਜਦਕਿ ਸਾਡਾ ਦੀਨ ਵੀ ਇਹੀ ਕਹਿੰਦਾ ਹੈ ਕਿ ਨਿਕਾਹ ਨੂੰ ਪ੍ਰਮੋਟ ਕਰੋ, ਨਿਕਾਹ ਨੂੰ ਆਸਾਨ ਕਰੋ ਔਰ ਆਪਣੇ ਮਾਸ਼ਰੇ ਨੂੰ ਖੂਬਸੂਰਤ ਬਣਾਓ ਔਰ ख़ानदान ਦੀ ਜ਼ਿੰਮੇਦਾਰੀ ਲਓ। ਜਿਹੜੇ ਵੀ ਅਸੀਂ ਟਰਮਨੋਲੋਜੀਜ਼ ਇਸਤੇਮਾਲ ਕਰਨੀਆਂ ਜਾਂ ਟਰਮਸ ਇਸਤੇਮਾਲ ਕਰਨੇ ਆ ਫਰੈਂਡਸ ਵਿਦ ਬੈਨੀਫਿਟਸ ਜਾਂ ਲਿਵਿੰਗ ਰਿਲੇਸ਼ਨਸ਼ਿਪ ਦੇ ਬਾਰੇ ਜਦੋਂ ਗੱਲ ਹੁੰਦੀ ਹੈ ਅਤੇ ਉਹ ਸਾਨੂੰ ਜ਼ਿੰਮੇਦਾਰੀ ਤੋਂ ਭੱਜਣ ਦਾ ਇੱਕ ਤਰੀਕਾ ਦੱਸ ਰਿਹਾ ਹੁੰਦਾ ਹੈ ਜਾਂ ਤਰੀਕਾ ਇਹ ਦੱਸ ਰਿਹਾ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਕਿਸੇ ਵੀ ਸ਼ਖਸ ਦੇ ਨਾਲ ਕਿਵੇਂ ਦੀ ਵੀ ਜ਼ਿੰਦਗੀ ਗੁਜ਼ਾਰ ਸਕਦੇ ਹੋ। ਅਤੇ ਇਹ ਬੜਾ ਹੀ ਸੈਂਸਿਟਿਵ ਜਿਹਾ ਟੌਪਿਕ ਹੈ। ਅਸੀਂ ਬੜੀ ਡਿਟੇਲ ਦੇ ਨਾਲ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਉਹੀ ਸਵਾਲ ਜਿਹੜੇ ਮਾਂ ਪਿਓ ਨੇ ਸਾਡੇ ਕੋਲੋਂ ਪੁੱਛੇ ਨੇ ਔਰ ਜਿਹੜੇ ਸਾਡੀ ਨੌਜਵਾਨ ਨਸਲ ਦੇ ਬੜੇ ਹੀ ਲੋਕਾਂ ਨੇ ਸਾਡੇ ਕੋਲ ਪੁੱਛੇ ਨੇ। ਅੱਜ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਉਹਨਾਂ ਸਵਾਲਾਂ ਨੂੰ ਜ਼ਰੂਰ ਸ਼ਾਮਿਲ ਕਰਾਂਗੀ ਔਰ ਇਹਨਾਂ ਸਾਰਿਆਂ ਦੇ ਜਵਾਬ ਦੇਣਗੇ ਡਾਕਟਰ ਮੁਹੰਮਦ ਆਰਫ ਸਦੀਕੀ ਸਾਹਿਬ। ਸਾਡੇ ਗੁਰੂ ਸਾਡੇ ਨਾਲ ਹੁੰਦੇ ਨੇ। अस्सलाम वालेकुम सर। वालेकुम अस्सलाम। ਕੀ ਹਾਲ ਹੈ ਸਰ? ਹੈ ਤੇ ਜ਼ਬਰਦਸਤ ਲੇਕਿਨ ਅੱਜ ਦੇ ਟੌਪਿਕ ਨੇ ਫਿਕਰਮੰਦ ਵੀ ਕਰ ਦਿੱਤਾ ਹੈ। ਬਿਲਕੁਲ ਸਰ। ਜਿਵੇਂ ਸਾਡੇ ਕੋਲ ਪੇਰੈਂਟਸ ਦੀ ਕਾਲਸ ਆਈਆਂ ਨੇ, ਜਿਵੇਂ ਉਹਨਾਂ ਦੇ ਕਮੈਂਟਸ ਆ ਰਹੇ ਨੇ ਔਰ ਜਿਸ ਤਰ੍ਹਾਂ ਸੇ ਉਹ ਸਾਡੇ ਨਾਲ ਗੱਲ ਕਰ ਰਹੇ ਨੇ, ਇਹੋ ਜਿਹਾ ਫੀਲ ਹੋ ਰਿਹਾ ਕਿ ਵਾਕਈ ਸਭ ਲੋਕ ਜਿਹੜੇ ਨੇ ਉਹ ਬੜੇ ਪਰੇਸ਼ਾਨ ਨੇ ਕਿ ਸਾਡੇ ਬੱਚਿਆਂ ਦੇ ਬਾਰ-ਬਾਰ ਕੰਨਾਂ ਦੇ ਵਿੱਚ ਇਹ ਜਦੋਂ ਵਰਡਸ ਪਹੁੰਚ ਰਹੇ ਨੇ ਤਾਂ ਯਕੀਨਨ ਉਸ ਚੀਜ਼ ਨੂੰ ਖੋਜਣ ਦੀ ਵੀ ਕੋਸ਼ਿਸ਼ ਉਹਨਾਂ ਨੂੰ ਜ਼ਹਿਰ ਦਾ ਅੰਦਾਜ਼ਾ ਨਹੀਂ ਹੈ, ਜ਼ਹਿਰ ਕਿਸ ਤਰ੍ਹਾਂ ਦਾ ਹੈ ਔਰ ਹਲਕਾ ਜਿਹੜਾ ਉਹਨਾਂ ਦੇ ਵਿੱਚ ਫੀਡ ਕੀਤਾ ਜਾ ਰਿਹਾ ਉਹਨਾਂ ਚੀਜ਼ਾਂ ਨੂੰ ਵੇਖਣਗੇ ਵੀ ਔਰ ਫਿਰ ਫੀਲ ਕਰਨਗੇ ਕਿ ਇਹ ਸਭ ਕੁਝ ਜਿਹੜਾ ਹੈ ਬੜਾ ਨਾਰਮਲ ਹੈ ਔਰ ਨਾਰਮਲ ਕਰਕੇ ਸਾਡੇ ਸਾਹਮਣੇ ਪੇਸ਼ ਵੀ ਕੀਤਾ ਜਾ ਰਿਹਾ। ਸਰ ਮੈਂ 2 ਟਰਮਸ ਇਸਤੇਮਾਲ ਕੀਤੀਆਂ ਨੇ, ਫਰੈਂਡਸ ਵਿਦ ਬੈਨੀਫਿਟਸ ਔਰ ਇੱਕ ਮੈਂ ਟਰਮ ਯੂਜ਼ ਕੀਤੀ ਹੈ ਲਿਵਿੰਗ ਰਿਲੇਸ਼ਨਸ਼ਿਪ। ਜ਼ਰਾ ਕੋਈ ਆਸਾਨ ਅਲਫਾਜ਼ ਵਿੱਚ ਸਾਨੂੰ ਦੱਸੋ ਕਿ ਇਹਦਾ ਮਤਲਬ ਕੀ ਹੈ। ਮੁਖਤਸਰ ਅਲਫਾਜ਼ ਤੇ ਬੇਬਾਕ ਅਲਫਾਜ਼ ਤੇ ਖੁੱਲ੍ਹੇ ਹੋਏ ਅਲਫਾਜ਼ ਦੇ ਵਿੱਚ ਐਸਾ ਤਾਲੁਕ ਜਿਹਦੇ ਵਿੱਚ ਜਿਸਮਾਨੀ ਜਿਨਸੀ ਰਿਸ਼ਤਾ ਕਾਇਮ ਕੀਤਾ ਜਾਏ ਮਗਰ ਉਹਨੂੰ ਕਾਨੂੰਨੀ ਸ਼ਰਈ ਅਖਲਾਕੀ ਜ਼ਾਬਤੇ ਦੇ ਵਿੱਚ ਬੰਨਿਆ ਨਾ ਜਾਏ। ਅੱਛਾ, ਬਜ਼ਾਹਰ ਲੱਗਦਾ ਹੈ ਫਰੈਂਡਸ ਵਿਦ ਬੈਨੀਫਿਟਸ ਦਾ ਮਤਲਬ ਹੈ ਕਿ ਦੋਸਤ ਨੇ ਇੱਕ ਦੂਜੇ ਦੀ ਮਦਦ ਕਰਨਗੇ, ਤਾਲੀਮ ਦੇ ਵਿੱਚ ਮਦਦ ਕਰਨਗੇ, ਕੈਰੀਅਰ 'ਚ ਮਦਦ ਕਰਨਗੇ। ਇੱਕ ਭੁੱਖਿਆ ਦੂਜਾ ਨੂੰ ਖਾਣਾ ਪਕਾ ਦੇਗਾ, ਇੱਕ ਆਦਮੀ ਘਰ ਦੀ ਸਫਾਈ ਕਰੇਗਾ, ਇੱਕ ਆਦਮੀ ਬਾਹਰੋਂ ਸਮਾਨ ਲੈ ਕੇ ਆਏਗਾ। ਬੈਨੀਫਿਟਸ ਇਹ ਹੋਣੇ ਚਾਹੀਦੇ ਨੇ। ਦੇਖੋ ਲਫ਼ਜ਼ ਬਹੁਤ ਸਾਫ਼ ਸੁਥਰਾ ਹੈ ਪਰ ਇਹਦੀ ਆੜ ਦੇ ਵਿੱਚ ਜਿਹੜਾ ਖੇਲ ਖੇਲਿਆ ਜਾ ਰਿਹਾ ਉਹ ਹੈ ਦੋਸਤੀ ਦੇ ਨਾਮ ਤੇ ਜਿਸਮਾਨੀ ਤਾਲੁਕ ਕਾਇਮ ਕਰਨਾ। ਲੇਕਿਨ ਇਸ ਤਾਲੁਕ ਦੇ ਵਿੱਚ ਮੁਹੱਬਤ ਨਹੀਂ ਹੈ, ਇਸ ਤਾਲੁਕ ਦੇ ਵਿੱਚ ਜ਼ਿੰਮੇਦਾਰੀ ਨਹੀਂ ਹੈ। ਜਿਹੜੀ ਤੁਹਾਡੀ ਬਾਇਓਲੋਜੀਕਲ ਨੀਡਸ ਨੇ, ਇਹਨਾਂ ਨੇ ਬਾਇਓਲੋਜੀਕਲ ਨੀਡਸ ਨੂੰ ਪੂਰਾ ਕਰਨ ਵਾਸਤੇ ਇਸ ਲਫ਼ਜ਼ ਦੀ ਆੜ ਦੇ ਵਿੱਚ ਇੱਕ ਪੂਰੇ ਦਾ ਪੂਰਾ ਇਹਨਾਂ ਨੇ ਇੱਕ ਨया ਸਿਸਟਮ ਖੜਾ ਕਰਨ ਦੀ ਕੋਸ਼ਿਸ਼ ਕੀਤੀ ਕਿ ਨਾ ਮੁਹੱਬਤ ਦੀ ਜ਼ਰੂਰਤ, ਨਾ ਨਿਕਾਹ ਦੀ ਜ਼ਰੂਰਤ, ਨਾ ਸਮਾਜ ਦੀ ਜ਼ਰੂਰਤ, ਨਾ ਮਜ਼ਹਬ ਦੀ ਜ਼ਰੂਰਤ। ਸਿਰਫ ਔਰ ਸਿਰਫ ਤੁਸੀਂ ਜਾਨਵਰਾਂ ਦੀ ਤਰ੍ਹਾਂ ਆਪਣੇ ਬਾਇਓਲੋਜੀਕਲ ਨੀਡਸ ਨੂੰ ਪੂਰਾ ਕਰੋ। ਉਹਦਾ ਨਾਮ ਰੱਖ ਲਓ ਫਰੈਂਡਸ ਵਿਦ ਬੈਨੀਫਿਟਸ। ਇਹਦੀ ਟੋਟਲ ਬੁਨਿਆਦ ਜਿਹੜੀ ਹੈ ਵਕਤੀ ਲਜ਼ਤ ਦੇ ਉੱਤੇ ਹੈ। ਜਦੋਂ ਫਰੈਂਡਸ ਵਿਦ ਬੈਨੀਫਿਟਸ ਹੈ, ਜਦੋਂ ਕੋਈ ਕੰਟਰੈਕਟ ਨਹੀਂ ਹੈ, ਜਦੋਂ ਕਿ ਅਹਿਦੋ ਪੈਮਾਨ ਨਹੀਂ ਹੈ, ਤੇ ਜਦੋਂ ਤੁਹਾਡਾ ਦਿਲ ਭਰਿਆ ਤੁਸੀਂ ਉਹਨੂੰ ਕਿਕ ਆਊਟ ਕੀਤਾ, ਦੂਸਰੇ ਨੂੰ ਐਂਟਰ ਕਰ ਲਿਆ, ਦੂਸਰੇ ਤੋਂ ਦਿਲ ਭਰਿਆ ਤੁਸੀਂ ਤੀਸਰੇ ਨੂੰ ਆਪਣੇ ਨਾਲ ਜੋੜ ਲਿਆ। ਤੇ ਫਿਰ ਜਾਨਵਰਾਂ ਦੇ ਵਿੱਚ ਤੇ ਤੁਹਾਡੇ ਵਿੱਚ ਕੀ ਤਾਲੁਕ ਹੈ? ਇਹਦੇ ਵਿੱਚ ਖਾਨਦਾਨ ਇਨਵੋਲਵ ਨਹੀਂ ਹੈ। ਜੇ ਮੈਂ ਸੋਸ਼ਲ ਕੰਟਰੈਕਟ ਦੀ ਜਿਹੜੀ ਬਾਰ-ਬਾਰ ਗੱਲ ਕਰ ਰਹੇ ਹਾਂ
ਉਹ ਤੁਸੀਂ ਇਸਲਾਮੀ ਜ਼ਬਾਨ 'ਚ ਕਹਿ ਲਓ ਕਿ ਇਹਦੇ ਵਿੱਚ ਨਿਕਾਹ ਇਨਵੋਲਵ ਨਹੀਂ ਹੈ। ਨਿਕਾਹ ਬੇਸਿਕਲੀ ਬਾਈਂਡਿੰਗਸ ਨੇ ਦੋਵਾਂ ਪਾਰਟੀਆਂ ਦੇ ਉੱਤੇ ਕਿ ਤੇਰੀ ਇਹ ਜ਼ਿੰਮੇਦਾਰੀਆਂ ਨੇ ਤੇ ਤੇਰੇ ਇਹ ਹਕੂਕ ਨੇ ਤੇ ਦੂਸਰੇ ਪਾਰਟਨਰ ਦੀਆਂ ਇਹ ਜ਼ਿੰਮੇਦਾਰੀਆਂ ਨੇ ਤੇ ਉਹਦੇ ਹਕੂਕ ਨੇ। ਹੱਤਾ ਕਿ ਜੇ ਸੈਪਰੇਟ ਹੋਣਾ ਹੈ ਤੇ ਉਹਦਾ ਵੀ ਬਾਕਾਇਦਾ ਇੱਕ ਤਰੀਕੇਕਾਰ ਵਜ਼ਾ ਕੀਤਾ ਗਿਆ ਹੈ। ਜੇ ਡਾਈਵੋਰਸ ਵੀ ਹੋ ਜਾਏ ਤਾਂ ਉਸ ਤੋਂ ਬਾਅਦ ਇੱਜ਼ਤ ਦਾ ਇੱਕ ਵਕਤ ਮੁਕਰਰ ਕੀਤਾ ਗਿਆ ਤਾਂ ਕਿ ਹਰ ਚੀਜ਼ ਕ੍ਰਿਸਟਲ ਕਲੀਅਰ ਰਹੇ, ਤੁਹਾਡੀ ਨਸਲ ਤੁਹਾਡੇ ਨਸਬ ਦੇ ਵਿੱਚ ਕੋਈ ਫਰਕ ਨਾ ਆਏ, ਕੋਈ ਮਿਲਾਵਟ ਨਾ ਹੋਣੇ ਪਾਏ। ਲੇਕਿਨ ਇਹਨਾਂ ਨੇ ਉਹ ਵੀ ਖਤਮ ਕਰ ਦਿੱਤਾ। ਫਿਰ ਇਸਲਾਮ ਤੇ ਇੱਕ ਤਰਫ ਰਹਿ ਗਿਆ। ਇਹ ਤੁਹਾਡੀ ਜਿਹੜੀ ਐਕਚੁਅਲ ਮਸ਼ਰਕੀ ਇਕਦਾਰ ਨੇ ਉਹਦੇ ਵੀ ਖਿਲਾਫ ਹੈ। ਤੁਹਾਡੇ ਆਸ-ਪਾਸ ਜਿੰਨੇ ਵੀ ਮਮਾਲਿਕ ਨੇ ਉਹਨਾਂ ਦੇ ਰਿਲੀਜਨਸ ਦੇਖ ਲਓ। ਮਿਸਾਲ ਦੇ ਤੌਰ ਤੇ ਹਿੰਦੂਇਜ਼ਮ ਲੈ ਲਓ ਤੁਸੀਂ, ਅਸੀਂ ਬੇਸ਼ੁਮਾਰ ਤਨਕੀਦ ਵੀ ਕਰਦੇ ਉਸ ਮੁਲਕ ਦੇ ਉੱਤੇ, ਲੇਕਿਨ ਇਸ ਟਾਈਮ ਟੌਪਿਕ ਡਿਫਰੈਂਟ ਹੈ। ਹਿੰਦੂਇਜ਼ਮ ਲੈ ਲਓ, ਉਹ ਵਨ ਮੈਰਿਜ ਦੇ ਉੱਤੇ ਵਨ ਰਿਲੇਸ਼ਨ ਬੇਸ ਕਰਦੇ ਨੇ। ਤੁਸੀਂ ਬੁੱਧਿਸਟ ਲੈ ਲਓ, ਤੁਹਾਡੇ ਨਾਲ ਚਾਈਨਾ ਮੌਜੂਦ ਹੈ, ਉਹ ਵੀ ਬਿਲਕੁਲ ਇਸ ਤਰ੍ਹਾਂ ਹੀ ਹੈ। ਬੰਗਲਾਦੇਸ਼ ਹੈ, ਉਹਦੀ ਇਸਲਾਮਿਕ ਵੈਲਿਊਜ਼ ਨੇ। ਸ੍ਰੀਲੰਕਾ, ਤਾਮਿਲਨਾਡੂ ਨੇ, ਉਧਰ ਵੀ ਐਗਜ਼ੈਕਟਲੀ ਇਹੀ ਹੈ। ਚਾਈਨਾ ਲੈ ਲਓ, ਉਹ ਤੇ ਈਵਨ ਸਿੰਗਲ ਚਾਈਲਡ ਪਾਲਿਸੀ ਦੀ ਕਾਫੀ ਅਰਸਾ ਚੱਲਦੇ ਰਹੇ ਨੇ। ਹੁਣ ਕਿਤੇ ਇਜਾਜ਼ਤ ਦਿੱਤੀ ਦੂਜਾ ਬੱਚਾ ਵੀ ਕਰ ਲਿਆ ਕਰੋ, ਉਹ ਵੀ ਸੋਸ਼ਲ ਕੰਟਰੈਕਟ ਦੇ ਮੁਤਾਬਿਕ। ਅੱਛਾ, ਹੁਣ ਤੁਸੀਂ ਦੇਖੋ ਕਿ ਇਹ ਤੁਹਾਡਾ ਜਿਹੜਾ ਮਸ਼ਰਕ ਹੈ, ਜਿਹੜਾ ਖਿੱਤਾ ਅਸੀਂ ਰਹਿ ਰਹੇ ਹਾਂ, ਉਹਦੀ ਮਸ਼ਰਕ ਦੀ ਇਕਦਾਰ ਦੇ ਵੀ ਖਿਲਾਫ ਹੈ। ਤੁਸੀਂ ਜੇ ਮੁਸਲਮਾਨ ਨਹੀਂ ਹੋ ਤੇ ਫਿਰ ਵੀ ਇਸ ਖਿੱਤੇ ਦੀ ਇਕਦਾਰ ਦੇ ਵੀ ਤੁਹਾਡੇ ਖਿਲਾਫ ਹੈ। ਫਿਰ फ्रेंडशिप एक नाम है खास, एक मुकद्दस रिश्ते ਦਾ। ਪਰ ਦੋਸਤੀ ਤਾਂ ਬੜੀ ਮੁਕੱਦਸ ਹੁੰਦੀ ਹੈ। ਇਹ ਮੁਕੱਦਸ ਰਿਸ਼ਤੇ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਹੈ। ਤੁਸੀਂ ਕਿਸੇ ਵੀ ਦੋਸਤ ਦੇ ਉੱਤੇ ਇਸ ਤੋਂ ਬਾਅਦ ਟਰਸਟ ਨਹੀਂ ਕਰ ਸਕਦੇ, ਕਿਉਂਕਿ ਦੋਸਤੀ ਇੱਕ ਦੂਜੇ ਤੇ ਕੰਮ ਆਉਣ ਦਾ ਰਿਸ਼ਤਾ ਹੈ ਤੇ ਇਹ ਫਰੈਂਡਸ ਵਿਦ ਬੈਨੀਫਿਟਸ ਇੱਕ ਦੂਸਰੇ ਨੂੰ ਇਸਤੇਮਾਲ ਕਰਨ ਦਾ ਰਿਸ਼ਤਾ ਹੈ। ਤੁਸੀਂ ਉਹਨੂੰ ਟਿਸ਼ੂ ਪੇਪਰ ਦੀ ਤਰ੍ਹਾਂ ਇਸਤੇਮਾਲ ਕਰਦੇ ਹੋ ਤੇ ਉਸ ਤੋਂ ਬਾਅਦ ਉਹਨੂੰ ਨਿਚੋੜ ਕੇ ਪਰੇ ਸੁੱਟ ਦਿੰਦੇ ਹੋ। ਉਹਦੀ ਜਵਾਨੀ, ਉਹਦੀ ਖੂਬਸੂਰਤੀ, ਉਹਦਾ ਰਸ ਤੁਸੀਂ ਨਿਚੋੜਦੇ ਹੋ। ਉਸ ਤੋਂ ਬਾਅਦ ਜਦੋਂ ਤੁਹਾਡੀ ਅਟਰੈਕਸ਼ਨ ਖਤਮ ਹੁੰਦੀ ਹੈ, ਯੂ ਜਸਟ ਥਰੋ ਇਟ ਅਵੇ। ਤੁਹਾਡੀ ਇੱਜ਼ਤ ਗਈ, ਤੁਹਾਡਾ ਇਤਮਾਦ ਗਿਆ, ਆਪਣੀ ਜ਼ਾਤ ਤੇ ਇਤਮਾਦ ਗਿਆ, ਦੋਸਤਾਂ ਤੇ ਇਤਮਾਦ ਗਿਆ, ਸੁਸਾਇਟੀ ਤੇ ਇਤਮਾਦ ਗਿਆ। ਤੇ ਇਹਦੇ ਵਾਈਸ ਵਰਸਾ ਸੁਸਾਇਟੀ ਨੇ ਤੁਹਾਡੇ ਤੇ ਇਤਮਾਦ ਕਰਨਾ ਬੰਦ ਕਰ ਦਿੱਤਾ, ਦੋਸਤਾਂ ਨੇ ਤੁਹਾਡੇ ਤੇ ਇਤਮਾਦ ਕਰਨਾ ਬੰਦ ਕਰ ਦਿੱਤਾ। ਤੁਸੀਂ ਤਨਹਾ ਰਹਿ ਗਏ। ਤਨਹਾ ਰਹਿ ਗਏ, ਤੁਹਾਡਾ ਜ਼ਿਹਨੀ ਸਕੂਨ ਟੋਟਲੀ ਬਰਬਾਦ ਹੋ ਗਿਆ। ਜੇ ਇਹਨੂੰ ਮੈਂ ਇੱਕ ਸੈਂਟੈਂਸ ਦੇ ਵਿੱਚ ਸਮੋਵਾਂ ਤੇ ਇਹ ਫਰੈਂਡਸ ਵਿਦ ਬੈਨੀਫਿਟਸ ਜਿਹੜਾ ਹੈ, ਇਹ ਖਾਲਿਸਤਨ ਖੁਦ ਗਰਜ਼ੀ ਦਾ ਰਿਸ਼ਤਾ ਹੈ। ਐਸੇ ਸਵਾਲ ਦਾ ਤੁਹਾਡਾ ਦੂਸਰਾ ਹਿੱਸਾ ਸੀਗਾ, ਤੁਸੀਂ ਇੱਕ ਦੂਸਰੀ ਟਰਮ ਇਸਤੇਮਾਲ ਕੀਤੀ ਸੀ which is living relationship। ਅੱਛਾ, ਲਿਵਿੰਗ ਰਿਲੇਸ਼ਨਸ਼ਿਪ ਬਜ਼ਾਹਰ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਬੰਦੇ ਨੇ ਹੋਸਟਲ ਬਣਾਇਆ ਹੋਇਆ ਹੈ ਤੇ ਹੋਸਟਲ ਦੇ ਵਿੱਚ ਇੱਕ ਕਮਰੇ 'ਚ ਯੂ ਆਰ ਲਿਵਿੰਗ, ਇੱਕ ਕਮਰੇ 'ਚ ਤੁਹਾਡੀ ਫਰੈਂਡ ਰਹਿ ਰਹੀ ਹੈ, ਇੱਕ ਕਮਰੇ 'ਚ ਕੋਈ ਹੋਰ ਰਹਿ ਰਹੀ ਹੈ, ਇੱਕ ਕਮਰੇ 'ਚ ਸਾਈਡ ਇੱਕ ਮੇਲ ਪੋਰਸ਼ਨ ਹੈ, ਉੱਥੇ ਕੁਝ ਮੇਲਸ ਰਹਿ ਰਹੇ ਨੇ। ਜਿਸ ਤਰ੍ਹਾਂ ਫਲੈਟਸ ਹੁੰਦੇ ਨੇ ਨਾ, ਤੇ ਉੱਥੇ ਇੱਕ ਲਿਵਿੰਗ ਰਿਲੇਸ਼ਨਸ਼ਿਪ ਹੈ ਕਿ ਇੱਕ ਦੂਜੇ ਦੀ ਸਿਕਿਉਰਿਟੀ ਦਾ ਖਿਆਲ ਰੱਖਿਆ ਜਾਂਦਾ ਹੈ, ਘਰ-ਬਾਰ ਦਾ ਖਿਆਲ ਰੱਖਿਆ ਜਾਂਦਾ ਹੈ। ਮੈਂ ਕਿਤੇ ਘਰੋਂ ਬਾਹਰ ਚਲਾ ਗਿਆ ਤੇ ਮੇਰੇ ਘਰ ਦੀ ਲੁੱਕ ਆਫਟਰ ਤੁਸੀਂ ਕੀਤੀ, ਤੁਸੀਂ ਕਿਤੇ ਚਲੇ ਗਏ ਤੇ ਪਿੱਛੇ ਦੁੱਧ ਵਾਲਾ ਆਇਆ, ਤੁਹਾਡਾ ਦੁੱਧ ਲੈ ਕੇ ਮੈਂ ਰੱਖ ਲਿਆ। ਬਜ਼ਾਹਰ ਤੇ ਇਹ ਲੱਗਦਾ ਨਾ ਕਿ ਲਿਵਿੰਗ ਰਿਲੇਸ਼ਨਸ਼ਿਪ ਦਾ ਇਹ ਮਤਲਬ ਹੈ ਬਜ਼ਾਹਰ। ਤੇ ਜਿਹੜੇ ਸਾਡੇ ਘੱਟ ਪੜ੍ਹੇ ਲਿਖੇ ਵਾਲਿदैन ਨੇ, ਜਿਹੜੇ ਇਸ ਜਦੀਦ ਜ਼ਹਿਰ ਤੋਂ ਨਾਵਾਕਫ ਨੇ, ਉਹ ਇਹਨੂੰ ਇਹ ਸਮਝਦੇ ਨੇ ਕਿ ਲਿਵਿੰਗ ਰਿਲੇਸ਼ਨਸ਼ਿਪ ਦਾ ਇਹ ਮਤਲਬ ਸ਼ਾਇਦ ਹੋਏ। ਲੇਕਿਨ ਐਕਚੁਅਲੀ ਲਿਵਿੰਗ ਰਿਲੇਸ਼ਨਸ਼ਿਪ ਜਿਹੜੀ ਸੀ ਫਰੈਂਡਸ ਵਿਦ ਬੈਨੀਫਿਟਸ ਕਹਿ ਰਹੇ ਸੀਗੇ, ਇਹ ਉਹਦੀ ਹੀ ਇੱਕ ਕਿਸਮ ਹੈ। ਤੇ ਇਹਨੂੰ ਵੀ ਗਲਤ ਰੰਗ ਦੇ ਕੇ ਇਹਨੂੰ ਨਾਮ ਲਿਖ ਲਿਆ, ਅੱਛਾ ਦਿੱਤਾ ਗਿਆ ਔਰ ਗਲਤ ਰੰਗ ਹੈ। ਤੁਸੀਂ ਦੋਵੇਂ ਲਿਵਿੰਗ ਰਿਲੇਸ਼ਨਸ਼ਿਪ ਕਿ ਤੁਹਾਡਾ ਹੋਰ ਕੋਈ ਤਾਲੁਕ ਨਹੀਂ ਹੈ, ਤੁਸੀਂ ਸਿਰਫ ਬਾਹਮ ਇਕੱਠੇ ਇੱਕ ਕਮਰਾ, ਇੱਕ ਬੈਡਰੂਮ, ਇੱਕ ਬਾਥਰੂਮ ਸ਼ੇਅਰ ਕਰ ਰਹੇ ਹੋ ਤੇ ਦੈਟ ਇਜ਼ ਲਿਵਿੰਗ ਰਿਲੇਸ਼ਨਸ਼ਿਪ। ਤੇ ਇਹ ਫਰੈਂਡਸ ਵਿਦ ਬੈਨੀਫਿਟਸ ਹੋਏ ਜਾਂ ਲਿਵਿੰਗ ਰਿਲੇਸ਼ਨਸ਼ਿਪ ਹੋਏ, ਐਕਚੁਅਲੀ ਇਹ ਗੈਰ ਫਿਤਰੀ, ਗੈਰ ਇਸਲਾਮੀ, ਗੈਰ ਕਾਨੂੰਨੀ, ਗੈਰ ਸ਼ਰਈ ਤੇ ਗੈਰ ਸਮਾਜੀ ਤਾਲੁਕਾਤ ਨੂੰ ਇੱਕ ਖੂਬਸੂਰਤ ਟਰਮ ਦੇ ਵਿੱਚ ਛੁਪਾਉਣ ਦਾ ਜ਼ਰੀਆ ਹੈ। ਸਰ, ਲਿਵਿੰਗ ਰਿਲੇਸ਼ਨਸ਼ਿਪ ਨੂੰ ਸਾਡੇ ਮਾਸ਼ਰੇ ਦੇ ਵਿੱਚ ਕਿਵੇਂ ਮੁਤਾਰਫ ਕੀਤਾ ਜਾ ਰਿਹਾ? ਕਿਉਂਕਿ ਜਿਹੜੇ ਨੇ ਮਗਰਬੀ ਮਮਾਲਕ ਦੇ ਵਿੱਚ ਤੇ ਹੈ ਸੀਗਾ, ਹੁਣ ਸਾਡੇ ਆ ਗਿਆ। ਲੇਕਿਨ ਪਾਕਿਸਤਾਨ ਦੇ ਵਿੱਚ ਜਾਂ ਅਸੀਂ ਇਸਲਾਮੀ ਮਮਾਲਕ ਦੇ ਵਿੱਚ ਵੇਖੀਏ ਤੇ ਉੱਥੇ ਪਹਿਲੇ ਨਹੀਂ ਸੀ। ਹੁਣ ਕਿਸ ਤਰ੍ਹਾਂ ਮੁਤਾਰਫ ਕੀਤਾ ਜਾ ਰਿਹਾ? ਦੇਖੋ, ਇੱਕ ਤੇ ਸਾਡੀਆਂ ਫਿਲਮਾਂ, ਸਾਡੇ ਡਰਾਮੇ, ਈਵਨ ਜਿਹੜੇ ਇੱਥੇ ਬਣੇ ਹੋਏ ਨੇ, ਹੁਣ ਅਸੀਂ ਕਿਹਦੇ ਨਾਲ ਸ਼ਿਕਾਇਤ ਕਰੀਏ? ਤੁਸੀਂ ਕਹੋ ਕਿ ਹਾਲੀਵੁੱਡ ਤੋਂ ਇੱਕ ਡਰਾਮਾ ਆਇਆ ਸੀਗਾ, ਹਾਲੀਵੁੱਡ ਦੀ ਇੱਕ ਫਿਲਮ ਸੀਗੀ, ਉਹਦੇ ਵਿੱਚ ਇੱਕ ਕਲਚਰ ਦਿਖਾਇਆ ਗਿਆ। ਇੱਕ ਵੈਬ ਸੀਰੀਜ਼ ਸੀਗੀ, ਉਹ ਹਾਲੀਵੁੱਡ ਤੋਂ ਆਈ ਸੀਗੀ ਜਾਂ ਬਰਤਾਨੀਆ 'ਚ ਬਣੀ ਸੀਗੀ, ਕਿਸੇ BBC ਨੇ ਬਣਾਈ ਸੀ, ਕਿਸੇ ਡਾਕੂਮੈਂਟਰੀ ਬਣਾਈ ਸੀ ਇਹਨਾਂ ਨੇ, ਉਹਦੇ ਵਿੱਚ ਇਹ ਚੀਜ਼ ਬਣਾਈ ਗਈ ਉਹਨਾਂ ਦੇ ਕਲਚਰ ਦੇ ਮੁਤਾਬਿਕ। ਤੁਸੀਂ ਸ਼ਾਇਦ ਉਹਨਾਂ ਨੂੰ ਇਲਜ਼ਾਮ ਦੇ ਸਕੋ। ਹੁਣ ਤੇ ਤੁਹਾਡੇ ਆਪਣੇ ਡਰਾਮੇ ਜਿਹੜੇ ਬਣ ਰਹੇ ਨੇ, ਤੁਹਾਡੀਆਂ ਆਪਣੀਆਂ ਫਿਲਮਾਂ ਜਿਹੜੀਆਂ ਬਣ ਰਹੀਆਂ ਨੇ, ਉਹਦੇ ਵਿੱਚ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇੱਕ ਤਰਫ LGBT ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤੇ ਦੂਸਰੀ ਤਰਫ ਇਸ ਗੈਰ ਨਿਕਾਹੀ ਰਿਸ਼ਤੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਦੈਨ ਸੋਸ਼ਲ ਮੀਡੀਆ ਟ੍ਰੈਂਡਸ, ਤੁਸੀਂ ਦੇਖੋ ਕਿ ਇਸ ਟਾਈਮ ਜਿਤਨੇ ਵੀ ਆਪਣੇ ਆਪ ਨੂੰ ਇਨਫਲੂਐਂਸਰ ਕਹਿੰਦੇ ਨੇ, ਇਹ ਟਰਮ ਹੀ ਵੈਸੇ ਗਲਤ ਹੈਗੀ। ਇਨਫਲੂਐਂਸਰ ਤੇ ਉਹ ਹੁੰਦਾ ਜਿਹੜਾ ਸੁਸਾਇਟੀ ਨੂੰ ਪੋਜ਼ਿਟਿਵ ਸਿਮਤ ਲੈ ਕੇ ਜਾਵੇ। ਇਹ ਤੇ ਡਿਸਟਰਕਟਰ ਨੇ ਸੁਸਾਇਟੀ ਦੇ, ਇਹਨਾਂ ਦਾ ਨਾਮ ਇਨਫਲੂਐਂਸਰ ਨਹੀਂ, ਇਹਨਾਂ ਦਾ ਡਿਸਟਰਕਟਰਸ ਹੋਣਾ ਚਾਹੀਦਾ ਹੈ। ਇਹ ਡੈਮੋਲੀਸ਼ਨ ਮੈਨ ਹੈਗੇ ਨੇ ਜਿਹੜੇ ਸੁਸਾਇਟੀ ਨੂੰ ਉਹਦੀ ਡਿਮੋਲੀਸ਼ਨ ਕਰ ਰਹੇ ਨੇ। ਖੈਰ, ਉਹ ਜਿਹੜੇ ਇਨਫਲੂਐਂਸਰਸ ਨੇ, ਜਦੋਂ ਉਹਨਾਂ ਦੀ ਆਪਸ ਲੜਾਈਆਂ ਹੁੰਦੀਆਂ ਨੇ, ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਇਤਨੇ ਅਰਸੇ ਤੋਂ ਉਹ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ। ਰੀਸੈਂਟਲੀ ਵੀ ਇੱਕ ਦੋ ਕੇਸ ਐਸੇ ਚੱਲ ਰਹੇ ਨੇ
ਉਹਨਾਂ ਦੇ ਨਾਮ ਲੈਣ ਦੀ ਜ਼ਰੂਰਤ ਨਹੀਂ ਹੈ, ਲੇਕਿਨ ਉਹਦੇ ਵਿੱਚ ਵੀ ਇਹ ਚੀਜ਼ ਸਾਹਮਣੇ ਆਈ ਕਿ ਸਾਲ ਹਰ ਸਾਲ ਤੋਂ ਉਹ ਇੱਕ ਦੂਸਰੇ ਦੇ ਨਾਲ ਰਹਿ ਰਹੇ ਸੀਗੇ, ਇੱਕ ਦੂਸਰੇ ਦੇ ਨਾਲ ਉਹਨਾਂ ਦੇ ਬਗੈਰ ਨਿਕਾਹ ਤੋਂ ਤਾਲੁਕਾਤ ਸੀਗੇ। ਤੇ ਉਸ ਤੋਂ ਬਾਅਦ ਜਦੋਂ ਗੱਲ ਸਾਹਮਣੇ ਆਈ ਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਕੰਮ ਕਰ ਲਿਆ। ਹੁਣ ਇਹ ਸੋਸ਼ਲ ਮੀਡੀਆ ਟ੍ਰੈਂਡਸ ਜਿਨ੍ਹਾਂ ਨੂੰ ਤੁਸੀਂ ਇਨਫਲੂਐਂਸਰ ਕਹਿੰਦੇ ਹੋ, ਉਹਨਾਂ ਦੀ ਲਾਈਫ ਤੁਹਾਨੂੰ ਇਸ ਤਰਫ ਲੈ ਕੇ ਜਾ ਰਹੀ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਦੋਂ ਇਹ ਕਰ ਰਹੇ ਸੀਗੇ ਤੇ ਆਫ ਦਾ ਕੈਮਰਾ ਅਸੀਂ ਦੋਵੇਂ ਆਪਸ ਵਿੱਚ ਗੁਫ਼ਤਗੂ ਕਰ ਰਹੇ ਸੀ ਇੱਕ ਫੁੱਟਬਾਲਰ ਦੀ, ਗਾਲਿਬਨ ਰੋਨਾਲਡੋ ਦਾ ਨਾਮ ਸੀਗਾ, ਯੂ ਵਰ ਟੈਲਿੰਗ ਕਿ ਉਹਨੇ 5 ਬੱਚੇ ਹੋਣ ਤੋਂ ਬਾਅਦ ਫੈਸਲਾ ਕੀਤਾ ਕਿ ਮੈਂ ਹੁਣ ਸ਼ਾਦੀ ਵੀ ਕਰਾਂਗਾ। ਹੁਣ ਉਹ ਬੰਦੇ ਜਿਨ੍ਹਾਂ ਦੇ ਰੋਲ ਮਾਡਲ ਉਹ ਲੋਕ ਨੇ, ਉਹਨਾਂ ਵਾਸਤੇ ਉਹਨਾਂ ਦੀਆਂ ਆਦਤ, ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦੇ ਡਿਸੀਜਨਸ ਵੀ ਰੋਲ ਮਾਡਲਿੰਗ ਵਾਸਤੇ ਕੰਮ ਆਉਂਦੇ ਨੇ। ਫਿਰ ਉਹੀ ਕੁਝ ਕਰਨਗੇ ਜੋ ਆ ਕਰ ਰਹੇ ਨੇ। ਅੱਛਾ, ਹੁਣ ਸਮਝਦੇ ਨੇ ਕਿ ਮਾਡਰਨ ਲਾਈਫ ਸਟਾਈਲ ਹੈ। ਉਹ ਮਾਡਰਨ ਲਾਈਫ ਸਟਾਈਲ ਜਿਸ ਬੰਦੇ ਨੂੰ ਸਾਊਦੀ ਅਰਬ ਨੇ ਉੱਥੇ ਰੱਖਿਆ, ਸਾਊਦੀ ਕਾਨੂੰਨ ਉਹਦੇ ਵਾਸਤੇ ਮੁਅੱਤਲ ਕਰ ਦਿੱਤੇ ਗਏ ਨੇ ਕਿ ਤੂੰ ਭਾਈ ਜੋ ਮਰਜ਼ੀ ਕਰ। ਇਹਦਾ ਮਤਲਬ ਹੈ ਕਿ ਉਹ ਇਤਨਾ ਤਾਕਤਵਰ ਹੈ, ਉਹਦਾ ਗਲੈਮਰ ਇਤਨਾ ਜ਼ਿਆਦਾ ਹੈ ਕਿ ਸਾਊਦੀ ਹੁਕੂਮਤ ਆਪਣੇ ਕਾਨੂੰਨ ਨੂੰ ਉਹਦੇ ਵਾਸਤੇ ਛੱਡ ਸਕਦੀ ਹੈ। ਜੇ ਮੈਂ ਵੀ ਇਤਨਾ ਤਾਕਤਵਰ ਹੋ ਜਾਵਾਂ ਤੇ ਮੇਰੇ ਵਾਸਤੇ ਵੀ ਦੁਨੀਆ ਦੇ ਕਾਨੂੰਨ ਖਤਮ ਹੋ ਜਾਣਗੇ। ਹੁਣ ਇਹ ਮਾਡਰਨ ਲਾਈਫ ਸਟਾਈਲ ਜਿਹੜਾ ਇਹਦੇ ਨਾਮ ਤੇ, ਫਿਰ ਤੁਸੀਂ ਇਸ਼ਤਿਹਾਰਾਤ ਤੇ ਗਾਣੇ ਦੇਖ ਲਓ, ਉਹ ਵੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਹ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ, ਇਨਹੈਂਸ ਕਰ ਰਹੇ ਨੇ। ਫਿਰ ਉਸ ਤੋਂ ਬਾਅਦ ਕੀ ਕਰਦੇ ਨੇ, ਟਰਮਨੋਲੋਜੀ ਨੂੰ ਚੇਂਜ ਕਰਦੇ ਨੇ, ਅਲਫਾਜ਼ ਦੇ ਪਰਦੇ ਦੇ ਵਿੱਚ ਜਿਹੜਾ ਹੈ ਆਪਣਾ ਖੇਲ ਜਾਰੀ ਰੱਖਦੇ ਨੇ। ਹਾਂ, ਫਿਰ ਦੇਖੋ ਆਜ਼ਾਦੀ ਦਾ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਪਰਸਨਲ ਚੁਆਇਸ ਦੀ ਇਸਤੇਮਾਲ ਕਰ ਰਹੇ ਨੇ। ਮੇਰਾ ਜਿਸਮ ਮੇਰੀ ਮਰਜ਼ੀ ਦਾ ਨਾਰਾ ਤਾਂ ਖੈਰ 2 ਸਾਲ ਪਹਿਲਾਂ ਅਸੀਂ ਦਫਨਾਤਾ। ਉਹ ਅਲਹਮਦੁਲਿਲਾ ਅਸੀਂ ਸਭ ਨੇ ਮਿਲ ਕੇ ਉਹ ਕੀਤੀ ਉਹਨਾਂ ਦੇ ਨਾਲ ਕਿ ਉਹਨਾਂ ਨੇ ਕੰਨਾਂ ਨੂੰ ਹੱਥ ਲਾ ਲਏ। ਹਲੇ ਕਿਤੇ ਇੱਕਾ ਦੁੱਕਾ ਫੰਡਿੰਗ ਆਉਂਦੀ ਹੈ, ਉਹਨਾਂ ਨੂੰ ਦਿਖਾਉਣ ਵਾਸਤੇ ਬੈਨਰ ਸ਼ੈਨਰ ਲਾ ਕੇ ਬਾਹਰ ਆਉਣਾ ਪੈਂਦਾ ਹੈ, ਲੇਕਿਨ ਐਕਚੁਅਲੀ ਉਹ ਜਿਹੜਾ ਪੰਜਾਬੀ ਹੈ ਮੱਕੂ ਠੱਪਿਆ ਗਿਆ। ਮੇਰਾ ਜਿਸਮ ਮੇਰੀ ਮਰਜ਼ੀ ਵਾਲਿਆਂ ਦਾ 2 ਸਾਲ ਤੋਂ ਮੱਕੂ ਠੱਪਿਆ ਗਿਆ। ਲੇਕਿਨ ਬਹਰਹਾਲ ਇਹ ਹੈ ਤੇ ਸਹੀ ਨਾ ਵਾਲਾ। ਹੁਣ ਤੁਸੀਂ ਨੈਟਫਲਿਕਸ ਦੀ ਸੀਰੀਜ਼ ਦੇਖ ਲਓ, YouTube ਦੇਖ ਲਓ, ਉਹਦੇ ਵਿੱਚ ਇਹ ਚੀਜ਼ਾਂ ਨੂੰ ਬੜਾ ਓਪਨਲੀ ਪ੍ਰਮੋਟ ਕੀਤਾ ਜਾ ਰਿਹਾ। ਕਿਉਂ ਕੀਤਾ ਜਾ ਰਿਹਾ ਹੈ? ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਮਗਰਿਬ ਦਾ ਫੈਮਿਲੀ ਸਿਸਟਮ ਟੁੱਟ ਗਿਆ, ਫੈਮਿਲੀ ਦੀ ਇਕਾਈ ਉਹਨਾਂ ਦੀ ਖਤਮ ਹੋ ਗਈ। ਉਹ ਹੁਣ ਇਨਫਰਾਦੀ ਸਤ੍ਹਾ ਤੇ ਜੀ ਰਹੇ ਨੇ, ਉਹ ਜ਼ਿੰਮੇਦਾਰੀ ਓਨ ਨਹੀਂ ਕਰਦੇ ਪਏ। ਉਹ ਵਾਪਸ ਜਾਣਾ ਚਾਹੁੰਦੇ ਨੇ ਆਪਣੇ ਫੈਮਿਲੀ ਸਿਸਟਮ ਵੱਲ, ਲੇਕਿਨ ਚੂੰਕਿ ਸਾਡਾ ਉਹਨਾਂ ਦਾ ਸ਼ੁਰੂ ਤੋਂ ਇੱਕ ਵੈਰ ਹੈ। ਮਗਰਿਬ ਤੇ ਮਸ਼ਰਿਕ 2 ਇੰਤਹਾਵਾਂ ਨੇ। ਉਹਨਾਂ ਨੇ ਕਿਦੋਂ ਦੇਖ ਲਿਆ ਕਿ ਇਹ ਚੀਜ਼ ਪੂਰੇ ਤੇ ਪੂਰੇ ਮਾਸ਼ਰੇ ਨੂੰ ਤਬਾਹ ਕਰ ਦਿੰਦੀ ਹੈ, ਤੇ ਉਹਨਾਂ ਨੇ ਉਹਨੂੰ ਪਾਕਿਸਤਾਨ ਦੇ ਵਿੱਚ, ਮਸ਼ਰਿਕ ਦੇ ਵਿੱਚ, ਦੀਗਰ ਮਮਾਲਿਕ ਦੇ ਵਿੱਚ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਵੈਲਿਊਜ਼ ਨਹੀਂ ਰਹਿਣਗੀਆਂ, ਤੁਹਾਡੀ ਅਕਦਾਰ ਨਹੀਂ ਰਹਿਣਗੀਆਂ, ਤੁਹਾਡਾ ਨਸਬ ਹੀ ਮਸ਼ਕੂਕ ਹੋ ਜਾਏਗਾ, ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕਿਹਦੇ ਹੋ। ਤੇ ਫਿਰ ਤੁਹਾਡੇ ਵਿੱਚ ਤੁਹਾਡੇ DNA 'ਚ ਤਬਦੀਲੀਆਂ ਆ ਜਾਣਗੀਆਂ, ਤੁਹਾਡੀ ਸੋਚ ਤਬਦੀਲੀਆਂ ਆ ਜਾਣਗੀਆਂ, ਤੁਹਾਡੇ ਆਮਾਲ ਦੇ ਵਿੱਚ ਤਬਦੀਲੀਆਂ ਆ ਜਾਣਗੀਆਂ। ਇਹਦੇ ਵਿੱਚ ਬੈਰੂਨੀ ਏਜੰਡਾ ਵੀ ਇੱਕ ਬਹੁਤ ਮੇਜਰ ਰੋਲ ਪਲੇ ਕਰਦਾ ਹੈ। ਜਿਹੜੇ ਪਾਕਿਸਤਾਨੀ TV ਡਰਾਮੇ, ਪਾਕਿਸਤਾਨੀ ਟਾਕ ਸ਼ੋਜ਼, ਪਾਕਿਸਤਾਨੀ ਇਨਫਲੂਐਂਸਰਸ ਇਹਨਾਂ ਚੀਜ਼ਾਂ ਨੂੰ ਜਿਹੜੇ ਪ੍ਰਮੋਟ ਕਰ ਰਹੇ ਨੇ, ਆਈ ਐਮ ਡੈਮ ਸ਼ੋਰ ਕਿ ਉਹਨਾਂ ਨੂੰ ਬਾਕਾਇਦਾ ਫੋਰਨ ਫੰਡਿੰਗ ਹੁੰਦੀ ਹੈ ਤੇ ਸਾਡੇ ਇਦਾਰਿਆਂ ਨੂੰ ਉਹਨਾਂ 'ਤੇ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ। ਉਹਨਾਂ ਦਾ ਇੱਕ ਲਫ਼ਜ਼ ਦੇਖੋ, ਆਫ ਕੈਮਰਾ ਇੱਕ ਗੁਫ਼ਤਗੂ ਹੈ ਤੁਹਾਡੀ ਤੇ ਮੇਰੀ, ਉਹ ਇਸ ਕਮਰੇ ਤੱਕ ਮਹਿਦੂਦ ਹੈ। ਉਹ ਗੁਨਾਹ ਵੀ ਹੈ ਜੇ ਤੇ ਉਹ ਸਾਡੇ ਤੇ ਅੱਲਾਹ ਦੇ ਦਰਮਿਆਨ 'ਚ ਹੈ, ਲੇਕਿਨ ਤੁਸੀਂ ਔਨ ਕੈਮਰਾ ਉਹ ਗੱਲ ਕਰਕੇ ਉਸ ਚੀਜ਼ ਨੂੰ ਪ੍ਰਮੋਟ ਕਰ ਰਹੇ ਹੋ। ਹੁਣ ਤੁਸੀਂ ਉਹਦੀ ਤਸ਼ਹੀਰ ਦਾ, ਉਹਦੀ ਅਸ਼ਾਤ ਦਾ ਬੰਦੋਬਸਤ ਕਰ ਰਹੇ ਹੋ, ਲੋਕਾਂ ਨੂੰ ਮੋਟੀਵੇਟ ਕਰ ਰਹੇ ਹੋ ਉਹਦੇ ਉੱਤੇ ਕਿ ਇਹ ਚੀਜ਼ ਇੱਕ ਨਾਰਮਲ ਹੈਗੀ ਹੈ। ਤੁਸੀਂ ਇੱਕ ਐਬਨੋਰਮਲ ਚੀਜ਼ ਨੂੰ ਨਾਰਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਫਿਰ ਸਟੇਟ ਨੂੰ ਆਹਨੀ ਹੱਥ ਦੇ ਨਾਲ ਇਹਨਾਂ ਦੇ ਨਾਲ ਨਿਮਟਣਾ ਚਾਹੀਦਾ। ਸਰ, ਅਕਸਰ ਜਿਵੇਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਆਗਾਜ਼ ਵਿੱਚ ਵੀ ਕਿਹਾ ਕਿ ਜਿਹੜੀ ਸਾਡੀ ਨਵੀਂ ਨਸਲ ਹੈ ਉਹ ਕੂਲ ਤੇ ਬੜੀ ਉਹ ਬਣਨ ਵਾਸਤੇ, ਅੱਛਾ, ਕੂਲ ਟਰਮਨੋਲੋਜੀ ਅੱਛੀ ਹੈ, ਕੂਲ ਆਪਣੇ ਆਪ ਨੂੰ ਸ਼ੋ ਕਰਨ ਵਾਸਤੇ ਉਹ ਇੰਗਲਿਸ਼ ਦੇ ਵਰਡਸ ਨੂੰ ਯੂਜ਼ ਕਰਕੇ ਗੈਰ ਅਖਲਾਕੀ ਤਲਕਾਤ ਨੂੰ ਬੜਾ ਹੀ ਉਹ ਕਹਿੰਦੇ ਨੇ ਕਿ ਇਹ ਤੇ ਗਲੈਮਰਸ ਹੈ। ਤੇ ਉਹ ਕਿਵੇਂ ਕੀਤਾ ਜਾਂਦਾ? ਦੇਖੋ, ਅੰਗਰੇਜ਼ੀ ਟਰਮਸ ਜਿਹੜੀਆਂ ਨੇ ਕਿ ਸਾਡੇ ਹਾਂ ਅੰਗਰੇਜ਼ੀ ਬੋਲਣਾ, ਖਾਸ ਤੌਰ 'ਤੇ ਟੇੜਾ ਮੂੰਹ ਕਰਕੇ ਬੋਲਣਾ, ਮਾਡਰਨ ਹੋਣ ਦੀ ਤੇ ਪੜ੍ਹੇ ਲਿਖੇ ਹੋਣ ਦੀ ਅਲਾਮਤ ਸਮਝਿਆ ਜਾਂਦਾ ਹੈ। ਕਿ ਇਹ ਬੰਦਾ ਬਹੁਤ ਪੜ੍ਹਿਆ ਲਿਖਿਆ, ਕਿਸੇ ਅੱਛੇ ਅਦਾਰੇ ਤੋਂ ਪੜ੍ਹਿਆ, ਕਦੀ ਅੰਗਰੇਜ਼ੀ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ। ਅੱਛਾ, ਉਹਦੀ ਟਰਮਸ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਵੀ ਅਸੀਂ ਕਿਹਾ ਕਿ ਮੈਂ ਕੂਲ ਹੋ ਰਿਹਾ ਤੇ ਫਲਾਣਾ ਹੋ ਰਿਹਾ, ਉਹ ਇਹ ਟਰਮਸ ਲੈ ਕੇ ਚਿਲ ਕਰ ਰਹੇ ਨੇ। ਉਹਦੇ ਜ਼ਰੀਏ ਉਹ ਸਮਝਦੇ ਨੇ ਕਿ ਮੈਂ ਮਾਡਰਨ ਹੈਗਾ, ਪਹਿਲੀ ਗੱਲ ਤੇ ਹੈ। ਫਿਰ ਉਹਨਾਂ ਅਲਫਾਜ਼ ਦੇ ਜ਼ਰੀਏ ਉਹ ਦੱਸਣਾ ਚਾਹੁੰਦੇ ਨੇ ਕਿ ਇਹ ਖਾਸ ਟਰਮ ਯੂਰਪ ਦੀ ਜਾਂ ਤਰੱਕੀ ਯਾਫਤਾ ਮਮਾਲਿਕ ਦੀ ਮੁਸਤਾਮਿਲ ਟਰਮ ਹੈਗੀ, ਉੱਥੇ ਯੂਜ਼ ਹੁੰਦੀ ਹੈ, ਤੇ ਜਿਹੜੀ ਚੀਜ਼ ਉੱਥੇ ਹੋ ਜਾਏ ਉਹ ਪੂਰੀ ਦੁਨੀਆ ਵਾਸਤੇ ਕਾਬਲੇ ਤਕਲੀਦ ਹੈ, ਖਾਓ ਫੈਸ਼ਨ ਹੋਏ, ਖਾਓ ਤਾਲੀਮ ਹੋਏ। ਦੇਖੋ, ਫੈਸ਼ਨ ਵੀ ਦੇਖ ਲਓ ਉੱਥੋਂ ਹੀ ਚੱਲਦਾ ਹੈ। ਇਸੇ ਤਰ੍ਹਾਂ ਤਾਲੀਮ ਲੈ ਲਓ ਤੁਸੀਂ, ਇਸ ਟਾਈਮ ਕਿੰਨਾ ਦੇ ਸਿਸਟਮਸ ਨੂੰ ਫਾਲੋ ਕਰੋ, ਜਾਂ ਆਕਸਫੋਰਡ ਸਿਸਟਮ ਇਹਦਾ ਕਿਹਦਾ ਹੈ, ਕੈਂਬਰਿਜ ਸਿਸਟਮ ਇਹਦਾ ਕਿਹਦਾ ਹੈ, ਫਿਨਲੈਂਡ ਦੀ ਗੱਲ ਕਰੋ ਤਾਂ ਕਿਹਦਾ। ਤੁਸੀਂ ਬੇਸਿਕਲੀ ਉੱਧਰੋਂ ਹੀ ਚੀਜ਼ਾਂ ਨੂੰ ਲੈ ਰਹੇ ਹੋ ਇਸ ਟਾਈਮ। ਨਤੀਜਤਨ ਤੁਸੀਂ ਉਹਨਾਂ ਕੋਲੋਂ ਜ਼ਿਹਨੀ ਤੌਰ 'ਤੇ ਬਹੁਤ ਮਗਲੂਬ ਹੈਗੇ ਹੋ। ਨੌਜਵਾਨ ਬੜੀ ਜਲਦੀ ਮੁਤਾਸਰ ਹੋ ਜਾਂਦੇ ਨੇ। ਦੂਸਰਾ, ਉਸ ਲਫ਼ਜ਼ ਦੇ ਵਿੱਚ ਜਿਹੜੀ ਛੁਪੀ ਹੋਈ ਬੇਹੂਦਗੀ, ਵਲਗੈਰਿਟੀ ਤੇ ਖਤਰਾ ਹੈ, ਉਹ ਪੁਰਾਣੇ ਜ਼ਮਾਨੇ ਦੇ ਪੜ੍ਹੇ ਹੋਏ ਬੰਦੇ ਉਹਨਾਂ ਤੋਂ ਬੇਖਬਰ ਹੁੰਦੇ ਨੇ, ਉਹਨਾਂ ਨੂੰ ਪਤਾ ਨਹੀਂ ਚੱਲਦਾ। ਮਿਸਾਲ ਦੇ ਤੌਰ ਤੇ ਉਹ ਬੱਚਾ ਜਿਹੜਾ ਬਗੈਰ ਨਕਾਹ ਤੋਂ ਪੈਦਾ ਹੋਏ,
ਜਦੋਂ ਮੈਂ ਪੜ੍ਹਦਾ ਸੀਗਾ ਉਦੋਂ ਕਲੀਅਰ ਕੱਟ ਉਸ ਆਦਮੀ ਵਾਸਤੇ ਲਫ਼ਜ਼ ਬਾਸਟਰਡ ਇਸਤੇਮਾਲ ਹੁੰਦਾ ਸੀਗਾ ਅੰਗਰੇਜ਼ੀ ਵਿੱਚ ਵੀ। ਹੁਣ ਉਸ ਬੱਚੇ ਨੂੰ ਅੰਗਰੇਜ਼ੀ ਲਵ ਚਾਈਲਡ ਕਿਹਾ ਜਾਂਦਾ ਹੈ। ਨਵੀਂ ਟਰਮ ਹੈਗੀ ਹੈ ਕਿ ਲਵ ਚਾਈਲਡ, ਕਿ ਮੁਹੱਬਤ ਦਾ ਨਤੀਜਾ। ਤੁਸੀਂ ਦੇਖੋ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਕਹਿੰਦੇ ਨਾ ਕਿ ਬਾਸਟਰਡ ਹੈ ਉਹ, ਪਤਾ ਨਹੀਂ ਮੈਂ ਕਿਸ ਗਾਲੀਆਂ ਦੇ ਰਿਹਾ, ਗਾਲੀ ਨਹੀਂ ਹੈ, ਟਰਮ ਹੈਗੀ 12 ਲੈਵਲ ਹੀ। ਜਦੋਂ ਤੁਸੀਂ ਇਹ ਲਫ਼ਜ਼ ਬੋਲਦੇ ਨਫ਼ਰਤ ਤੇ ਘਿਣ ਪੈਦਾ ਹੁੰਦੀ ਹੈ ਉਸ ਰਿਸ਼ਤੇ ਦੇ ਨਾਲ। ਤੁਸੀਂ ਕਹਿੰਦੇ ਹੋ ਕਿ ਹੀ ਇਜ਼ ਲਵ ਚਾਈਲਡ। ਤੁਸੀਂ ਅੰਦਾਜ਼ਾ ਕਰੋ ਕਿ ਉਹ ਲਫ਼ਜ਼ ਨੇ ਉਹਦੀ ਗ੍ਰੈਵਿਟੀ ਖਤਮ ਕਰ ਦਿੱਤੀ। ਗ੍ਰੈਵਿਟੀ ਖਤਮ ਹੋ ਗਈ, ਉਹ ਚੀਜ਼ ਤੁਹਾਡੇ ਵਾਸਤੇ ਕਾਬਲੇ ਕਬੂਲ ਹੋ ਗਈ। ਬੁਰਾਈ ਤੁਹਾਨੂੰ ਇਹਦੇ ਨਾਲ ਘੱਟ ਲੱਗਦੀ ਹੈ, ਤੁਹਾਨੂੰ ਲੱਗਦਾ ਹੈ ਕਿ ਇੱਕ ਨੋਰਮਲ ਜੀ ਚੀਜ਼ ਹੈਗੀ ਹੈ, ਫਿਰ ਤੁਹਾਡਾ ਅਹਿਸਾਸੇ ਗੁਨਾਹ ਘੱਟ ਜਾਂਦਾ ਹੈ। ਮਿਸਾਲ ਦੇ ਤੌਰ ਤੇ ਚूँकि प्रोग्राम बोल्ड है तो वी हैव टू यूज बोल्ड वर्ड्स। खैर है बोल्ड भी नहीं है तो कुरान पाक 'ਚ है ਲਫ਼ਜ਼ ਜ਼ਿਨਾ। ਜਦੋਂ ਤੁਸੀਂ ਲਫ਼ਜ਼ ਜ਼ਿਨਾ ਬੋਲੋਗੇ ਨਾ ਉਹਦੇ ਨਾਲ ਘਿਣ, ਕਰਾਹਤ, ਗੁਨਾਹ, ਨਫ਼ਰਤ ਦਾ ਤਸੱਵੁਰ ਜਿਹੜਾ ਹੈ ਫੌਰਨ ਜ਼ਿਹਨ 'ਚ ਉਤਰਨਾ ਸ਼ੁਰੂ ਹੋ ਜਾਏਗਾ। ਲਫ਼ਜ਼ ਹੀ ਐਸਾ ਹੈ, ਤੁਸੀਂ ਬੇਸ਼ੱਕ ਆਪ ਵੀ ਇਨਵੋਲਵ ਹੋ ਬਟ ਵੈਨ ਯੂ ਯੂਜ਼ ਦੈਟ ਵਰਡ ਵਿਦ ਦੈਟ ਰਿਲੇਸ਼ਨਸ਼ਿਪ ਤੁਹਾਨੂੰ ਨਫ਼ਰਤ ਤੇ ਘਿਣ ਜ਼ਰੂਰ ਆਏਗੀ। ਜਦੋਂ ਤੁਸੀਂ ਇਹ ਕਹੋਗੇ ਨਾ ਕਿ ਇਹ ਮਤਲਬ ਹੈ ਕਿ ਮੇਰਾ ਲਿਵਿੰਗ ਪਾਰਟਨਰ ਹੈ, ਅੱਛਾ ਉਹ ਲਿਵਿੰਗ ਪਾਰਟਨਰ ਦੇ ਵਿੱਚ ਜਾਂ ਲਿਵਿੰਗ ਰਿਲੇਸ਼ਨਸ਼ਿਪ 'ਚ ਮੈਂ ਇਹਦੇ ਨਾਲ ਹੈਗਾ, ਤੁਹਾਨੂੰ ਉਹਦੇ ਨਾਲ ਘਿਣ ਹੀ ਨਹੀਂ ਆਏਗੀ, ਨਫ਼ਰਤ ਹੀ ਨਹੀਂ ਆਏਗੀ, ਇਹ ਨੋਰਮਲ ਜੀ ਚੀਜ਼ ਲੱਗੇਗੀ ਬਿਲਕੁਲ ਤੁਹਾਨੂੰ। ਤੇ ਲਫ਼ਜ਼ ਜਿਹੜਾ ਹੈ ਸਹੀ ਲਫ਼ਜ਼ ਇਸਤੇਮਾਲ ਕਰਨਾ ਉਹਦੀ ਗ੍ਰੈਵਿਟੀ, ਉਹਦੀ ਸ਼ਿੱਦਤ ਦਿਖਾਉਣ ਵਾਸਤੇ ਜ਼ਰੂਰੀ ਹੈ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਲਫ਼ਜ਼ ਹੀ ਬਦਲ ਦਿੱਤੇ ਤਾਂ ਕਿ ਤੁਹਾਨੂੰ ਉਹ ਗ੍ਰੈਵਿਟੀ, ਉਹ ਸ਼ਿੱਦਤ ਦਾ ਅਹਿਸਾਸ ਹੀ ਨਾ ਹੋਵੇ। ਕਿਉਂ ਕੀਤਾ? ਤੁਹਾਨੂੰ ਜ਼ਿਹਨੀ ਧੋਖਾ ਦੇਣ ਵਾਸਤੇ। ਤੁਹਾਨੂੰ ਕਿਹਾ ਕਿ ਇਹ ਗੁਨਾਹ ਨਹੀਂ ਹੈ, ਫੈਸ਼ਨ ਹੈ। ਹੁਣ ਕਿਤਨੇ ਬੱਚੇ ਨੇ ਜਿਹੜੇ ਨਸ਼ੇ ਵਿੱਚ ਫੈਸ਼ਨ ਦੀ ਵਜ੍ਹਾ ਨਾਲ ਜਾਂਦੇ ਨੇ, ਦੇ ਡੋਂਟ ਨੀਡ, ਉਹਨਾਂ ਨੂੰ ਆਈਸ ਦੀ, ਸਿਗਰਟ ਦੀ, ਕੋਕ ਤੋਂ ਮੁਰਾਦ ਹੈ ਕੋਕੇਨ, ਹੈਸ਼ ਦੀ ਜ਼ਰੂਰਤ ਨਹੀਂ ਹੈ, ਬਟ ਵਾਈ ਦੇ ਸਟਾਰਟ ਯੂਜ਼ਿੰਗ, they think this is a fashion, chill, cool, yes, cool। ਅੱਛਾ ਇਹ ਵੀ ਮੈਂ ਵੀ ਦੇਖਿਆ ਵੀ ਲੜਕੀਆਂ ਕਰਦੀਆਂ ਨੇ, you're doing that acting। ਇਹ ਬਾਕੀ ਐਗਜ਼ੈਕਟਲੀ ਮੈਂ ਦੇਖਿਆ ਕਿ ਉਹਨਾਂ ਦੇ ਨਜ਼ਦੀਕ ਇਹ ਕੋਈ ਕੂਲ ਹੋਣਾ ਹੈ। ਅੱਛਾ ਕੂਲ ਹੋਣਾ ਉਹ ਸਮਝਦੇ ਨੇ ਕਿ ਮੈਂ ਸੁਸਾਇਟੀ 'ਚ ਮੇਰੀ ਮਕਬੂਲੀਅਤ बढ़ ਜਾਏਗੀ। ਜਦੋਂ ਮੈਂ ਅਪਰ ਕਲਾਸ ਜਾਣਾ ਹੈ, ਜਦੋਂ ਮੈਂ ਐਲੀਟ ਕਲਾਸ ਜਾਣਾ ਹੈ, ਜੇ ਮੈਂ ਚੀਜ਼ਾਂ ਨੂੰ ਯੂਜ਼ ਕਰਦਾ ਹੋਵਾਂਗਾ ਤੇ ਮੈਂ ਉਹਨਾਂ ਵਾਸਤੇ ਜ਼ਿਆਦਾ ਐਕਸੈਪਟੇਬਲ ਹੋਵਾਂਗਾ। ਇਹ ਕਿਉਂ ਹੋ ਰਿਹਾ ਹੈ? ਇਹ ਬਾਕਾਇਦਾ ਪਲੈਨਿੰਗ ਦੇ ਤਹਿਤ ਆਲਮੀ ਮੀਡੀਆ ਦੀ ਹਿਕਮਤ ਅਮਲੀ ਹੈ। ਉਹ ਇਹਨਾਂ ਵਰਡਸ ਦੇ ਜ਼ਰੀਏ ਤੁਹਾਡੀ ਸੁਸਾਇਟੀ 'ਚ ਪੈਨੀਟ੍ਰੇਟ ਕਰ ਰਹੇ ਨੇ। ਦੇਖੋ ਜਿਤਨੇ ਬੈਨ ਅਲ-ਅਕਵਾਮੀ ਇਦਾਰੇ ਹੈ ਉਹਨਾਂ ਦਾ ਕੰਮ ਹੋ ਰਿਹਾ ਹੈ। ਮਿਸਾਲ ਦੇ ਤੌਰ ਤੇ ਵਰਲਡ ਬੈਂਕ ਦਾ ਕੰਮ ਕੋਈ ਹੋਰ ਹੈ, IMF ਦਾ ਕੰਮ ਕੋਈ ਹੋਰ ਹੈ, FATF ਦਾ ਕੰਮ ਕੋਈ ਹੋਰ ਨੇ। ਮਗਰ ਜਦੋਂ ਤੁਹਾਨੂੰ ਉਹ ਕੋਈ ਸਰਟੀਫਿਕੇਟ ਜਾਰੀ ਕਰਦਾ ਹੈ FATF ਜਾਂ ਵਰਲਡ ਬੈਂਕ ਜਾਂ IMF ਤੁਹਾਡੀ ਕਿਸ਼ਤਾਂ ਨੂੰ ਰੀਸ਼ੈਡਿਊਲ ਕਰਦਾ ਹੈ, ਕੁਝ ਵੀ ਕਰਦਾ ਨਾਲ ਐਸੀਆਂ ਸ਼ਰਾਇਤ ਹੁੰਦੀਆਂ ਨੇ ਜਿਨ੍ਹਾਂ ਦਾ ਤਾਲੁਕ ਇਹਨਾਂ ਮਾਮਲਾਤ ਨਾਲ ਹੁੰਦਾ ਹੈ। ਵੀ ਬੰਦਾ ਪੁੱਛੇ ਕਿ ਤੁਸੀਂ ਸਾਡੇ ਕੋਲ ਪੈਸੇ ਲੈਣੇ ਨੇ ਜਾਂ ਸਾਨੂੰ ਦੇਣੇ ਨੇ ਜਾਂ ਸਾਡੇ ਕਰਜ਼ਿਆਂ ਨੂੰ ਰੀਸ਼ੈਡਿਊਲ ਕਰਨਾ ਹੈ, ਉਹਦਾ ਤਾਲੁਕ LGBTQ ਦੇ ਨਾਲ, ਉਹਦਾ ਤਾਲੁਕ ਹੋਮੋਸੈਕਸ਼ੁਅਲਿਟੀ ਦੇ ਨਾਲ, ਉਹਦਾ ਤਾਲੁਕ ਗੈਰ ਨਿਕਾਹੀ ਤਾਲੁਕਾਤ ਨੂੰ ਫਰੋਗ ਕਰਨ ਦੇ ਨਾਲ ਕਿਉਂ ਹੈ? ਦਿਸ ਇਜ਼ ਇੰਟਰਨੈਸ਼ਨਲ ਏਜੰਡਾ। ਸਾਡੀ ਯੂਥ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਦੇ ਹੱਥੋਂ ਇਸਤੇਮਾਲ ਹੋਣ ਤੋਂ ਆਪਣੇ ਆਪ ਨੂੰ ਬਚਾਈਏ। ਅੱਛਾ ਸਰ, ਇਹ ਸਿਰਫ ਮਗਰਬੀ ਮਮਾਲਕ ਦੇ ਵਿੱਚ ਜਾਂ ਮਗਰਬੀ ਮਾਸ਼ਰਿਆਂ ਦੇ ਤੱਕ ਮਹਿਦੂਦ ਰਹਿ ਗਿਆ ਕਿ ਆ ਹੁਣ ਸਾਡੀ ਨਸਲ ਨੂੰ, ਸਾਡੇ ਨੌਜਵਾਨਾਂ ਨੂੰ ਯਾਨੀ ਮਸ਼ਰਕੀ ਨੌਜਵਾਨਾਂ ਨੂੰ ਵੀ ਮੁਤਾਸਰ ਕਰ ਰਿਹਾ? ਦੇਖੋ ਸ਼ੁਰੂ ਤੇ ਮਗਰਬ ਤੋਂ ਹੋਇਆ। ਉਹਨਾਂ ਨੇ ਇਹ ਜ਼ਹਿਰ ਜਦੋਂ ਆਪਣੇ ਮੁਆਸ਼ਰੇ 'ਚ ਦੇਖਿਆ, ਇਹਦੀ ਖਤਰਨਾਕੀ, ਇਹਦੀ ਅਸਰ ਪਜ਼ੀਰੀ, ਉਹਨਾਂ ਨੇ ਆਪਣੇ ਆਪ ਨੂੰ ਤੇ ਬਚਾਉਣ ਦੀ ਕੋਸ਼ਿਸ਼ ਕਰਤੀ ਤੇ ਇਸ ਗੰਦ ਦਾ ਰੁਖ ਜਿਹੜਾ ਹੈ ਉਹ ਚੇਂਜ ਕਰਤਾ, ਉਹਨਾਂ ਨੇ ਚੇਂਜ ਕਰਤਾ। ਤੁਸੀਂ ਦੇਖੋ ਕਈ ਇਦਾਰੇ ਐਸੇ ਨੇ, ਮੈਂ ਮਗਰਬੀ ਦੁਨੀਆ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦਾ ਕੰਮ ਹੈਗਾ ਕਿ ਮਨਸ਼ੀਆਤ ਨੂੰ ਮਸ਼ਰਿਕ ਦੇ ਵਿੱਚ ਪ੍ਰਮੋਟ ਕੀਤਾ ਜਾਏ। ਉਹਨਾਂ ਦੇ ਜਿਹੜੀ ਏਜੰਸੀਆਂ ਨੇ ਉਹਨਾਂ ਦੀ ਫੰਡਿੰਗ ਜਿਹੜੀ ਹੈ ਉਹ ਬੇਸਿਕਲੀ ਮਨਸ਼ੀਆਤ ਦੀ ਸੈਲਿੰਗ ਨਾਲ ਹੁੰਦੀ ਹੈ। ਤੇ ਮਨਸ਼ੀਆਤ ਦੀ ਸੈਲਿੰਗ ਆਪਣੇ ਮੁਲਕ ਤੇ ਕਰਨ ਦੀ ਬਜਾਏ ਉਹ ਡਰੱਗਸ ਨੂੰ ਉਹਨਾਂ ਮਮਾਲਿਕ ਦੇ ਵਿੱਚ, ਜਿਵੇਂ ਪਾਕਿਸਤਾਨ ਹੋ ਗਿਆ, ਅਫਗਾਨਿਸਤਾਨ ਹੋ ਗਿਆ, ਆਸ-ਪਾਸ ਦੇ ਮਮਾਲਿਕ ਹੋ ਗਏ, ਉੱਥੇ ਪ੍ਰਮੋਟ ਕਰਨਾ ਚਾਹੁੰਦੇ ਨੇ। ਉਹਦੇ ਜ਼ਰੀਏ ਜਿਹੜੀ ਕਮਾਈ ਹੋਏਗੀ ਉਹ ਵੀ ਸਾਡੇ ਖਿਲਾਫ ਇਸਤੇਮਾਲ ਹੋਏਗੀ, ਸਾਡੀ ਨਸਲ ਵੀ ਇਹਦੇ ਖਿਲਾਫ ਇਸਤੇਮਾਲ ਹੋਏਗੀ। ਇਸ ਤੋਂ ਪਹਿਲਾਂ ਸਾਡੇ ਪੜੋਸ ਦੇ ਵਿੱਚ ਚਾਈਨਾ ਨੂੰ ਅਫੀਮ ਦਾ ਆਦੀ ਬਣਾਇਆ ਗਿਆ। ਉਹ ਸੁੱਤੀ ਹੋਈ ਕੌਮ ਨੂੰ ਸੋਈ ਹੋਈ ਕੌਮ ਕਿਹਾ ਜਾਂਦਾ ਸੀਗਾ। 1948 ਤੋਂ ਬਾਅਦ ਜਿਹੜਾ ਹੈ ਨਾ, ਉਹਨਾਂ ਨੂੰ 1948 'ਚ ਗਾਲਿਬਾਨ ਉਹ ਆਜ਼ਾਦ ਹੋਏ ਨੇ ਨਵੇਂ ਤਰੀਕੇ ਦੇ ਨਾਲ। ਫਿਰ ਉਹਨਾਂ ਨੇ ਚੇਂਜ ਕੀਤਾ ਆਪਣੇ ਆਪ ਨੂੰ, ਅੱਜ ਉਹ ਸੁਪਰ ਪਾਵਰ ਬਣਨ ਜਾ ਰਹੇ ਨੇ। ਕਿਉਂ? ਉਹਨਾਂ ਨੇ ਇਸ ਬੈਰੂਨੀ ਏਜੰਡੇ ਨੂੰ ਕੰਟਰੋਲ ਕੀਤਾ। ਲੇਕਿਨ ਉਹਨਾਂ ਨੇ ਕੰਟਰੋਲ ਕੀਤਾ। ਸਾਡਾ ਮੀਡੀਆ ਜਿਹੜਾ ਹੈਗਾ ਇਹਨੂੰ ਨੋਰਮਲ ਬਣਾ ਰਿਹਾ ਹੈ। ਮੋਬਾਈਲ ਨੇ, ਇੰਟਰਨੈਟ ਨੇ ਫਾਸਲੇ ਵੀ ਘੱਟ ਕਰ ਦਿੱਤੇ। ਹੁਣ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੋਈ ਵੀ ਅਦਰ ਜੈਂਡਰ ਦਾ ਬੰਦਾ ਜਾਂ ਬੰਦੀ ਤੁਹਾਡੇ ਨਾਲ ਉਹਨਾਂ ਤਾਲੁਕਾਤ ਦੇ ਵਿੱਚ ਇਨਵੋਲਵ ਹੋ ਜਾਂਦਾ ਹੈ। ਅਸੀਂ ਪਹਿਲਾਂ ਇੱਕ ਟਰਮ ਪੜ੍ਹਦੇ ਹੁੰਦੇ ਸੀ ਪੋਰਨੋਗ੍ਰਾਫੀ। ਹੁਣ ਡਿਜੀਟਲ ਪੋਰਨੋਗ੍ਰਾਫੀ ਦੀ ਟਰਮ ਹੀ ਨਹੀਂ ਹੈ ਜਿਹੜੀ ਤੁਹਾਨੂੰ ਸਾਈਕੋਲੋਜੀ ਦੀ ਬੁੱਕਸ 'ਚ ਨਹੀਂ ਮਿਲਦੀ। ਹੁਣ ਪੋਰਨੋਗ੍ਰਾਫੀ ਉਸ ਕੈਟਾਗਰੀ 'ਚੋਂ ਨਿਕਲ ਗਈ ਹੈ ਜਿਸ ਕੈਟਾਗਰੀ ਦੇ ਵਿੱਚ ਤੁਸੀਂ ਸਮਝਦੇ ਸੀਗੇ। ਹੁਣ ਡਿਜੀਟਲ ਵਰਲਡ ਤੇ ਚਲੀ। ਜਦੋਂ ਡਿਜੀਟਲ ਵਰਲਡ ਤੇ ਹੈ ਉਹਦੀ ਅਸਰ ਪਜ਼ੀਰੀ ਵੱਧ ਗਈ। ਪਹਿਲਾਂ ਕੋਈ ਬੰਦਾ ਤਸਵੀਰ ਲੈ ਕੇ ਆਉਂਦਾ ਸੀ ਇਸ ਤਰ੍ਹਾਂ ਦੀ, ਕੋਈ ਬੰਦਾ ਫਿਲਮ ਲੈ ਕੇ ਆਉਂਦਾ ਸੀਗਾ, ਬਟ ਦੇ ਕਾਂਟ ਟਾਕ ਟੂ ਈਚ ਅਦਰ। ਹੁਣ ਉਹ ਮੋਬਾਈਲ ਦੇ ਉੱਤੇ ਜਾਂ ਸਕਰੀਨ ਦੇ ਉੱਤੇ ਦੂਸਰੇ ਦੇ ਨਾਲ ਬਾਕਾਇਦਾ
ਇਨਵੋਲਵ ਨੇ, ਬਾਕਾਇਦਾ ਉਹ ਗੁਫ਼ਤਗੂ ਕਰ ਰਹੇ ਨੇ, ਬਾਕਾਇਦਾ ਇੱਕ ਦੂਸਰੇ ਨੂੰ ਕੁਐਸਚਨ ਆਨਸਰ ਕਰ ਰਹੇ ਨੇ। ਐਸੀ ਮੈਨੂੰ ਪਤਾ ਚੱਲਿਆ ਕਿ ਬਾਕਾਇਦਾ ਕਿ ਟਿਕਟੌਕ ਤੇ ਇਸ ਤਰ੍ਹਾਂ ਦੀ ਐਪਸ ਦੇ ਉੱਤੇ ਉਹ ਲੜਕੇ ਲੜਕੀਆਂ ਬਾਕਾਇਦਾ ਲਾਈਵ ਹੁੰਦੇ ਨੇ, ਕਿ ਸ਼ਰਤਾਂ ਲੱਗਦੀਆਂ ਨੇ ਕਿ ਮੈਂ ਇਹ ਕਰਾਂਗਾ ਤੇ ਤੂੰ ਇਹ ਕਰਨਾ। ਜਵਾਬ ਦੇ ਵਿੱਚ ਬੇਸ਼ੁਮਾਰ ਲੋਕਾਂ ਨੂੰ ਦੇਖ ਰਹੇ ਹੁੰਦੇ ਨੇ, ਉਹਦੀ ਪੇਮੈਂਟ ਕਰ ਰਹੇ ਹੁੰਦੇ ਨੇ। ਹੁਣ ਉਹਦੀ ਡਾਇਮੈਂਸ਼ਨ ਚੇਂਜ ਹੋ ਗਈ ਹੈ ਤੇ ਸਾਰੇ ਦਾ ਸਾਰਾ ਮਾਮਲਾ ਇਸ ਖਤਰੇ ਨੂੰ ਇਤਨਾ ਸੰਗੀਨ ਬਣਾ ਰਿਹਾ, ਇਤਨਾ ਸੰਗੀਨ ਕਿ ਜਿਸ ਤਰ੍ਹਾਂ ਇੱਕ ਵਕਤ ਦੇ ਵਿੱਚ ਹੀਰੋਇਨ ਬਹੁਤ ਜ਼ਿਆਦਾ ਸੰਗੀਨ ਸੀਗੀ, ਫਿਰ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਰਿਹੈਬ ਸੈਂਟਰ ਵੀ ਬਣਾਏ ਗਏ, ਸਖਤੀਆਂ ਵੀ ਕੀਤੀਆਂ ਗਈਆਂ। ਫਿਰ ਇੱਕ ਵਕਤ ਕਲਾਸ਼ਨਕੋਫ ਕਲਚਰ ਆ ਗਿਆ, ਹਰ ਬੰਦੇ ਦੇ ਅੱਜ ਕਲਾਸ਼ਨਕੋਫ ਹੈ, ਬੰਦੇ ਮਾਰੇ ਜਾ ਰਹੇ ਨੇ, ਬਦਮਾਸ਼ੀ ਚੱਲ ਰਹੀ ਹੈ, ਉਹਨਾਂ ਨੇ ਉਸ ਕਲਚਰ ਨੂੰ ਕਿਲ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਕੁਝ ਅਰਸੇ ਤੋਂ ਵੀਗੋ ਡਾਲਾ ਕਲਚਰ ਦੇ ਪਿੱਛੇ ਵੀ ਗਵਰਨਮੈਂਟ ਪਈ ਹੋਈ ਹੈ ਕਿ ਇਹ ਕਿਤੇ ਬਦਮਾਸ਼ੀ ਨੂੰ ਪ੍ਰਮੋਟ ਤੇ ਨਹੀਂ ਕਰ ਰਹੇ। ਬਿਲਕੁਲ ਐਸੇ ਤਰ੍ਹਾਂ ਇਸ ਚੀਜ਼ ਤੇ ਵੀ ਗਵਰਨਮੈਂਟ ਨੂੰ ਐਸੇ ਤਰ੍ਹਾਂ ਐਕਸ਼ਨ ਲੈਣਾ ਚਾਹੀਦਾ, ਕਿਉਂਕਿ ਸ਼ਦੀਦ ਤਰੀਨ ਖਤਰਾ ਹੈ, ਵਾਲਦੈਨ ਗਫਲਤ ਦਾ ਸ਼ਿਕਾਰ ਨੇ। ਬੜਾ ਜਿਹੜਾ ਨਹੀਂ, ਸੀਸੀਡੀ ਜਿਹੜਾ ਉੱਥੇ ਸੀਸੀਡੀ ਸਿਰਫ ਉਹ ਕਰ ਰਹੀ ਹੈ ਜਿੱਥੇ ਦੋਵਾਂ ਦੀ ਬਾਹਮੀ ਰਜ਼ਾਮੰਦੀ ਤੋਂ ਬਗੈਰ ਹੋ ਰਿਹਾ ਹੈ। ਯਾਨੀ ਇੱਕ ਆਦਮੀ ਜਾਂ ਇੱਕ ਔਰਤ ਜਿਹੜੀ ਹੈ ਹੈਰੈਸ ਕਰ ਰਹੀ ਹੈ, ਸੀਸੀਡੀ ਇਜ਼ ਟੇਕਿੰਗ ਐਕਸ਼ਨ ਫॉर दैट। ਜਿਹੜਾ ਬਾਹਮੀ ਰਜ਼ਾਮੰਦੀ ਨਾਲ ਹੋ ਰਿਹਾ, ਤੁਹਾਡਾ ਆਇਨ, ਤੁਹਾਡਾ ਕਾਨੂੰਨ ਉਹਨੂੰ ਕੁਝ ਨਹੀਂ ਕਹਿੰਦਾ। ਬਈ ਬੰਦ ਕਮਰੇ 'ਚ ਆਪ ਕਹਿੰਦੇ ਸੋ ਵਟ। ਸਹੀ ਹੈ, ਸਹੀ। ਅੱਛਾ ਸਰ, ਮਸ਼ਰਿਕਦਾਰ ਤੇ ਇਸਲਾਮੀ ਤਾਲੀਮਾਤ ਇਹਦੇ ਬਾਰੇ ਕੀ ਕਹਿੰਦੀਆਂ ਨੇ ਸਰ? ਦੇਖੋ, ਤੁਸੀਂ ਇਹਨੂੰ ਲਿਬਰਲ ਹੋਣ ਦੇ ਚੱਕਰ 'ਚ, ਮਾਡਰਨ ਹੋਣ ਦੇ ਚੱਕਰ 'ਚ ਸੁਣਨਾ ਚਾਹੋ, ਗੱਲ ਨੂੰ ਇਗਨੋਰ ਕਰਨਾ ਚਾਹੋ ਤੇ ਤੁਹਾਡੀ ਆਪਣੀ ਮਰਜ਼ੀ ਹੈ। ਵਰਨਾ ਇਹ ਗੱਲ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਪਤਾ ਹੈ ਕਿ ਨਿਕਾਹ ਤੋਂ ਬਗੈਰ ਜਿਸਮਾਨੀ ਤਾਲੁਕ ਹਰਾਮ ਹੈ। ਇਸਲਾਮ ਤੋਂ ਇਲਾਵਾ ਅਸੀਂ ਪਹਿਲਾਂ ਇੰਡੀਆ ਦੀ ਵੀ ਗੱਲ ਕਰ ਲਈ ਹੈ, ਚਾਈਨਾ ਦੀ ਗੱਲ ਵੀ ਕਰ ਲਈ ਹੈ, ਤਾਮਿਲਨਾਡੂ ਤੇ ਟਾਈਗਰਸ ਤੇ ਉਹ ਸ਼੍ਰੀਲੰਕਾ ਦੀ ਵੀ ਗੱਲ ਕਰ ਲਈ ਹੈ, ਬੁੱਧਿਸਟ ਦੀ ਵੀ ਗੱਲ ਕਰੀ। ਉਹਨਾਂ ਮਾਮਲਾਤ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਈ ਥਿੰਕ ਕਮ ਅਜ਼ ਕਮ ਈਸਟਰਨ ਕਲਚਰ ਦੇ ਵਿੱਚ ਇਹਦੀ ਕੋਈ ਗੁੰਜਾਇਸ਼ ਨਹੀਂ ਹੈਗੀ। ਇਸਲਾਮ ਤੇ ਗੈਰਤ ਦੀ ਹਿਫਾਜ਼ਤ ਕਰਦਾ ਹੈ, ਇਸਲਾਮ ਮੁਹੱਬਤ ਦੀ ਹਿਫਾਜ਼ਤ ਕਰਦਾ ਹੈ ਤੇ ਮੁਹੱਬਤ ਦੀ ਹਿਫਾਜ਼ਤ ਵਾਸਤੇ ਨਿਕਾਹ ਹੈ। ਮਤਲਬ ਇਸਲਾਮ ਮੁਹੱਬਤ ਨੂੰ ਮਨਾ ਨਹੀਂ ਕਰਦਾ, ਮੁਹੱਬਤ ਨੂੰ ਇੱਕ ਖਾਸ ਦਾਇਰੇ 'ਚ, ਇੱਕ ਹਿਸਾਰ ਦੇ ਵਿੱਚ ਕੈਦ ਕਰਨ ਦੀ ਗੱਲ ਕਰਦਾ ਹੈ ਤਾਂ ਕਿ ਤੁਹਾਡੀ ਮੁਹੱਬਤ ਮਹਿਫੂਜ਼ ਹੋ ਜਾਏ। ਉਹ ਦਾਇਰਾ ਜਿਹਦੇ ਵਿੱਚ ਮੁਹੱਬਤ ਮਹਿਫੂਜ਼ ਹੁੰਦੀ ਹੈ ਉਹਦਾ ਨਾਮ ਨਿਕਾਹ ਹੈ। ਇਹਦਾ ਮਤਲਬ ਹੈ ਇਸਲਾਮ ਮੁਹੱਬਤ ਦਾ ਮੁਹਾਫਿਜ਼ ਹੈ। ਸਾਡੀ ਜਨਰੇਸ਼ਨ ਸਮਝਦੀ ਹੈ ਕਿ ਇਸਲਾਮ ਮੁਹੱਬਤ ਦਾ ਮੁਖਾਲਿਫ ਹੈ। ਉਹ ਬਈ ਇਸਲਾਮ ਦੇ ਤੁਹਾਡੀ ਮੁਹੱਬਤ ਨੂੰ ਤਹਫੁਜ਼ ਦੇ ਰਿਹਾ ਹੈ, ਉਹਨੂੰ ਇੱਕ ਦਾਇਰੇ 'ਚ ਲੈ ਕੇ ਆ ਰਿਹਾ ਹੈ। ਇਸੇ ਤਰ੍ਹਾਂ ਮਸ਼ਰਕੀ ਇਕਦਾਰ ਲੈ ਲਓ, ਉਹ ਤੁਹਾਡੇ ਫੈਮਿਲੀ ਸਿਸਟਮ ਨੂੰ ਪ੍ਰਮੋਟ ਕਰਦੀਆਂ ਨੇ। ਲੜਕਾ ਲੜਕੀ ਇੱਕ ਦੂਸਰੇ ਨੂੰ ਪਸੰਦ ਕਰ ਰਹੇ ਨੇ, ਦੈਟਸ ਵੈਰੀ ਗੁੱਡ। ਫਿਰ ਪੇਰੈਂਟਸ ਨੂੰ ਇਨਵੋਲਵ ਕਰਦੀ ਹੈ, ਫਿਰ ਪੇਰੈਂਟਸ ਮਿਲ ਕੇ ਦੋ ਖਾਨਦਾਨਾਂ ਦਾ ਮਿਲਾਪ ਹੁੰਦਾ ਹੈ। ਦੋ ਜਿਸਮਾਂ ਦਾ ਮਿਲਾਪ ਨਹੀਂ ਹੈ, ਦੋ ਅਫਰਾਦ ਦਾ ਮਿਲਾਪ ਨਹੀਂ ਹੈ, ਇਹ ਦੋ ਖਾਨਦਾਨਾਂ ਦਾ ਮਿਲਾਪ ਹੈ। ਦੋ ਖਾਨਦਾਨ ਇਨਵੋਲਵ ਹੁੰਦੇ ਨੇ। ਉਹਦਾ ਨਤੀਜਾ ਜੋ ਹੁੰਦਾ ਕਿ ਕਦੀ ਮੀਆਂ ਬੀਵੀ 'ਚ ਲੜਾਈ ਹੋ ਜਾਏ, ਝਗੜਾ ਹੋ ਜਾਏ, ਤੇ ਫਿਰ ਜਿਹੜੀ ਫੈਮਿਲੀ ਵਿੱਚ ਇਨਵੋਲਵ ਹੁੰਦੀ ਹੈ, ਸੋਸ਼ਲ ਪ੍ਰੈਸ਼ਰ ਇਨਵੋਲਵ ਹੁੰਦਾ ਹੈ, ਉਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਾਲ ਹਰ ਸਾਲ ਕੀਤੀ ਜਾਂਦੀ ਹੈ। ਫਿਰ ਵੀ ਨਾ ਹੋਵੇ ਸੈਪਰੇਸ਼ਨ ਦੀ ਗੱਲ ਪਹੁੰਚ ਜਾਏ, ਫਿਰ ਉਹੀ ਫੈਮਿਲੀ ਮੈਂਬਰਸ ਕੋਸ਼ਿਸ਼ ਕਰਦੇ ਨੇ ਕਿ ਸੈਪਰੇਸ਼ਨ ਬਾਇਜ਼ਤ ਹੋਏ। ਜੇ ਅਲੱਦਗੀ ਤੇ ਹੋ ਗਈ ਹੈ ਬਟ ਗ੍ਰੇਸਫੁਲੀ ਹੋ ਜਾਏ। ਇਹ ਫੈਮਲੀਆਂ ਇਨਵੋਲਵ ਹੋਣਗੀਆਂ ਤੇ ਹੋਏਗਾ ਨਾ। ਖਾਨਦਾਨੀ ਨਿਜ਼ਾਮ ਉਹ ਢਾਲ ਹੈ ਜਿਹੜੀ ਬੇਹਯਾਈ ਨੂੰ ਰੋਕਦੀ ਹੈ, ਔਰਤ ਦੇ ਇਸਤੇਸਾਲ ਨੂੰ ਰੋਕਦੀ ਹੈ, ਮਰਦ ਦੇ ਇਸਤੇਸਾਲ ਨੂੰ ਰੋਕਦੀ ਹੈ, ਬੇਰਾਰਵੀ ਤੋਂ ਰੋਕਦੀ ਹੈ। ਲੇਕਿਨ ਜਦੋਂ ਅਸੀਂ ਸਭ ਤੋਂ ਪਹਿਲਾਂ ਪਰਦਾ ਛੱਡਣਾ ਹੈ, ਅਸੀਂ ਹਯਾ ਛੱਡਣੀ ਹੈ, ਤੇ ਜਿਹਦੇ 'ਚ ਹਯਾ ਨਹੀਂ ਹੈ ਉਹ ਜੋ ਮਰਜ਼ੀ ਕਰੇ। ਹਯਾ, ਪਰਦਾ, ਇਹ ਇਸਲਾਮ ਦਾ ਬੁਨਿਆਦੀ ਉਜ਼ਵ ਹੈ। ਲੇਕਿਨ ਇਹ ਰਿਸ਼ਤੇ ਜਿਹੜੇ ਨੇ ਸਭ ਤੋਂ ਪਹਿਲਾਂ ਹਯਾ ਨੂੰ ਤੇ ਪਰਦੇ ਨੂੰ ਖਤਮ ਕਰਦੇ ਨੇ। ਹਕੂਕ ਦੀ ਗੱਲ ਕਰਦੇ ਆ, ਹਕੂਕ ਨਿਸਵਾਂ ਦੀ, ਔਰਤ ਮਾਰਚ ਦੀ, ਔਰਤ ਕੇ ਹਕੂਕ, ਮੇਰਾ ਜਿਸਮ ਮੇਰੀ ਮਰਜ਼ੀ। ਭਈ ਤੁਹਾਡਾ ਸਭ ਤੋਂ ਬੜਾ ਹੱਕ ਨਿਕਾਹ ਹੈ। ਤੁਸੀਂ ਆਪ ਜਦੋਂ ਉਸ ਹੱਕ ਤੋਂ ਦਸਤਬਰਦਾਰ ਹੋ ਗਏ, ਤੁਸੀਂ ਕਿਹਾ ਕਿ ਮੈਨੂੰ ਇਸ ਹੱਕ ਦੀ ਜ਼ਰੂਰਤ ਨਹੀਂ, ਕਿ ਮੈਂ ਵੈਸੇ ਨਾਲ ਰਹਿ ਲੈਣੀ ਹੈ, ਤੇ ਤੁਸੀਂ ਆਪਣੇ ਹਕੂਕ ਤੇ ਆਪ ਛੱਡਦੇ, ਉਸ ਤੋਂ ਬਾਅਦ ਤੁਸੀਂ ਕਿਹਨੂੰ ਬਲੇਮ ਕਰੋਗੇ? ਤੇ ਜੇ ਅਸੀਂ ਇਹਨੂੰ ਕੰਕਲੂਡ ਕਰੀਏ, ਇਹਦਾ ਨਤੀਜਾ ਕੱਢੀਏ, ਤੇ ਖਾ ਮਸ਼ਰਕੀ ਇਕਦਾਰ ਹੋਣ, ਖਾ ਇਸਲਾਮੀ ਇਕਦਾਰ ਹੋਣ, ਕਾ ਤੁਹਾਡੀ ਫੈਮਲੀ ਇਕਦਾਰ ਹੋਣ, ਹਰ ਜਗ੍ਹਾ ਤੇ ਇਹਦੀ ਨਫੀ ਹੈ। ਸਹੀ। ਨਾਜ਼ਰੀਨ, ਬੜਾ ਹੀ ਸੰਜੀਦਾ ਟੌਪਿਕ ਚੱਲ ਰਿਹਾ ਹੈ ਔਰ ਯਕੀਨਨ ਇਸ 'ਤੇ ਗੱਲ ਕਰਨਾ ਬੜਾ ਹੀ ਜ਼ਰੂਰੀ ਸੀ। ਅੱਜ ਅਸੀਂ ਇੱਥੇ ਲਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਸੇ ਟੌਪਿਕ ਨੂੰ ਅੱਗੇ ਕੰਟੀਨਿਊ ਕਰਾਂਗੇ। ਕਿਤੇ ਨਾ ਜਾਇਓ ਜੇ, ਹੁਣੇ ਆਏ। ਮੈਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਭ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਣੀ। ਅਸੀਂ ਗੱਲ ਕਰ ਰਹੇ ਹਾਂ, ਅਸੀਂ ਕੂਲ ਤੇ ਮਾਡਰਨ ਹੋਣ ਦੇ ਚੱਕਰਾਂ ਦੇ ਵਿੱਚ ਜਿਹੜੀਆਂ ਅੰਗਰੇਜ਼ੀ ਟਰਮਸ ਇਸਤੇਮਾਲ ਕਰਕੇ ਗੈਰ ਅਖਲਾਕੀ ਤਾਲੁਕਾਤ ਨੂੰ ਪ੍ਰਮੋਟ ਹੋ ਰਹੇ ਨੇ, ਸਾਡੇ ਪਾਕਿਸਤਾਨ ਦਾ ਹਿੱਸਾ ਬਣ ਰਹੇ ਨੇ। ਅਸੀਂ ਉਹਦੇ ਤੋਂ ਆਪਣੇ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਹਾਂ ਔਰ ਆਪਣੇ ਮਾਸ਼ਰੇ ਨੂੰ ਇਸਲਾਮੀ ਤਾਲੀਮਾਤ ਦੇ ਮੁਤਾਬਿਕ ਕਿਵੇਂ ਗੁਜ਼ਾਰ ਸਕਦੇ ਹਾਂ। ਜੀ ਸਰ, ਮੈਨੂੰ ਇਹ ਦੱਸੋ ਕਿ ਜਿਹੜੇ ਇਹ ਮਨਫੀ ਕਿਰਦਾਰ ਹੁੰਦੇ ਨੇ, ਲਾਈਕ ਅਸੀਂ ਕਿਸੇ ਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਹਾਂ ਜਾਂ ਫਰੈਂਡਸ ਵਿਦ ਬੈਨੀਫਿਟਸ ਦਾ ਕੋਈ ਟਰਮਸ ਇਸਤੇਮਾਲ ਕਰਕੇ ਕਿਸੇ ਰਿਲੇਸ਼ਨ ਦੇ ਵਿੱਚ ਰਹੇ ਨੇ, ਇਨਸਾਨ ਦੀ ਸ਼ਖਸੀਅਤ ਤੇ ਕਿਰਦਾਰ 'ਤੇ ਕੀ ਅਸਰ ਪਾਉਂਦੇ ਨੇ? ਦੇਖੋ, ਤੁਸੀਂ
ਝੂਠੇ ਅਲਫਾਜ਼ ਝੂਠੀ ਟਰਮਸ ਦੇ ਆੜ 'ਚ ਜਿਤਨਾ ਮਰਜ਼ੀ ਕਰੀ ਜਾਓ ਆਪਣੇ ਆਪ ਨੂੰ ਮੁਤਮਈਨ, ਲੇਕਿਨ ਤੁਹਾਡੇ ਅੰਦਰ ਦਾ ਜ਼ਮੀਰ ਤੁਹਾਨੂੰ ਦੱਸ ਰਿਹਾ ਹੁੰਦਾ ਕਿ ਤੁਸੀਂ ਠੀਕ ਕਰ ਰਹੇ ਹੋ ਕਿ ਨਹੀਂ ਕਰ ਰਹੇ। ਜਿਹੜੇ ਆਦਮੀ ਰਿਸ਼ਵਤ ਲੈ ਰਹੇ ਨੇ, ਜਿਹੜੇ ਆਦਮੀ ਕਰਪਸ਼ਨ ਕਰ ਰਹੇ ਨੇ, ਉਹਨਾਂ ਨੇ ਕੋਈ ਨਾ ਕੋਈ ਆੜ ਤਾਸ਼ੀ ਹੋਈ ਹੈ, ਸਾਰੇ ਹੀ ਕਰਦੇ ਨੇ ਯਾਰ, ਹੁਣ ਗੁਜ਼ਾਰਾ ਨਹੀਂ ਹੁੰਦਾ ਬਈ, ਮੇਰੀ ਤਨਖਾਹ ਘੱਟ ਹੈਗੀ ਹੈ, ਉਹਨਾਂ ਨੇ ਆਪਣੇ ਆਪ ਦੀ ਇੱਕ ਆੜ ਤੇ ਬਣਾਈ ਹੋਈ ਹੈ। ਲੇਕਿਨ ਉਹੀ ਬੰਦੇ ਜਦੋਂ ਅਕੇਲੇ ਹੁੰਦੇ ਨੇ ਉਹਨਾਂ ਦੇ ਅੰਦਰ ਜ਼ਮੀਰ ਦੀ ਆਵਾਜ਼ ਗੂੰਜਦੀ ਹੈ। ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਚਾਹਾਂਗਾ ਕਿ ਮੇਰਾ ਇੱਕ ਦੋਸਤ ਸੀਗਾ, ਪੁਲਿਸ ਦੇ ਵਿੱਚ ਸੀਗਾ, ਅੱਛੇ ਰੈਂਕ ਦਾ ਆਫੀਸਰ ਸੀਗਾ, ਤੇ ਇੱਕ ਦਿਨ ਜਿਹੜਾ ਨਾ ਰੋ ਪਿਆ। ਉਹਨੂੰ ਪੁੱਛਿਆ ਕਿ ਕੀ ਹੋਇਆ? ਕਹਿੰਦਾ ਯਾਰ ਅੰਮੀ ਕਹਿੰਦੀ ਹੈ ਕਿ ਮੈਂ ਉਮਰਾ ਕਰਨਾ ਹੈ। ਮੈਂ ਕਿਹਾ ਫੇਰ? ਕਹਿੰਦਾ ਮੈਂ ਅੰਮੀ ਨੂੰ ਕਿਵੇਂ ਦੱਸਾਂ ਕਿ ਮੇਰੇ ਪੈਸਿਆਂ ਨਾਲ ਉਮਰਾ ਨਹੀਂ ਹੁੰਦਾ। ਉਹਨੂੰ ਇਸ ਚੀਜ਼ ਦਾ ਪਤਾ ਹੈ ਕਿ ਮੇਰੇ ਪੈਸਿਆਂ ਨਾਲ ਉਮਰਾ ਨਹੀਂ ਹੁੰਦਾ। ਇਸੇ ਤਰ੍ਹਾਂ ਇੱਕ ਹੋਰ ਸੀਗਾ ਬੰਦਾ, ਉਹਨੇ ਵੀ ਇੰਝ ਹੋਇਆ ਮਾਮਲਾ, ਉਹ ਵੀ ਪਰੇਸ਼ਾਨ। ਪੁੱਛਿਆ ਕੀ ਹੋਇਆ? ਕਹਿੰਦਾ ਅੰਮੀ ਦੀ ਡੈਥ ਹੋ ਗਈ ਹੈ। ਤੇ ਮੈਂ ਕਿਹਾ ਫੇਰ? ਤੇ ਕਹਿੰਦਾ ਕਿ ਜਦੋਂ ਮੈਂ ਅੰਮੀ ਵਾਸਤੇ ਕਫਨ ਦਫਨ ਦਾ ਇੰਤਜ਼ਾਮ ਕੀਤਾ ਤੇ ਮੇਰਾ ਛੋਟਾ ਭਰਾ ਕਹਿੰਦਾ ਕਿ ਤੇਰੇ ਪੈਸਿਆਂ ਦਾ ਕਫਨ ਨਹੀਂ ਹੁੰਦਾ। ਵੱਡਾ ਭਰਾ ਕਹਿੰਦਾ ਮੈਂ ਹੈਗਾ। ਖੜੇ ਹੋ ਰਹੇ ਸਰ ਇਹ ਬਾਤ ਸੁਣ ਕੇ। ਗੱਲ ਤੇ ਠੀਕ ਹੈ ਨਾ। ਮੇਰੇ ਵੀਰ ਨੂੰ ਵੀ ਇਸ ਚੀਜ਼ ਤੋਂ ਸੋਚਣਾ ਚਾਹੀਦਾ ਹੈ। ਅੱਛਾ, ਉਹਨੂੰ ਪਤਾ ਸੀ ਅੰਦਰ, ਬੇਸ਼ੱਕ ਉਹ ਰਿਸ਼ਵਤ ਲੈ ਰਿਹਾ ਹੈ, ਕਰਪਸ਼ਨ ਕਰ ਰਿਹਾ, ਲੋਕਾਂ ਦਾ ਮਾਲ ਮਾਰ ਕੇ ਬੈਠਾ ਹੈ, ਪਰ ਅੰਦਰ ਉਹਨੂੰ ਪਤਾ ਹੈ ਕਿ ਮੇਰੇ ਪੈਸਿਆਂ ਨਾਲ ਇਬਾਦਤ ਨਹੀਂ ਹੁੰਦੀ, ਉਮਰਾ ਨਹੀਂ ਹੁੰਦਾ। ਗੁਨਾਹ ਤੇ ਅਹਿਸਾਸ ਉਹਨੂੰ ਅੰਦਰ ਹੀ ਅੰਦਰ ਖਾਈ ਜਾ ਰਿਹਾ। ਇਸੇ ਤਰ੍ਹਾਂ ਜਿਹੜੇ ਲੋਕ ਇਹਨਾਂ ਰਿਲੇਸ਼ਨਸ਼ਿਪਸ 'ਚ ਹੈਗੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਵਕਤੀ ਲਜ਼ਤ ਵਾਸਤੇ, ਵਕਤੀ ਫਾਇਦੇ ਵਾਸਤੇ ਉਹ ਜੋ ਕੁਝ ਕਰ ਰਹੇ ਨੇ ਉਹ ਹਰ ਲਿਹਾਜ਼ ਦੇ ਨਾਲ ਗਲਤ ਹੈ। ਨਤੀਜਤਨ ਅੰਦਰੋਂ ਜਿਹੜੀ ਆਵਾਜ਼ ਆਉਂਦੀ ਹੈ ਉਹ ਉਹਨਾਂ ਦੀ ਸਭ ਤੋਂ ਪਹਿਲਾਂ ਖੁਦ ਇਤਮਾਦੀ ਨੂੰ ਕ੍ਰਸ਼ ਕਰਦੀ ਹੈ। ਉਹਨਾਂ ਨੇ ਚਿਹਰੇ ਤੇ ਇੱਕ ਨਕਾਬ ਤੇ ਚੜਾਇਆ ਹੁੰਦਾ ਬਗਾਵਤ ਦਾ, ਇਤਮਾਦ ਦਾ, ਕਿ ਮੈਂ ਇੱਕ ਬਾਗੀ ਹਾਂ ਪੂਰੀ ਸਟੇਟ ਦਾ, ਪੂਰੇ ਸੁਸਾਇਟੀ ਦਾ, ਤੇ ਮੈਂ ਤੇ ਇੰਝ ਹੀ ਰਵਾਂਗਾ। ਲੇਕਿਨ ਅੰਦਰ ਹੀ ਅੰਦਰ ਇਹ ਚੀਜ਼ ਉਹਨੂੰ ਖਾਈ ਜਾ ਰਹੀ ਹੁੰਦੀ ਹੈ। ਉਹਦੀ ਇੱਜ਼ਤ ਨਫਸ ਮਜਰੂ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਦੋ ਚਾਰ ਲੋਕਾਂ ਦੇ ਅੱਗੇ ਤੇ ਮੈਂ ਆਪਣਾ ਭਰਮ ਬਣਾ ਕੇ ਬੈਠਾ, ਪਰ ਓਵਰਆਲ ਸੁਸਾਇਟੀ ਵੀ ਤੇ ਚੰਦ ਬੰਦੇ ਜਿਨ੍ਹਾਂ ਅੱਗੇ ਮੈਂ ਭਰਮ ਬਣਾ ਕੇ ਬੈਠਾ, ਇਹ ਵੀ ਮੇਰੀ ਗੈਰ ਮੌਜੂਦਗੀ ਦੇ ਵਿੱਚ ਮੇਰੇ ਬਾਰੇ 'ਚ ਕੋਈ ਅੱਛੇ ਅਲਫਾਜ਼ ਨਹੀਂ ਕਹਿੰਦੇ ਹੋਣਗੇ। ਉਹਦੀ ਇੱਜ਼ਤ ਨਫਸ ਮਜਰੂ ਹੁੰਦੀ ਹੈ। ਫਿਰ ਦੋਗਲਾਪਨ, ਡਿਊਅਲ ਫੇਸ ਪਰਸਨੈਲਿਟੀ ਉਹਨੂੰ ਬਣ ਕੇ ਜੀਣਾ ਪੈਂਦਾ, ਉਹਦਾ ਇਤਮਾਦ ਟੁੱਟ ਜਾਂਦਾ ਹੈ। ਫਿਰ ਉਹ ਆਦਮੀ ਕਦੀ ਵੀ ਜ਼ਿੰਮੇਦਾਰੀ ਕਬੂਲ ਨਹੀਂ ਕਰੇਗਾ। ਜਿਹਨੇ ਇੱਕ ਬੁਨਿਆਦੀ ਰਿਸ਼ਤੇ ਦੀ ਜ਼ਿੰਮੇਦਾਰੀ ਕਬੂਲ ਨਹੀਂ ਕੀਤੀ, ਜਿਹਨੇ ਆਉਣ ਵਾਲੀ ਨਸਲ ਦੀ ਜ਼ਿੰਮੇਦਾਰੀ ਕਬੂਲ ਨਹੀਂ ਕੀਤੀ, ਜਿਹਨੇ ਆਪਣੇ ਜਾਂ ਆਪਣੀ ਲਾਈਫ ਪਾਰਟਨਰ ਦੀ ਜ਼ਿੰਮੇਦਾਰੀ ਕਬੂਲ ਨਹੀਂ ਕੀਤੀ, ਇਹਦਾ ਮਤਲਬ ਹੈ ਕਿ ਤੁਸੀਂ ਉਸ ਤੇ ਕਿਸੇ ਵੀ ਮਾਮਲੇ 'ਚ ਭਰੋਸਾ ਨਹੀਂ ਕਰ ਸਕਦੇ, ਕਿਉਂਕਿ ਜ਼ਿੰਮੇਦਾਰੀ ਤੋਂ ਭੱਜਦਾ ਹੈਗਾ ਬੰਦਾ। ਤੁਹਾਡਾ ਕਿਰਦਾਰ ਕਮਜ਼ੋਰ ਹੋ ਜਾਂਦਾ ਹੈ, ਜਜ਼ਬਾਤ ਵਿੱਚ ਬੇਚੈਨੀ ਰਹਿੰਦੀ ਹੈ, ਤੁਸੀਂ ਸ਼ਾਰਟ ਟੈਂਪਟੇਸ਼ਨ ਦਾ ਸ਼ਿਕਾਰ ਹੋ ਜਾਂਦੇ ਹੋ। ਨਤੀਜਤਨ ਤੁਹਾਡੀ ਇੱਜ਼ਤ ਗਈ, ਕਿਰਦਾਰ ਗਿਆ, ਵਕਾਰ ਗਿਆ, ਸੁਸਾਇਟੀ 'ਚ ਮਕਾਮ ਗਿਆ, ਇਹ ਦੁਨੀਆ ਦੀ ਮਜ਼ੇ ਵੀ ਗਏ ਤੇ ਆਖਰਤ ਦੇ ਮਜ਼ੇ ਵੀ ਗਏ। ਤੇ ਹਰ ਲਿਹਾਜ਼ ਦੇ ਨਾਲ ਸ਼ਖਸੀਅਤ ਨੂੰ ਸੈਬੋਟੇਜ ਕਰਦਾ ਹੈ ਇਹ ਵਾਲਾ ਰਿਸ਼ਤਾ। ਅੱਛਾ ਸਰ, ਖਾਨਦਾਨੀ ਨਿਜ਼ਾਮ ਜਿਹੜੀ ਇਕਾਈ ਹੈ ਸਾਡੀ, ਤੇ ਬਹੁਤ ਹੀ ਸੋਹਣਾ ਇੱਕ ਸਿਸਟਮ ਹੈ ਜਿਹਦੇ ਵਿੱਚ ਪੂਰਾ ਖਾਨਦਾਨ ਇੱਕ ਜਗ੍ਹਾ ਤੇ ਇਕੱਠਾ ਰਹਿੰਦਾ ਹੈ ਔਰ ਹਰ ਇੱਕ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ। ਤੇ ਜਦੋਂ ਲਿਵਿੰਗ ਰਿਲੇਸ਼ਨਸ਼ਿਪ ਹੈ, ਜਿਵੇਂ ਅਸੀਂ ਹੁਣ ਗੱਲ ਕਰ ਰਹੇ ਸੀ ਕਿ ਅਗਰ ਮੀਆਂ ਔਰ ਬੀਵੀ ਦੇ ਵਿੱਚ ਕਿਤੇ ਲੜਾਈ ਹੋ ਜਾਏ ਤੇ ਵਿੱਚ ਸਾਲਸੀ ਦਾ ਕਿਰਦਾਰ ਸਾਡੇ ਖਾਨਦਾਨ ਦੇ ਕਈ ਬਜ਼ੁਰਗ ਕਰਦੇ ਨੇ। ਲੇਕਿਨ ਜਿਹੜੇ ਲੋਕ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਨੇ, ਉਹਨਾਂ ਦੀ ਕਿਉਂਕਿ ਖਾਨਦਾਨੀ ਨਿਜ਼ਾਮ ਦੇ ਨਾਲ ਤਾਂ ਕੋਈ ਤਾਲੁਕ ਹੀ ਨਹੀਂ ਹੈ, ਉਹਨਾਂ ਤੇ ਕਿਸੇ ਨੂੰ ਦੱਸਿਆ ਵੀ ਨਹੀਂ ਹੈ, ਤੇ ਕੀ ਉਹਦੇ ਰਿਜ਼ਲਟ ਕੀ ਉਹਦੀ ਸ਼ਖਸੀਅਤ ਤੇ ਨਜ਼ਰ ਆਉਂਦੇ ਨੇ? ਦੇਖੋ, ਸਭ ਉਹਦੀ ਸ਼ਖਸੀਅਤ ਜਿਹੜੀ ਹੈ ਉਹ ਤੇ ਨਾਕਾਬਲੇ ਇਤਬਾਰ ਅਸੀਂ ਪਹਿਲਾਂ ਹੀ ਕਿਹਾ ਕਿ ਹੋ ਗਈ ਹੈ। ਹੁਣ ਇਹਦੇ ਨਤੀਜੇ ਦੇਖਦੇ ਹਾਂ ਕਿ ਇਹਦੇ ਨਤੀਜੇ ਕੀ ਨਿਕਲ ਸਕਦੇ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਖਾਨਦਾਨ ਉਹ ਬੁਨਿਆਦੀ ਇਕਾਈ ਹੈ ਜਿਹੜੀ ਆਦਮੀ ਨੂੰ ਸ਼ਨਾਖਤ ਦਿੰਦੀ ਹੈ। ਕਬੀਲੇ ਹੁੰਦੇ ਸੀਗੇ, ਖਾਨਦਾਨ ਹੈ, ਤੁਹਾਨੂੰ ਸ਼ਨਾਖਤ ਦਿੰਦੇ ਨੇ। ਫਿਰ ਕਈ ਕਬਾਇਲ, ਕਈ ਖਾਨਦਾਨ ਮਿਲ ਕੇ ਮੁਆਸ਼ਰਾ ਬਣਦਾ ਹੈ, ਕਈ ਮੁਆਸ਼ਰੇ ਬਣ ਕੇ ਉਮਤ ਬਣਦੀ ਹੈ। ਜਦੋਂ ਤੁਸੀਂ ਬੁਨਿਆਦੀ ਪੱਥਰ ਨੂੰ ਹੀ ਡੈਮੇਜ ਕਰ ਦਿੱਤਾ, ਉਹਦੀ ਬੁਨਿਆਦ ਦੇ ਵਿੱਚ ਤੁਸੀਂ ਗਲਾਜ਼ਤ ਪਾ ਦਿੱਤੀ, ਫਿਰ ਅੱਗੇ ਤੁਹਾਡੇ ਨਾਲ ਕੀ ਹੋਏਗਾ? ਪਹਿਲੀ ਗੱਲ, ਤੁਹਾਡਾ ਖਾਨਦਾਨ ਟੁੱਟ ਫੁੱਟ ਦਾ ਸ਼ਿਕਾਰ ਹੋ ਜਾਂਦਾ ਹੈ। ਸ਼ਾਦੀ ਦੀ ਅਹਿਮੀਅਤ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ। ਫਿਰ ਅਗਲੀ ਚੀਜ਼ ਹੈ ਔਲਾਦ ਗੈਰ ਮਹਿਫੂਜ਼ ਹੋ ਜਾਂਦੀ ਹੈ, ਕਿਉਂਕਿ ਕੋਈ ਕੰਟਰੈਕਟ ਨਹੀਂ ਹੈ, ਸੋਸ਼ਲ ਕੰਟਰੈਕਟ ਨਹੀਂ ਹੈ, ਲੀਗਲ ਕੰਟਰੈਕਟ ਨਹੀਂ ਹੈ, ਇਸਲਾਮਿਕ ਕੰਟਰੈਕਟ ਨਹੀਂ ਹੈ, ਪਬਲਿਕ ਪ੍ਰੈਸ਼ਰ ਕੋਈ ਨਹੀਂ ਹੈ। ਹੁਣ ਬੱਚਾ ਪੈਦਾ ਹੋ ਗਿਆ, ਹੁਣ ਤੁਸੀਂ ਦੱਸੋ ਕਿ ਉਸ ਬੱਚੇ ਦੀ ਜ਼ਿੰਮੇਦਾਰੀ ਕਿਹਦੀ ਹੈ? ਜੇ ਤੇ ਨਿਕਾਹ ਹੋਇਆ ਹੈ ਤੇ ਉਸ ਬੱਚੇ ਦੀ ਇੱਕ ਜ਼ਿੰਮੇਦਾਰੀ, ਈਵਨ ਜੇ ਡਾਈਵੋਰਸ ਵੀ ਹੋ ਗਈ ਹੈ ਤੇ ਫਿਰ ਵੀ ਫਾਦਰ ਨੇ ਨਾਨੋ ਨਫਕਾ ਦੇਣਾ ਹੈ। ਈਵਨ ਮਾਂ ਦੇ ਜ਼ਿੰਮੇ ਜੋ ਬੱਚਿਆਂ ਦੇ ਹਕੂਕ ਨੇ ਉਹ ਮਾਂ ਨੇ ਉਹ ਵੀ ਪੂਰੇ ਕਰਨੇ। ਬੱਚਾ ਛੋਟਾ ਹੈ, ਬੱਚਾ ਇਨਫੈਂਟ ਹੈ, ਬਾਪ ਨੂੰ ਨਹੀਂ ਸੰਭਾਲ ਸਕਦਾ, ਡਾਈਵੋਰਸ ਹੋ ਗਈ ਹੈ, ਬਟ ਸ਼ੀ ਇਜ਼ ਬਾਉਂਡ ਕਿ ਜਦੋਂ ਤੱਕ ਬੱਚਾ ਇੱਕ ਸਰਟਨ ਸਟੇਜ ਤੱਕ ਨਹੀਂ ਪਹੁੰਚਦਾ, ਭਾਈ ਉਹਦੀ ਲੁੱਕ ਆਫਟਰ ਕਰੋ। ਅੱਛਾ, ਹੁਣ ਜਦੋਂ ਤੁਹਾਡਾ ਨਿਕਾਹ ਹੀ ਨਹੀਂ ਹੈ, ਸੋਸ਼ਲ ਕੰਟਰੈਕਟ ਨਹੀਂ ਹੈ, ਲੀਗਲ ਕੰਟਰੈਕਟ ਨਹੀਂ ਹੈ, ਇਸਲਾਮਿਕ ਕੰਟਰੈਕਟ ਨਹੀਂ ਹੈ, ਤੇ ਔਲਾਦ ਦੀ ਹਿਫਾਜ਼ਤ ਕੌਣ ਕਰੇਗਾ? ਜ਼ਿੰਮੇਦਾਰੀ ਨਾ ਔਰਤ ਜ਼ਿੰਮੇਦਾਰੀ ਲਏਗੀ, ਬੱਚਿਆਂ ਤੋਂ ਇਲਾਵਾ ਘਰ ਦੀ ਵੀ,
ਔਰਤ ਜ਼ਿੰਮੇਵਾਰੀ ਨਹੀਂ ਲਏਗੀ, ਮਰਦ ਜ਼ਿੰਮੇਵਾਰੀ ਨਹੀਂ ਲਏਗਾ, ਇੱਜ਼ਤ ਨਹੀਂ ਹੋਏਗੀ, ਗੈਰਤ ਨਹੀਂ ਹੋਏਗੀ। ਤੁਹਾਡੀ ਬੀਵੀ ਹੈ, ਤੁਹਾਡਾ ਸ਼ੌਹਰ ਹੈ, ਤੁਹਾਡੇ ਉਹਦੇ ਬਾਰੇ ਸੋਚਣ ਦੇ ਅੰਦਾਜ਼ ਮੁਖਤਲਿਫ ਨੇ। ਤੁਸੀਂ ਉਹਦੇ ਕੱਪੜਿਆਂ ਦੇ ਬਾਰੇ 'ਚ ਹੋਰ ਤਰ੍ਹਾਂ ਸੋਚਦੇ ਹੋ, ਸੁਸਾਇਟੀ 'ਚ ਉਹਦੀ ਰਿਸਪੈਕਟ ਦੇ ਬਾਰੇ 'ਚ ਹੋਰ ਤਰ੍ਹਾਂ ਸੋਚਦੇ ਹੋ, ਉਹਦੇ ਵਾਸਤੇ ਕੰਫਰਟਸ ਬਾਏ ਕਰਦੇ ਹੈਗੇ ਕਿ ਸ਼ੀ ਇਜ਼ ਮਾਈ ਵਾਈਫ ਜਾਂ ਹੀ ਇਜ਼ ਮਾਈ ਹਸਬੈਂਡ। ਰਿਸਪੈਕਟ ਦਾ ਲੈਵਲ ਕੁਝ ਹੋਰ ਹੁੰਦਾ ਹੈ। ਜਦੋਂ ਇਹ ਰਿਸ਼ਤਾ ਹੀ ਨਹੀਂ ਹੈ, ਤੁਹਾਨੂੰ ਪਤਾ ਹੈ ਕਿ ਅੱਜ ਇਹ ਤੇ ਕੱਲ ਕੋਈ ਹੋਰ ਹੈ, ਨਤੀਜਤਨ ਤੁਹਾਡੀ ਸੈਪਰੇਸ਼ਨਸ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ। ਜਿਹੜਾ ਨਿਕਾਹੀ ਰਿਸ਼ਤਾ ਹੁੰਦਾ ਹੈ ਉਹਨੂੰ ਸੈਪਰੇਟ ਹੋਣ ਲੱਗੇ ਵੀ ਬਹੁਤ ਟਾਈਮ ਲੱਗਦਾ ਹੈ, ਸ਼ਰਈ ਤੌਰ ਤੇ ਵੀ ਟਾਈਮ ਹੈਗਾ ਉਹਦਾ, ਤੇ ਉਹਦੇ ਨਾਲ ਨਾਲ ਸੁਸਾਇਟੀ ਦੇ ਪ੍ਰੈਸ਼ਰਸ ਵੀ ਹੈਗੇ ਨੇ, ਅਦਾਲਤੀ ਨਿਜ਼ਾਮ ਵੀ ਉਹਨੂੰ ਬਹੁਤ ਦੇਰ ਤੱਕ ਲੈ ਕੇ ਚੱਲਦਾ ਹੈ, ਸੁਲ੍ਹਾ ਦੇ ਮੌਕੇ ਦਿੰਦਾ ਹੈ, ਮਿਸਾਲਤੀ ਕੌਂਸਲਾਂ ਬੈਠਦੀਆਂ ਨੇ, ਪਤਾ ਨਹੀਂ ਕੀ ਕੁਝ ਹੁੰਦਾ ਹੈ। ਪਰ ਜਦੋਂ ਕੋਈ ਕਿਸੇ ਕਿਸਮ ਦਾ ਕੋਈ ਕੰਟਰੈਕਟ ਨਹੀਂ ਹੈ, ਜ਼ਰਾ ਜਿਹਾ ਝਗੜਾ ਵੀ ਹੋਇਆ ਤੇ ਤੂੰ ਕੌਣ ਤੇ ਮੈਂ ਕੌਣ, ਉਸ ਵੇ ਚਲਾ ਗਿਆ, ਉਸ ਤਰੀਕ ਚਲਾ ਗਿਆ। ਹਰ ਚੀਜ਼ ਜਿਹੜੀ ਹੈ ਗੈਰ ਯਕੀਨੀ ਹੋ ਜਾਂਦੀ ਹੈ। ਤੁਸੀਂ ਆਪਣੇ ਦਿਲ ਦੀ ਗੱਲ ਕਰ ਹੀ ਨਹੀਂ ਸਕਦੇ ਕਿ ਅੱਜ ਦਿਲ ਦੀ ਗੱਲ ਕੀਤੀ ਤੇ ਕੱਲ੍ਹ ਪਤਾ ਨਹੀਂ ਕਿੱਥੇ ਜਾਏਗਾ। ਤੁਸੀਂ ਛੋਟੀ ਛੋਟੀ ਚੀਜ਼ ਤੇ ਬਨੀਏ ਦੀ ਤਰ੍ਹਾਂ ਹਿਸਾਬ ਕਰਦੇ ਹੋ ਕਿਉਂਕਿ ਰਿਸਪੌਂਸਿਬਿਲਿਟੀ ਨਹੀਂ ਹੈ। ਖਾਨਦਾਨ ਦੀ ਜਿਹੜੀ ਵੈਲਿਊਜ਼ ਹੁੰਦੀਆਂ ਨੇ, ਅਕਦਾਰ ਹੁੰਦੀਆਂ ਨੇ, ਉਹ ਬਿਲਕੁਲ ਖਤਮ ਹੋ ਜਾਂਦੀਆਂ ਨੇ। ਨਤੀਜਤਨ ਨਵੀਂ ਨਸਲ ਬੇਰਾਰਵੀ ਦਾ ਸ਼ਿਕਾਰ ਤੇ ਪੂਰੇ ਦਾ ਪੂਰਾ ਮੁਆਸ਼ਰਾ ਇੰਤਸ਼ਾਰ ਦਾ ਸ਼ਿਕਾਰ। ਇਹ ਛੋਟਾ ਜਿਹਾ ਲਫ਼ਜ਼ ਪੂਰੀ ਦੀ ਪੂਰੀ ਅਕਦਾਰ, ਸੁਸਾਇਟੀ, ਮੁਆਸ਼ਰੇ ਨੂੰ ਤਬਾਹ ਬਰਬਾਦ ਕਰ ਦਿੰਦਾ। ਸਰ ਅਕਸਰ ਲੋਕ ਜ਼ਿੰਮੇਵਾਰੀ ਨਹੀਂ ਲੈ ਰਹੇ ਸੀ। ਜਿੰਨੀ ਵੀ ਹਜੇ ਤੱਕ ਗੱਲ ਕੀਤੀ ਹੈ ਉਹਦੇ ਤੋਂ ਮੈਨੂੰ ਹਲੇ ਤੱਕ ਜੋ ਸਮਝ ਆਈ ਹੈ ਉਹ ਇਹੀ ਹੈ ਕਿ ਜਿਹੜਾ ਕੋਈ ਬੰਦਾ ਜ਼ਿੰਮੇਵਾਰੀ ਨਹੀਂ ਲੈ ਸਕਦਾ ਉਹ ਇਹਨਾਂ ਚੱਕਰਾਂ ਦੇ ਵਿੱਚ ਪੈਂਦਾ। ਤੇ ਕੀ ਇਹ ਜ਼ਿੰਮੇਵਾਰੀ ਦੇ ਬਗੈਰ ਮੁਹੱਬਤ ਦਾ ਤਾਲੁਕ ਹੋ ਸਕਦਾ? ਦੇਖिए ਮੁਹੱਬਤ ਇਹ ਨਾਮ ਹੀ ਜ਼ਿੰਮੇਵਾਰੀ ਦਾ ਹੈ। ਜੇ ਤੁਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਤੇ ਇਹ ਫਰੇਬ ਹੈ। ਅੱਛਾ, ਮੁਹੱਬਤ ਦੀਆਂ ਕਈ ਕਿਸਮਾਂ ਨੇ, ਅਸੀਂ ਇਸ ਨੂੰ ਜ਼ਰਾ ਸਾਈਡ ਤੇ ਕਰ ਲੈਂਦੇ। ਮਿਸਾਲ ਦੇ ਤੌਰ ਤੇ ਮੇਰੇ ਬੱਚੇ ਨੇ, ਮੈਨੂੰ ਆਪਣੇ ਬੱਚਿਆਂ ਨਾਲ ਮੁਹੱਬਤ ਹੈ। ਅੱਛਾ, ਇਹ ਮੁਹੱਬਤ ਅੱਗੇ ਤਕਾਜ਼ਾ ਕੀ ਕਰਦੀ ਹੈ? ਇੱਕ ਖਾਸ ਤਰ੍ਹਾਂ ਦੀ ਜ਼ਿੰਮੇਵਾਰੀ ਦਾ। ਸਭ ਤੋਂ ਪਹਿਲਾਂ ਮੈਂ ਬੱਚਿਆਂ ਦੀ ਖਾਣ ਪੀਣ ਦਾ ਖਿਆਲ ਰੱਖਦਾ, ਉਹਨਾਂ ਦੇ ਅਖਲਾਕ, ਉਹਨਾਂ ਦੇ ਕਿਰਦਾਰ ਦਾ ਖਿਆਲ ਰੱਖਦਾ, ਉਹਨਾਂ ਦੀ ਤਾਲੀਮ ਦਾ ਖਿਆਲ ਰੱਖਦਾ, ਉਹਨਾਂ ਦੀ ਘਰ ਦੇ ਵਿੱਚ ਤਰਬੀਅਤ ਦਾ ਖਿਆਲ ਰੱਖਦਾ। ਬਿਮਾਰ ਹੋ ਜਾਏ ਉਹਨੂੰ ਡਾਕਟਰ ਕੋਲ ਲੈ ਕੇ ਜਾਣਾ, ਉਹਨਾਂ ਦੀ ਸਿਹਤ ਦਾ ਖਿਆਲ ਕਰਦਾ। ਕਿਉਂ ਸਾਰਾ ਕੁਝ ਕਰ ਰਿਹਾ ਮੈਂ? ਵੀ ਮੈਨੂੰ ਮੁਹੱਬਤ ਹੈ ਉਹਦੇ ਨਾਲ। ਮੇਰੇ ਮਾਂ ਬਾਪ ਨੇ, ਮੈਂ ਉਹਨਾਂ ਦੀ ਦਵਾਈ ਲੈ ਕੇ ਆ ਰਹੇ ਹਾਂ, ਕਿਤੇ ਉਹਨੂੰ ਲੈ ਕੇ ਜਾਣਾ ਹੈ ਤੇ ਮੈਂ ਆਪਣੀ ਮਸਰੂਫੀਆਤ ਨੂੰ ਸੈਕਰੀਫਾਈਸ ਕਰਕੇ ਉਹਨਾਂ ਨੂੰ ਉੱਥੇ ਲੈ ਕੇ ਜਾ ਰਿਹਾ। ਕਿਉਂ? ਬਈ ਮੈਨੂੰ ਮੁਹੱਬਤ ਉਹਨਾਂ ਦੇ ਨਾਲ। ਮੈਨੂੰ ਯਾਦ ਹੈ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ ਤੇ ਮੇਰੇ ਕੋਲ ਤਾਂ ਸਾਈਕਲ ਹੁੰਦਾ ਸੀਗਾ ਖਾਲੀ। ਮੇਰੇ ਕੋਲ ਸਾਈਕਲ ਸੀਗਾ ਤੇ ਮੈਨੂੰ ਕ੍ਰਿਕਟ ਖੇਲਣ ਦਾ ਵੀ ਸ਼ੌਕ ਸੀਗਾ, ਮੈਨੂੰ ਫੁੱਟਬਾਲ ਖੇਲਣ ਦਾ ਵੀ ਸ਼ੌਕ ਸੀਗਾ, ਮੈਨੂੰ ਪਤੰਗਾਂ ਉਡਾਉਣ ਦਾ ਵੀ ਸ਼ੌਕ ਸੀਗਾ। ਇਹ ਸਾਰੇ ਸ਼ੌਕ ਮੈਨੂੰ ਸੀਗੇ। ਲੇਕਿਨ ਸ਼ਾਮ ਨੂੰ ਇੱਕ ਟਾਈਮ ਹੈਗਾ ਜਦੋਂ ਮੇਰੀ ਸਿਸਟਰ ਨੇ ਟਿਊਸ਼ਨ ਪੜ੍ਹਨ ਜਾਣਾ ਹੈ। ਮੈਂ ਆਪਣੇ ਦੋਸਤਾਂ ਨੂੰ ਸੈਕਰੀਫਾਈਸ ਕਰਨਾ ਹੈ, ਮੈਂ ਆਪਣੇ ਗਰਾਊਂਡ ਨੂੰ ਸੈਕਰੀਫਾਈਸ ਕਰਨਾ ਹੈ, ਆਪਣੇ ਮਸ਼ਾਗਲ ਛੱਡ ਕੇ ਸਿਸਟਰ ਨੂੰ ਸਾਈਕਲ ਤੇ ਟਿਊਸ਼ਨ ਸੈਂਟਰ ਛੱਡ ਕੇ ਜਾਣਾ ਹੈ। ਕਿਉਂਕਿ ਵੀ ਉਹਦੀ ਮੇਰੀ ਭੈਣ ਹੈ, ਉਹਨੂੰ ਹਿਫਾਜ਼ਤ ਦੇ ਨਾਲ ਉੱਥੇ ਲੈ ਕੇ ਜਾਣਾ ਤੇ ਉੱਥੋਂ ਲੈ ਕੇ ਆਉਣਾ ਮੇਰੀ ਜ਼ਿੰਮੇਵਾਰੀ ਹੈ। ਕਿਉਂ? ਕਿਉਂਕਿ ਮੈਨੂੰ ਆਪਣੀ ਭੈਣ ਦੇ ਨਾਲ ਮੁਹੱਬਤ ਹੈ ਬਾਈ। ਅੱਛਾ, ਮੁਹੱਬਤ ਜ਼ਿੰਮੇਵਾਰੀ ਮੰਗਦੀ ਹੈ। ਹੁਣ ਇਹ ਸਾਰੇ ਰਿਸ਼ਤੇ ਅਸੀਂ ਦੇਖ ਲਏ। ਹੁਣ ਮੀਆਂ ਬੀਵੀ ਦੇ ਰਿਸ਼ਤੇ ਵਿੱਚ ਵੀ ਆ ਜਾਓ, ਜਾਂ ਤੁਸੀਂ ਜਿਹਨੂੰ ਕਹਿ ਰਹੇ ਸੀ ਉਹ ਗਰਲਫ੍ਰੈਂਡ ਬॉयਫ੍ਰੈਂਡ ਜਾਂ ਲਿਵਿੰਗ ਰਿਲੇਸ਼ਨਸ਼ਿਪ, ਉਹ ਰਿਲੇਸ਼ਨਸ਼ਿਪ ਜੇ ਮੁਹੱਬਤ ਤੇ ਮਬਨੀ ਹੈ ਤੇ ਫਿਰ ਉਹ ਜ਼ਿੰਮੇਵਾਰੀ ਦਾ ਤਕਾਜ਼ਾ ਕਰਦਾ ਹੈ। ਬੇਗਮ ਦੀ ਵੀ ਜ਼ਿੰਮੇਵਾਰੀ ਹੈ ਕਿ ਸ਼ੌਹਰ ਦਾ ਖਿਆਲ ਕਿਸ ਤਰ੍ਹਾਂ ਰੱਖਣਾ, ਉਹਦੀ ਜ਼ਰੂਰੀਆਤ ਦਾ ਖਿਆਲ, ਉਹਦੇ ਸਕੂਨ ਦਾ ਖਿਆਲ, ਉਹਦੀ ਇੱਜ਼ਤ ਦਾ ਖਿਆਲ, ਤੇ ਹਸਬੈਂਡ ਦੀ ਵੀ ਜ਼ਿੰਮੇਵਾਰੀਆਂ ਨੇ ਉਹਦੇ ਮੁਤਲਕਾ। ਤੇ ਜੇ ਮੁਹੱਬਤ ਖਾਲੀ ਲਫ਼ਜ਼ੀ ਹੈ, ਜ਼ਿੰਮੇਵਾਰੀ ਤੋਂ ਬਗੈਰ ਹੈ, ਤੇ ਇਹਦਾ ਮਤਲਬ ਹੈ ਧੋਖਾ ਹੈ। ਬਈ ਮਾਈ ਰਿਵਿਊਅਰਸ, ਤੁਹਾਡੇ ਵਾਸਤੇ ਵੀ, ਜੇ ਤੁਹਾਨੂੰ ਕੋਈ ਵੀ ਬੰਦਾ ਜ਼ਿੰਮੇਵਾਰੀ ਤੋਂ ਬਗੈਰ ਮੁਹੱਬਤ ਦਾ ਦਾਵਾ ਕਰੇ ਤੇ ਸਮਝ ਲਓ ਕਿ ਦਿਸ ਇਜ਼ ਅ ਟ੍ਰੈਪ। ਫੌਰੀ ਤੌਰ ਤੇ ਅਲਰਟ ਹੋ ਜਾਓ, ਕਿਉਂਕਿ ਮੁਹੱਬਤ ਜ਼ਿੰਮੇਵਾਰੀ ਤੋਂ ਬਗੈਰ ਨਹੀਂ ਹੁੰਦੀ, ਹੋ ਹੀ ਨਹੀਂ ਸਕਦੀ। ਮੇਲ ਫੀਮੇਲ ਦੀ ਮੁਹੱਬਤ ਨਿਕਾਹ ਤੋਂ ਬਗੈਰ ਨਹੀਂ ਹੈ ਤੇ ਨਿਕਾਹ ਤੋਂ ਪਹਿਲਾਂ ਵੀ ਨਹੀਂ ਹੈ। ਨਿਕਾਹ ਤੋਂ ਪਹਿਲਾਂ ਤੁਸੀਂ ਇਹ ਕਹ ਲਓ ਕਿ ਪਸੰਦੀਦਗੀ ਹੈ। ਆਈ ਵਾਂਟ ਟੂ ਮੈਰੀ ਹਰ ਐਂਡ ਸ਼ੀ ਵਾਂਟਸ ਟੂ ਮੈਰੀ ਮੀ। ਇਹ ਹੈ ਪਸੰਦੀਦਗੀ। ਦੇयर इज नो ਲਵ, ਕਿਉਂਕਿ ਲਵ ਹੋ ਗਈ ਤਦੋਂ। ਅੱਛਾ, ਦੇयर इज नो ਲਵ ਤੋਂ ਯਾਦ ਆ ਗਈ ਇੱਕ ਹੋਰ ਗੱਲ ਮੈਨੂੰ। ਅਸੀਂ ਪਹਿਲਾਂ ਗੱਲ ਕਰ ਰਹੇ ਸੀ ਟਰਮਨੋਲੋਜੀ ਦੀ। ਹੁਣ ਤੁਸੀਂ ਦੇਖੋ ਕਿ ਤੁਸੀਂ ਇੱਕ ਆਦਮੀ ਦੇ ਨਾਲ ਬੈਡ ਵਰਡਸ ਯੂਜ਼ ਕਰ ਰਹੇ ਹੋ ਉਹਦੇ ਰਿਸ਼ਤੇ ਦੇ ਬਾਰੇ 'ਚ। ਇੱਕ ਤੁਸੀਂ ਕਹਿੰਦੇ ਹੋ ਕਿ ਐਕਚੁਅਲੀ ਦੇ ਵਰ ਮੇਕਿੰਗ ਲਵ। ਮੇਕਿੰਗ ਲਵ ਉਸ ਖਾਸ ਜਿੰਸੀ ਅਮਲ ਵਾਸਤੇ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਅੰਗਰੇਜ਼ੀ ਦੇ ਵਿੱਚ, ਮੇਕਿੰਗ ਲਵ। ਅੱਛਾ, ਲਵ ਮੇਕਿੰਗ ਦਾ ਲਫ਼ਜ਼ ਦਾ ਤਰਜਮਾ ਕਰੋ। ਇਹਦੇ 'ਚ ਕੋਈ ਚੀਜ਼ ਬਾਜ਼ਾਰ ਤੇ ਬੁਰੀ ਨਹੀਂ ਲੱਗ ਰਹੀ ਨਾ, ਲੇਕਿਨ ਇਸ ਟਰਮ ਦੀ ਆੜ ਦੇ ਵਿੱਚ ਪੂਰੇ ਦਾ ਪੂਰਾ ਗੁਨਾਹ ਦਾ ਤੇ ਜ਼ਨਾ ਦਾ ਪੂਰੇ ਦਾ ਪੂਰਾ ਪੌਦਾ ਜਿਹੜਾ ਹੈ ਇਸ ਆੜ ਦੇ ਵਿੱਚ ਬਣਾਇਆ ਹੋਇਆ ਹੈ। ਤਾਂ ਵਕਤੀ ਲਜ਼ਤ ਉਹਨਾਂ ਨੇ ਉਸ ਟਰਮ ਵਿੱਚ ਛੁਪਾ ਦਿੱਤੀ ਹੈ। ਖੈਰ, ਅਸੀਂ ਗੱਲ ਕਰ ਰਹੇ ਸੀ ਜ਼ਿੰਮੇਦਾਰੀ ਤੇ ਮੁਹੱਬਤ ਦੀ। ਜੇ ਜ਼ਿੰਮੇਦਾਰੀ ਨਹੀਂ ਹੈ ਤੇ ਫਿਰ ਇੱਜ਼ਤ ਵੀ ਨਹੀਂ ਹੈ, ਕਿਉਂਕਿ ਜ਼ਿੰਮੇਦਾਰੀ ਬੇਸਿਕਲੀ ਇਸ ਵਾਸਤੇ ਹੁੰਦੀ ਹੈ ਕਿ ਤੁਸੀਂ ਉਹਦੀ ਇੱਜ਼ਤ ਕਰਦੇ ਹੋ, ਉਸ ਰਿਸ਼ਤੇ ਦੀ, ਉਸ ਬੰਦੇ ਦੀ। ਜਦੋਂ ਜ਼ਿੰਮੇਦਾਰੀ ਨਹੀਂ ਹੈ ਤੇ ਮੁਹੱਬਤ ਦਾ ਮਫਹੂਮ ਖਤਮ ਹੋ ਗਿਆ, ਬੁਨਿਆਦ ਕਮਜ਼ੋਰ ਹੋ ਗਈ। ਲਿਹਾਜ਼ਾ ਸਾਡੇ ਵੀਅਰ ਨੂੰ, ਖਾ ਉਹ ਮੇਲ ਹੈ ਤੇ ਖਾ ਉਹ ਫੀਮੇਲ ਹੈ, ਖਾ ਉਹਨਾਂ ਦੇ ਵਾਲਦੈਨ ਨੇ, ਇਸ ਚੀਜ਼ ਨੂੰ ਸਮਝ ਲਓ ਕਿ ਜਿਹੜਾ ਬੰਦਾ ਤੁਹਾਡੇ ਨਾਲ ਰਿਸ਼ਤੇ ਦੀ ਜ਼ਿੰਮੇਦਾਰੀ ਕਬੂਲ ਨਹੀਂ ਕਰਦਾ ਉਹਦਾ ਮੁਹੱਬਤ ਦਾ ਦਾਵਾ ਝੂਠ ਹੈ। ਅੱਛਾ ਸਰ, ਇਹ ਬੜਾ ਵੈਸੇ ਇੰਪੋਰਟੈਂਟ ਸਵਾਲ ਸੀਗਾ। ਹਾਂ, ਔਰ ਯਕੀਨਨ ਇਹਦੇ ਤੇ ਕਾਫੀ ਚੀਜ਼ਾਂ ਨੂੰ ਕਲੀਅਰ ਹੋ ਗਿਆ ਹੋਵੇਗਾ। ਅੱਛਾ ਸਰ, ਬਾਕੀ ਤੇ ਅਸੀਂ
ਹਰ ਚੀਜ਼ ਨੂੰ ਡਿਸਕਸ ਕੀਤਾ ਕਿ ਇਹ ਮਾਸ਼ਰੇ ਨੂੰ ਤਬਾਹ ਕਰ ਰਿਹਾ, ਖਾਨਦਾਨੀ ਨਿਜ਼ਾਮ ਨੂੰ ਤਬਾਹ ਕਰ ਰਿਹਾ, ਸਾਡੇ ਇਸਲਾਮੀ ਇਕਦਾਰ ਨੂੰ ਜਿਹੜਾ ਵੇ ਉਹ ਵੀ ਸਪੋਰਟ ਨਹੀਂ ਕਰਦਾ ਹੈ ਔਰ ਨਾ ਹੀ ਉਹਦੇ ਇਸਲਾਮੀ ਇਕਦਾਰ ਇਹਦੇ ਹੱਕ ਦੇ ਵਿੱਚ ਨੇ। ਤੇ ਕੀ ਇਹ ਇਨਸਾਨ ਦੀ ਜਿਸਮਾਨੀ ਸਿਹਤ 'ਤੇ ਵੀ ਅਸਰ ਅੰਦਾਜ਼ ਹੁੰਦੇ ਨੇ ਇਹੋ ਜਿਹੇ ਰਿਲੇਸ਼ਨ? ਦੇਖੋ, ਕਵਾਨੀਨ ਕੁਦਰਤ ਜਿਹੜੇ ਨੇ ਕਿਸੇ ਵੀ ਤਰ੍ਹਾਂ ਦੇ ਹੋਣ, ਉਹਨਾਂ ਨੂੰ ਤੋੜਨਾ ਹਮੇਸ਼ਾ ਨੁਕਸਾਨ ਦਾ ਬਾਇਸ ਬਣਦਾ। ਅਕਸਰ ਆਪਣੇ ਸੈਸ਼ਨਸ ਇੱਕ ਤੋਂ ਮਿਸਾਲਾਂ ਦਿੰਦਾ ਉਹ। ਨਵੇਂ ਮਿਸਾਲ ਦੇ ਤੌਰ ਤੇ ਮੈਂ ਕਰਾਟੇ ਮਾਸਟਰ ਰਹਿਣਾ ਤੇ ਮੇਰੀ ਕਰਾਟੇ ਦੀਆਂ ਮਿਸਾਲਾਂ ਆਉਂਦੀਆਂ ਨੇ। ਇੱਕ ਤੇ ਅੱਲਾਹ ਤਾਲਾ ਦੀ ਹਦੂਦ ਨੇ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ, ਉਹ ਤੋੜਦੀ ਉਹ ਤੇ ਹਦੂਦੁੱਲਾ ਨੂੰ ਤੋੜਨ ਦੀ ਹੱਦ ਜਾਰੀ ਹੁੰਦੀ ਹੈ। ਅੱਛਾ, ਮੇਰੀ ਜਿਸਮਾਨੀ ਵੀ ਹਦੂਦ ਨੇ ਕੁਛ। ਇਹ ਉਂਗਲੀ ਅੱਲਾਹ ਤਾਲਾ ਨੇ ਇਸ ਤਰਫ ਮੋੜਨ ਦੀ ਲਿਮਿਟ ਰੱਖੀ ਹੈ। ਮੈਂ ਇਸ ਤਰਫ ਇਹਦੇ ਨਾਲ ਲਾਉਣ ਦੀ ਜੇ ਕੋਸ਼ਿਸ਼ ਕਰਾਂਗਾ ਤੇ ਮੈਂ ਅੱਲਾਹ ਦੇ ਕਵਾਨੀਨ ਦੀ ਖਿਲਾਫ ਵਰਜ਼ੀ ਕਰ ਰਿਹਾ। ਜਦੋਂ ਮੈਂ ਖਿਲਾਫ ਵਰਜ਼ੀ ਕਰਾਂਗੇ ਤੇ ਨੁਕਸਾਨ ਹੋਏਗਾ, ਮੇਰੀ ਉਂਗਲੀ ਟੁੱਟ ਜਾਏਗੀ। ਜਿੱਥੇ ਜਿੱਥੇ ਹਦੂਦ ਨੂੰ ਤੋੜਿਆ ਜਾਏਗਾ ਜਿਹੜੀ ਅੱਲਾਹ ਨੇ ਮੁਕਰਰ ਕੀਤੀਆਂ ਨੇ, ਨੁਕਸਾਨ ਹੋਏਗਾ। ਹੁਣ ਜਦੋਂ ਇਹ ਵੀ ਅੱਲਾਹ ਤਾਲਾ ਨੇ ਹਦੂਦ ਮੁਕਰਰ ਕੀਤੀਆਂ ਨੇ, ਤੁਸੀਂ ਇਹਨਾਂ ਹਦੂਦ ਨੂੰ ਤੋੜੋਗੇ ਫਿਰ ਤੁਹਾਨੂੰ ਨੁਕਸਾਨ ਵਾਸਤੇ ਤਿਆਰ ਰਹਿਣਾ ਪਏਗਾ। ਬਿਲਕੁਲ। ਸਭ ਤੋਂ ਪਹਿਲਾਂ ਗੈਰ ਫਿਤਰੀ, ਗੈਰ ਸ਼ਰਈ, ਗੈਰ ਇਸਲਾਮੀ ਤੇ ਮਲਟੀਪਲ ਲੋਕਾਂ ਦੇ ਨਾਲ ਇਹਨਾਂ ਤਾਲੁਕਾਤ ਦਾ ਨਤੀਜਾ ਜਿਹੜੀ ਜਿਸਮਾਨੀ ਬਿਮਾਰੀਆਂ ਦੀ ਸੂਰਤ ਨਿਕਲਦਾ ਹੈ, ਉਹਦੇ ਵਿੱਚ HIV ਜਾਂ ਏਡਸ ਜਿਹੜੀ ਹੈ ਉਹ ਸਰੇ ਫਹਿਰਿਸਤ ਹੈ। ਫਿਰ ਉਹ ਅਮਲ ਜਿਹੜਾ ਰਿਲੈਕਸੇਸ਼ਨ ਦਾ ਬਾਇਸ ਬਣਦਾ ਹੈ, ਪਲੇਜਰ ਦਾ ਬਾਇਸ ਬਣਦਾ ਹੈ। ਜਦੋਂ ਤੁਹਾਡੇ ਜ਼ਿਹਨ ਦੇ ਵਿੱਚ ਅਹਿਸਾਸ-ਏ ਗੁਨਾਹ ਹੋਏ ਤੇ ਉਹੀ ਅਮਲ ਰਿਲੈਕਸੇਸ਼ਨ ਦੀ ਬਜਾਏ ਐਟ ਦਾ ਐਂਡ ਕਮਜ਼ੋਰੀ ਦਾ, ਗਿਲਟ ਦਾ, ਪਛਤਾਵੇ ਦਾ ਬਾਇਸ ਬਣਦਾ ਹੈ। ਤੁਸੀਂ ਉਸ ਬਾਰੇ ਸੋਚਦੇ ਰਹਿੰਦੇ ਹੋ, ਤੁਹਾਡੀ ਨੀਂਦ ਜਾਂਦੀ ਹੈ, ਤੁਹਾਨੂੰ ਪਰਮਾਨੈਂਟ ਬਿਮਾਰੀਆਂ ਲੱਗ ਜਾਂਦੀਆਂ ਨੇ, ਤੁਹਾਡੀ ਕੂਵਤ ਮੁਦਾਫਿਅਤ ਘਟ ਜਾਂਦੀ ਹੈ। ਤੇ ਸਭ ਤੋਂ ਜ਼ਿਆਦਾ ਨੁਕਸਾਨ ਖਵਾਤੀਨ ਨੂੰ ਹੁੰਦਾ ਹੈ। ਕਿਉਂ? ਉਹ ਉਸ ਅਮਲ ਦੇ ਨਤਾਇਜ ਨੂੰ ਬਚਾਉਣ ਵਾਸਤੇ ਐਸੀ ਮੈਡੀਸਨ ਇਸਤੇਮਾਲ ਕਰਦੀਆਂ ਨੇ, ਐਸੀ ਟ੍ਰੀਟਮੈਂਟ ਕਰਵਾਉਂਦੀਆਂ ਨੇ, ਐਸੇ ਇੰਜੈਕਸ਼ਨ ਲਵਾਉਂਦੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਹਾਰਮੋਨਲ ਡਿਸਬੈਲੈਂਸ ਪੈਦਾ ਕਰ ਦਿੰਦੇ ਨੇ। ਉਹ ਹਾਰਮੋਨਲ ਡਿਸਬੈਲੈਂਸ ਬਾਜ਼ ਔਕਾਤ ਉਹਨਾਂ ਦੀ ਬੱਚਾ ਪੈਦਾ ਕਰਨ ਦੀ ਸਲਾਹੀਅਤ ਜਿਹੜੀ ਹੈ ਉਹਨੂੰ ਵੀ ਡੈਮੇਜ ਕਰ ਦਿੰਦਾ ਹੈ। ਫਿਰ ਉਹ ਅੱਗੇ ਤੋਂ ਔਲਾਦ ਵੀ ਨਹੀਂ ਲੈ ਸਕਦੇ, ਹਾਰਮੋਨਸ ਵਿਗੜ ਜਾਂਦੇ ਨੇ ਤੇ ਓਵਰਆਲ ਤੁਹਾਡੀ ਜ਼ਿਹਨੀ ਸਿਹਤ ਵੀ ਤਬਾਹ, ਤੁਹਾਡੀ ਰੂਹਾਨੀ ਸਿਹਤ ਵੀ ਤਬਾਹ, ਤੁਹਾਡੀ ਜਿਸਮਾਨੀ ਸਿਹਤ ਵੀ ਤਬਾਹ, ਇੱਕ ਛੋਟੇ ਜਿਹੇ ਟਾਈਮ ਦੇ ਪਲੇਜਰ ਵਾਸਤੇ। ਸਰ, ਇੱਕ ਨੌਜਵਾਨ ਨੂੰ ਇਹ ਕਿਵੇਂ ਸਮਝਾਇਆ ਜਾ ਸਕਦਾ ਹੈ ਕਿ ਅਸਲ ਉਹਦੀ ਇੱਜ਼ਤ ਜਿਹੜੀ ਹੈ ਉਹ ਅਹਿਸਾਸ ਜ਼ਿੰਮੇਦਾਰੀ ਦਾ ਹਿੱਸਾ ਬਣ ਕੇ ਵੇ? ਦੇਖੋ, ਦੀਨ ਨੂੰ ਦੂਰ ਜਿਤਨਾ ਆਪਣੇ ਤੋਂ ਕਰੀ ਜਾਓਗੇ, ਤੁਸੀਂ ਦਜਾਲੀ ਨਿਜ਼ਾਮ ਦੇ ਕਰੀਬ ਤਰੀਨ ਹੁੰਦੇ ਜਾਓਗੇ। ਉਹ ਸੀਸਾ ਹੈ ਨਾ, ਅਸੀਂ ਬਚਪਨ 'ਚ ਪਤਾ ਸੀਸਾ ਹੁੰਦਾ ਸੀ, ਪੜ ਜਿਹਾ ਫਟਾ ਹੁੰਦਾ ਸੀਗਾ, ਇੱਕ ਸਾਈਡ ਤੇ ਬੱਚਾ ਇੱਕ ਬੈਠਦਾ, ਇੱਕ ਬੈਠਦਾ ਹੈ, ਉਹ ਜ਼ੋਰ ਦਿੰਦੇ ਨੇ, ਇੱਕ ਬੱਚਾ ਉੱਠ ਚਲਾ ਜਾਂਦਾ, ਉਹਨੂੰ ਸੀਸਾ ਮੇਰੇ ਦੌਰ 'ਚ ਕਹਿੰਦੇ ਸੀ, ਅੱਜ ਕੱਲ੍ਹ ਪਤਾ ਨਹੀਂ ਕੀ ਕਹਿੰਦੇ ਨੇ ਉਹਨੂੰ। ਸੀਸਾ ਜਿਹੜਾ ਹੈ ਗੁਨਾਹ ਤੇ ਸਵਾਬ ਦਾ ਵੀ ਇਹ ਮਾਮਲਾ ਹੈ। ਤੁਸੀਂ ਗੁਨਾਹ ਵਾਲੀ ਹਾਲਤ ਨੂੰ ਜਿਤਨਾ ਦਬਾਉਂਦੇ ਜਾਓਗੇ, ਤੁਹਾਡੀ ਨੇਕੀ ਦੀ ਹਿੱਸ ਉਤਨੀ बढ़ਦੀ ਜਾਏਗੀ। ਤੁਸੀਂ ਨੇਕੀ ਦੀ ਹਿੱਸ ਨੂੰ ਦਬਾਉਂਦੇ ਜਾਓਗੇ ਤੇ ਗੁਨਾਹ ਦੀ ਜਿਹੜੀ ਸਰਿਸ਼ਤ ਹੈ ਉਹ ਆਹਿਸਤਾ ਆਹਿਸਤਾ ਉੱਤੇ ਵੱਧਦੀ ਚਲੀ ਜਾਏਗੀ। ਜਦੋਂ ਤੁਸੀਂ ਬੱਚਿਆਂ ਨੂੰ ਦੀਨ ਦੇ ਨਾਲ ਜੋੜੋਗੇ, ਦੀਨ ਦੀ ਸਲਾਹੀਅਤ ਨੂੰ बढ़ਾਉਂਦੇ ਜਾਓਗੇ ਤੇ ਉਹਦੀ ਗੁਨਾਹ ਦੀ ਹਿੱਸ ਜਿਹੜੀ ਹੈ ਉਹ ਦਬਦੀ ਚਲੀ ਜਾਏਗੀ। ਪਹਿਲੀ ਗੱਲ ਦੀਨੀ। ਦੂਸਰੀ ਚੀਜ਼ ਹੈ ਉਹਨੂੰ ਸਕਸੈਸਫੁਲ ਮੈਰਿਜਿਸ ਦੀ ਐਗਜ਼ਾਮਪਲ ਦਿੱਤੀਆਂ ਜਾਣ ਕਿ ਮੁਹੱਬਤ ਕਿਸ ਤਰ੍ਹਾਂ ਬੁਢਾਪੇ ਤੱਕ ਸਾਥ ਦਿੰਦੀ ਹੈ। ਉਸ ਮੁਹੱਬਤ ਦੇ ਰਿਸ਼ਤੇ ਜਦੋਂ ਕਾਇਮ ਹੋਣ ਨਿਕਾਹ ਦੇ ਮੁਤਾਬਿਕ, ਫਿਰ ਬੱਚੇ ਵੱਡੇ ਹੋ ਕੇ ਮਾਂ ਬਾਪ ਦਾ ਖਿਆਲ ਕਿਸ ਤਰ੍ਹਾਂ ਰੱਖਦੇ ਨੇ, ਉਹ ਸੁਸਾਇਟੀ ਦੇ ਅੱਛੇ ਰੁਕਨ ਕਿਸ ਤਰ੍ਹਾਂ ਬਣਦੇ ਨੇ। ਤੇ ਜੇ ਤੁਸੀਂ ਵਕਤੀ ਸਾਲ 2 ਸਾਲ ਦਾ ਰਿਲੇਸ਼ਨ ਬਣਾਇਆ ਤੇ ਇਸ ਮਜਮੂਈ ਲਜ਼ਤਾਂ ਤੋਂ ਮਹਿਰੂਮ ਰਹਿ ਜਾਓਗੇ। ਉਹਨਾਂ ਨੂੰ ਕਾਮਯਾਬ ਸ਼ਾਦੀशुदा ਜੋੜਿਆਂ ਦੀ ਐਗਜ਼ਾਮਪਲਸ ਦਿਓ। ਸਰ, ਅਕਸਰ ਇਹ ਹੁੰਦਾ ਹੈ ਕਿ ਸਾਡੇ ਜਿਹੜੇ ਨੌਜਵਾਨ ਨਸਲ ਦੇ ਉਹ ਇਹਨਾਂ ਟਰਮਸ ਦੀ ਤਰਫ ਇਸ ਲਈ ਜ਼ਿਆਦਾ ਰਾਗਬ ਹੋ ਰਹੀ ਹੁੰਦੀ ਹੈ ਕਿਉਂਕਿ ਸਾਡੀ ਫੈਮਲੀਜ਼ ਦੇ ਵਿੱਚ ਕੋਈ ਐਸੀ ਐਗਜ਼ਾਮਪਲਸ ਹੀ ਨਹੀਂ ਹੁੰਦੀਆਂ ਜਿਹੜੇ ਇੱਕ ਖੁਸ਼ਗਵਾਰ ਕਪਲ ਹੋਵੇ ਜਾਂ ਕੋਈ ਐਸੇ ਮੀਆਂ ਬੀਵੀ ਹੋਣ ਜਿਹੜੇ ਹਮੇਸ਼ਾ ਆਪਣੀ ਖੁਸ਼ ਰਹਿੰਦੇ ਹੋਣ। ਇੱਕ ਐਗਜ਼ਾਮਪਲ ਸਾਡੇ ਸਾਹਮਣੇ ਆਵੇ ਕਿ ਹਾਂ, ਸ਼ਾਦੀ ਜਿਹੜੀ ਹੈ ਉਹ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਹੁੰਦੀ ਹੈ। ਸਾਡੇ ਪੇਰੈਂਟਸ ਵੀ ਬੱਚਿਆਂ ਦੇ ਸਾਹਮਣੇ ਉਹ ਟੌਪਿਕਸ ਤੇ ਲੜਾਈਆਂ ਕਰ ਰਹੇ ਹੁੰਦੇ ਨੇ। ਜਿਹੜੇ ਬੱਚੇ ਘਰ ਆਉਂਦੇ ਨੇ, ਯੂਨੀਵਰਸਿਟੀ ਤੋਂ ਆਏ, ਸਕੂਲ ਤੋਂ ਆਏ, ਥੱਕੇ ਹਾਰੇ ਆਏ, ਘਰ ਜਦੋਂ ਵਾਲਦ ਜਾਂ ਵਾਲਦਾ ਇਕੱਠੇ ਬਹਿਣਾ, ਲੜਾਈ ਹੀ ਕਰਨੀ। ਅੱਛਾ, ਇਹਦੇ ਵਿੱਚ ਦੇਖੋ ਸਾਡੇ ਇਸ ਪ੍ਰੋਗਰਾਮ ਦੀ ਵਸਾਤਤ ਨਾਲ ਜਿਹੜਾ ਸਵਾਲ ਤੁਸੀਂ ਪੁੱਟ ਕੀਤਾ ਹੈ, ਵਾਲਦੈਨ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਤੁਸੀਂ ਬੱਚਿਆਂ ਨੂੰ ਇਸ ਮੀਆਂ ਬੀਵੀ ਦੇ ਰਿਸ਼ਤੇ ਦੇ ਬਾਰੇ 'ਚ ਕੀ ਦੱਸ ਰਹੇ ਹੋ। ਸਭ ਤੋਂ ਇੰਪੋਰਟੈਂਟ ਚੀਜ਼, ਦੁਨੀਆ ਦਾ ਪਹਿਲਾ ਰਿਸ਼ਤਾ ਮੀਆਂ ਬੀਵੀ ਦਾ ਰਿਸ਼ਤਾ ਸੀਗਾ। ਅਸੀਂ ਬੱਚਿਆਂ ਨੂੰ ਇਹ ਤੇ ਕਹਿੰਦੇ ਆ ਕਿ ਮਾਂ ਦਾ ਬੜਾ ਮਕਾਮ ਹੈ ਤੇ ਬਾਪ ਦਾ ਬੜਾ ਮਕਾਮ ਹੈ, ਮਗਰ ਮਾਂ ਜਾਂ ਬਾਪ ਦਾ ਮਕਾਮ ਲੈਣ ਵਾਸਤੇ ਪਹਿਲਾਂ ਮੀਆਂ ਬੀਵੀ ਬਣੇ ਸੀਗੇ ਉਹ, ਤੇ ਪਹਿਲਾ ਰਿਸ਼ਤਾ ਮੀਆਂ ਬੀਵੀ ਹੈ। ਤੇ ਉਸ ਰਿਸ਼ਤੇ ਦੀ ਰਿਸਪੈਕਟ ਜਿਹੜੀ ਹੈ ਵਾਜਬ ਹੈ, ਵਾਲਦੈਨ ਵੀ ਦੱਸਣ। ਫਿਰ ਸਕੂਲ ਕਾਲਜਿਸ ਇਸ ਬਾਰੇ 'ਚ ਕੀ ਆਗਾਹੀ ਦਿੰਦੇ ਨੇ। ਮੀਡੀਆ ਕਿਉਂ ਆਊਟ ਆਫ ਕੰਟਰੋਲ ਹੈ, ਮੀਡੀਆ ਕਿਉਂ ਐਕਸਟਰਾ ਮੈਰਿਟੀਅਲ ਅਫੇਅਰਸ ਉਹਨਾਂ ਨੂੰ ਕਿਉਂ ਪ੍ਰਮੋਟ ਕਰਦਾ ਹੈ, ਕਿਉਂ ਦਿਖਾਉਂਦਾ ਹੈ। ਮੀਡੀਆ ਕਿੰਨੇ ਕੰਟਰੋਲ ਕਰਨਾ ਹੈ ਉਹਨੂੰ। ਬੱਚੇ ਨੂੰ ਇੱਜ਼ਤ ਦਾ, ਗੈਰਤ ਦਾ ਤਸੱਵਰ ਕਿੰਨੇ ਦੇਣਾ ਹੈ। ਉਹਦੇ ਰੋਲ ਮਾਡਲਸ ਜਿਹੜੇ ਨੇ ਉਹ ਕੌਣ ਹੋਣੇ ਚਾਹੀਦੇ ਨੇ। ਉਹ ਰੋਲ ਮਾਡਲ ਸਿਲੈਕਟ ਕਿਤਨੇ ਕਰਨੇ ਨੇ। ਪੇਰੈਂਟਸ ਨੇ ਕਰਨੇ ਨੇ, ਸਕੂਲ ਕਾਲਜਿਸ ਨੇ ਕਰਨੇ ਨੇ, ਤੁਹਾਡੀ ਸਟੇਟ ਨੇ ਕਰਨੇ ਨੇ। ਕਿਆ ਤੁਸੀਂ ਉਹਨਾਂ ਲੋਕਾਂ ਨੂੰ ਰੋਲ ਮਾਡਲਸ ਬਣਾ ਕੇ ਪੇਸ਼ ਕਰ ਰਹੇ ਹੋ ਜਿਹੜੇ ਬੱਚਿਆਂ ਦੀ ਕਰੈਕਟਰ ਬਿਲਡਿੰਗ ਕਰਨ, ਉਹ ਮੁਆਸ਼ਰੇ ਦੀ ਇੱਕ ਬਿਹਤਰੀਨ ਇਕਾਈ ਸਾਬਤ ਹੋਣ, ਜਾਂ ਉਹਨਾਂ ਨੂੰ ਜਿਹੜੇ ਮੁਆਸ਼ਰੇ ਦੀ ਡਿਸਟਰਕਸ਼ਨ ਦਾ ਬਾਇਸ ਬਣਨ। ਜਦੋਂ ਸਾਡਾ ਤੁਹਾਡਾ ਟਾਈਮ ਸੀਗਾ,
ਉਦੋਂ ਮਾਂ-ਬਾਪ ਬੱਚਿਆਂ ਤੇ ਨਜ਼ਰ ਰੱਖਦੇ ਸੀਗੇ। ਮੈਨੂੰ ਯਾਦ ਹੈ ਕਿ ਮਾਵਾਂ ਬੱਚਿਆਂ ਦੀਆਂ ਖਾਸ ਤੌਰ ਤੇ ਡਾਇਰੀਆਂ ਖੋਲ ਕੇ ਦੇਖਦੀਆਂ ਸੀਗੀਆਂ ਕੋਈ ਫੁੱਲ ਤੇ ਨਹੀਂ ਪਿਆ ਇਹਦੇ ਵਿੱਚ। ਅੱਛਾ, ਜਿਹੜੀ ਸ਼ੇਰ ਲਿਖੇ ਨੇ ਬੱਚੀ ਨੇ ਅੰਦਰ, ਉਹ ਸ਼ੇਰ ਕਿੰਨਾ ਅਹਿਸਾਸਾਤ ਦੀ ਤਰਜਮਾਨੀ ਕਰ ਰਹੇ ਨੇ। ਕਿਉਂਕਿ ਜੇ ਰੋਮਾਨਵੀ ਸ਼ੇਰ ਹੈ ਤਾਂ ਕਿੱਥੋਂ ਆਇਆ ਹੈ, ਇਹ ਜਿਹੜੀ ਫੁੱਲ ਦੀ ਪੱਤੀ ਪਈ ਹੈ ਇਹਦਾ ਮਤਲਬ ਕੀ ਹੈ। ਮਾਵਾਂ ਬੜੀ ਕੜੀ ਨਿਗਰਾਨੀ ਕਰਦੀਆਂ ਸੀਗੀਆਂ। ਲੇਕਿਨ ਅੱਜ ਮਾਵਾਂ ਵੀ ਮੋਬਾਈਲ ਦੇ ਵਿੱਚ ਇਤਨੀਆਂ ਇਨਵੋਲਵ ਹੋ ਗਈਆਂ ਕਿ ਉਹਨਾਂ ਨੇ ਬੱਚਿਆਂ ਤੇ ਕੜੀ ਨਿਗਰਾਨੀ ਕਰਨਾ ਬੰਦ ਕਰ ਦਿੱਤੀ। ਉਹਨਾਂ ਨੇ ਬੱਚਿਆਂ ਤੇ ਬੱਚਿਆਂ ਦੇ ਦੋਸਤਾਂ ਤੇ ਨਜ਼ਰ ਰੱਖਣੀ ਬੰਦ ਕਰਤੀ ਕਿ ਉਹਦੀ ਫਰੈਂਡਸ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ, ਇੰਨੀ ਤੇਜ਼ ਲਿਪਸਟਿਕ ਕਿਉਂ ਲਾਉਂਦੀ ਹੈ। ਕਿਆ ਇਹ ਵਾਲਦੈਨ ਘਰ ਡਿਸਕਸ ਕਰਦੇ ਨੇ ਕਿ ਤੂੰ ਜਿਸ ਫਰੈਂਡ ਨੂੰ ਮਿਲਣ ਜਾਣੀ ਉਹਦੀ ਲਿਪਸਟਿਕ ਇੰਨੀ ਤੇਜ਼ ਕਿਉਂ ਹੁੰਦੀ ਹੈ। ਜੇ ਨਹੀਂ ਕਰਦੀਆਂ ਤੇ they should think। ਇੱਥੇ ਵੀ ਥੋੜੇ ਜਿਹੇ ਕੂਲ ਪੇਰੈਂਟਸ ਹੋ ਜਾਂਦੇ ਨੇ ਨਾ, ਕਹਿੰਦੇ ਨੇ ਹੈਂਗਆਊਟਸ ਵਾਸਤੇ ਗਈ ਸਾਡੀ ਬੱਚੀ ਜਾਂ ਬੱਚਾ। ਦੇਖੋ ਟਰਮ ਦੇ ਪਿੱਛੇ ਸਾਰਾ ਕੁਝ ਕੀ ਆ ਗਿਆ। ਫਿਰ ਜਿਸ ਤਰ੍ਹਾਂ ਹਰ ਚੀਜ਼ ਦੇ ਸੈਮੀਨਾਰਸ ਤੇ ਵਰਕਸ਼ਾਪਸ ਨੇ ਕਿ ਇਹਦੇ ਬਾਰੇ ਚ ਵਰਕਸ਼ਾਪਸ ਨਹੀਂ ਹੋਣੀਆਂ ਚਾਹੀਦੀਆਂ, ਇਹਦੇ ਬਾਰੇ ਸੈਮੀਨਾਰਸ ਨਹੀਂ ਹੋਣੇ ਚਾਹੀਦੇ। ਤੇ ਜਿਤਨੇ ਸਾਡੇ ਸੱਚਮੁੱਚ ਦੇ ਅਸਲੀ ਇਨਫਲੂਐਂਸਰਸ ਨੇ, ਜਿਹੜੇ ਅਸਲੀ ਟ੍ਰੇਨਰਸ ਨੇ, ਜਿਹੜੇ ਅਸਲੀ ਟੀਚਰਸ ਨੇ, ਜਿਹੜੇ ਅਸਲੀ ਦਾਈ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਆਪਣੇ ਆਪਣੇ ਹਲਕਿਆਂ 'ਚ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਤਾਂ ਕਿ ਅਸੀਂ ਆਪਣੇ ਮੁਆਸ਼ਰੇ ਨੂੰ ਮਜ਼ੀਦ ਗਿਰਨ ਤੋਂ ਬਚਾ ਲਈਏ, ਇਹਨੂੰ ਇਸਤਹਿਕਾਮ ਦਈਏ। ਸਰ ਮੈਂ ਤਾਂ ਸਮਝ ਨਹੀਂ ਆ ਕਿ ਸਾਡੇ ਸਕੂਲ ਦੇ ਵਿੱਚ ਮੈਟ੍ਰਿਕ ਤੋਂ ਲੈ ਕੇ ਸਾਡੀ ਯੂਨੀਵਰਸਿਟੀਜ਼ ਤੱਕ ਹਰ ਇੱਕ ਏਜ ਦੇ ਬੱਚਿਆਂ ਵਾਸਤੇ ਇਹਨਾਂ ਟੌਪਿਕਸ ਦੇ ਉੱਤੇ ਪ੍ਰੋਪਰ ਇੱਕ ਕਾਉਂਸਲਿੰਗ ਸੈਸ਼ਨਸ ਹੋਣੇ ਚਾਹੀਦੇ ਨੇ। ਚਲੋ ਇਹ ਆਗਾਜ਼ ਦਾ ਸਿਹਰਾ ਸਾਡੇ ਸਰ ਹੈ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਸੀਰੀਜ਼ ਸ਼ੁਰੂ ਕਰ ਦਿੱਤੀ ਇੱਕ ਤਰ੍ਹਾਂ ਦੀ, ਤੇ ਜਿਸ ਹੱਦ ਤੱਕ ਹੋ ਸਕਿਆ ਅਸੀਂ ਉਹਨਾਂ ਨੂੰ ਪ੍ਰਮੋਟ ਕਰਾਂਗੇ। ਅੱਛਾ ਸਰ, ਆਖਰ ਦੇ ਵਿੱਚ ਤੁਸੀਂ ਇਸ ਨੌਜਵਾਨ ਨਸਲ ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਇਹ ਜਿਹੜੀ ਅੰਗਰੇਜ਼ੀ ਟਰਮਨੋਲੋਜੀਜ਼ ਨੇ ਉਹਨਾਂ ਨੂੰ ਯੂਜ਼ ਕਰਕੇ ਇਹਨਾਂ ਦਾ ਲਿਬਾਦਾ ਬੜਾ ਪੋਜ਼ਿਟਿਵ ਵਹਾ ਕੇ ਅੰਦਰ ਖਾਤੇ ਕੀ ਕਰ ਰਹੇ ਨੇ ਔਰ ਇਹਦੇ ਕੀ ਅਸਰਾਤ ਹੋ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੋਗੇ? ਇਤਨਾ ਉਮਦਾ ਪ੍ਰੋਗਰਾਮ ਸੀ, ਇਤਨੇ ਅੱਛੇ ਤੇ ਸਿਲੈਕਟਿਵ ਸਵਾਲ ਸੀ ਕਿ ਮੈਂ ਸਮਝਦਾ ਕਿ ਹਰ ਸਵਾਲ ਉਹਨਾਂ ਵਾਸਤੇ ਖਾਸ ਪੈਗਾਮ ਹੈ ਤੇ ਜ਼ਿਹਨ ਨੂੰ ਜਗਾਉਣ ਵਾਸਤੇ ਇੱਕ ਪੈਗਾਮ, ਉਹਦੇ ਵਿੱਚ ਇੱਕ ਨਸ਼ਤਰ ਵੀ ਹੈ ਜਿਹੜਾ ਤੁਹਾਨੂੰ ਜ਼ਰਬ ਲਗਾਏਗਾ ਨਾਲ ਨਾਲ। ਲੇਕਿਨ ਇਸ ਸਵਾਲ ਦੇ ਮੁਤਾਬਿਕ ਮੈਂ ਚੰਦ ਚੀਜ਼ਾਂ ਹੋਰ ਐਡ ਕਰ ਦਿਆਂ। ਪਹਿਲੀ ਗੱਲ, ਇਹ ਚੀਜ਼ ਜ਼ਿਹਨ 'ਚ ਰੱਖੋ ਕਿ ਮੁਹੱਬਤ ਇੱਜ਼ਤ ਤੋਂ ਬਗੈਰ ਕੁਝ ਨਹੀਂ, ਮੁਹੱਬਤ ਰਿਸਪੌਂਸਿਬਿਲਿਟੀ ਤੋਂ ਬਗੈਰ ਕੁਝ ਨਹੀਂ, ਮੁਹੱਬਤ ਛੁਪ ਕੇ ਨਹੀਂ ਹੁੰਦੀ, ਮੁਹੱਬਤ ਓਪਨ ਰਿਲੇਸ਼ਨਸ਼ਿਪ ਹੈ ਬੇਸਿਕਲੀ। ਇਹ ਪਹਿਲੀ ਚੀਜ਼। ਜੇ ਜ਼ਿੰਮੇਦਾਰੀ ਨਹੀਂ ਹੈ ਤੇ ਫਿਰ ਰਿਸ਼ਤਾ ਵੀ ਨਹੀਂ ਹੈ। ਅਗਲਾ ਪੈਗਾਮ ਹੈ ਵਕਤੀ ਕਸ਼ਿਸ਼ ਦੇ ਵਿੱਚ ਨਾ ਆਓ, ਆਪਣੇ ਕੈਰੀਅਰ ਨੂੰ ਫੋਕਸ ਕਰੋ, ਆਪਣੇ ਖਾਨਦਾਨ ਨੂੰ ਫੋਕਸ ਕਰੋ। ਇਹ ਸਾਰੀਆਂ ਚੀਜ਼ਾਂ ਇੱਕ ਵਕਤ ਆਏਗਾ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਫਰੇਬ ਸੀਗਾ। ਤੁਸੀਂ ਅਸਲ ਜ਼ਿੰਦਗੀ ਰੀਅਲ ਵਰਲਡ 'ਚ ਜੀਣਾ ਚਾਹੁੰਦੇ ਹੋ ਤੇ ਫਿਰ ਰੀਅਲ ਰਿਸ਼ਤੇ ਬਿਲਡ ਕਰੋ, ਨਾ ਕਿ ਇਹ ਵਾਲੇ। ਬੱਚੇ ਵੀ ਤੇ ਬੱਚੀਆਂ ਵੀ ਇਹ ਸਮਝਣ ਕਿ ਇੱਜ਼ਤ ਤੋਂ ਕੀਮਤੀ ਕੋਈ ਚੀਜ਼ ਨਹੀਂ। ਸਾਡੇ ਇਹ ਕਨਸੈਪਟ ਹੈ ਕਿ ਇੱਜ਼ਤ ਲੜਕੀ ਦੀ ਹੁੰਦੀ ਹੈ, ਲੜਕੇ ਨੂੰ ਕੋਈ ਫਰਕ ਨਹੀਂ ਪੈਂਦਾ। ਲੜਕੇ ਦੀ ਵੀ ਵਰਜਿਨਿਟੀ ਉਤਨੀ ਅਹਿਮ ਹੈ ਜਿਤਨੀ ਲੜਕੀ ਦੀ ਵਰਜਿਨਿਟੀ ਅਹਿਮ ਹੈ। ਤੇ ਲੜਕਾ ਤੇ ਲੜਕੀ ਦੋਨੋਂ ਆਪਣੀ ਆਪਣੀ ਇੱਜ਼ਤ, ਇਫਤ, ਇਸਮਤ ਦੀ ਹਿਫਾਜ਼ਤ ਕਰਨ। ਤੇ ਮੁਹੱਬਤ ਤੋਂ ਮਨਾ ਨਹੀਂ ਮੈਂ ਕਰ ਰਿਹਾ ਤੇ ਨਾ ਇਸਲਾਮ ਮਨਾ ਕਰਦਾ ਹੈ, ਲੇਕਿਨ ਇਹ ਜ਼ਿਹਨ 'ਚ ਰੱਖੋ ਕਿ ਸੱਚੀ ਮੁਹੱਬਤ ਨਿਕਾਹ ਦੇ ਵਿੱਚ ਹੈ, ਰਿਸ਼ਤੇ ਨੂੰ ਖਾਸ ਬਾਉਂਡਰੀਜ਼ ਲਿਆਉਣ ਦੇ ਵਿੱਚ ਹੈ। ਤੇ ਤੁਹਾਡੇ ਰਿਸ਼ਤੇ ਨੂੰ ਬਚਾਉਣ ਵਾਸਤੇ ਸਭ ਤੋਂ ਬੜੀ ਢਾਲ ਤੁਹਾਡਾ ਖਾਨਦਾਨ ਹੈ। ਜੇ ਤੁਸੀਂ ਖਾਨਦਾਨ ਤੋਂ ਹਟ ਕੇ ਕੁਝ ਕਰਦੇ ਹੋ ਤੇ ਫਿਰ ਤੁਸੀਂ ਇਸ ਰਿਸ਼ਤੇ ਨੂੰ ਕਿਸੇ ਵੀ ਵਕਤ ਤਬਾਹ ਬਰਬਾਦ ਹੁੰਦਾ ਦੇਖਣ ਵਾਸਤੇ ਤਿਆਰ ਰਹੋ। ਮੀਡੀਆ ਤੁਹਾਡੇ ਤੇ ਜਾਲ ਫੇਂਕ ਰਿਹਾ, ਅਸੀਂ ਵੀ ਮੀਡੀਆ ਤੇ ਬੈਠੇ ਹਾਂ, ਲੇਕਿਨ ਅੱਲਾਹ ਤਾਲਾ ਨੇ ਕੋਈ ਖਾਸ ਕਰਮ ਕੀਤਾ ਹੈ ਕਿ ਅਸੀਂ ਇਸ ਮੀਡੀਆ ਤੇ ਬੈਠ ਕੇ ਐਸੇ ਮੀਡੀਆ ਦੇ ਖਿਲਾਫ ਇਹ ਗੱਲ ਕਰ ਰਹੇ ਹਾਂ, ਸਮਝਾਉਣਾ ਚਾਹ ਰਹੇ ਹਾਂ ਤੁਹਾਨੂੰ। ਤੇ ਇਸ ਚੀਜ਼ ਨੂੰ ਸਮਝ ਲਵੋ ਕਿ ਮੀਡੀਆ ਇੱਕ ਫਰੇਬ ਹੈ, ਇੱਕ ਜਾਲ ਹੈ ਜਿਹੜਾ ਤੁਹਾਡੇ ਜ਼ਿਹਨਾਂ ਨੂੰ ਜਕੜ ਰਿਹਾ, ਤੁਹਾਨੂੰ ਆਪਣੇ ਮਕਾਸਦ ਵਾਸਤੇ ਇਸਤੇਮਾਲ ਕਰ ਰਿਹਾ। ਇਸ ਤੋਂ ਬਚੋ, ਆਪਣੇ ਖ਼ਾਬ ਕੁਰਬਾਨ ਨਾ ਕਰੋ ਤੇ ਹੀਰੋ ਬਣੋ। ਹੀਰੋ ਕੌਣ ਹੈ? ਜਿਹੜੀ ਆਪਣੀ ਇੱਜ਼ਤ, ਕਿਰਦਾਰ ਤੇ ਈਮਾਨ ਨੂੰ ਬਚਾ ਲੈ। ਬਿਲਕੁਲ ਠੀਕ, ਬੀ ਅ ਹੀਰੋ। ਵੇਖਣ ਵਾਲਿਆਂ ਨੂੰ ਦੱਸਦੀ ਚਲਾਂ ਕਿ ਇਹ ਜਿੰਨੇ ਵੀ ਟੌਪਿਕਸ ਅਸੀਂ ਇੱਥੇ ਡਿਸਕਸ ਕਰ ਰਹੇ ਹਾਂ ਇਹ ਸਾਰੇ ਤੁਹਾਡੀ ਤਰਫੋਂ ਹੀ ਸਾਨੂੰ ਦਿੱਤੇ ਗਏ ਨੇ ਔਰ ਕਿਹਾ ਗਿਆ ਹੈ ਕਿ ਯਕੀਨਨ ਇਹਦੇ ਗੱਲ ਕਰਨਾ ਬੜਾ ਜ਼ਰੂਰੀ ਹੈ। ਮੈਂ ਯੂਨੀਵਰਸਿਟੀਜ਼, ਸਕੂਲ ਤੇ ਕਾਲਜਿਸ ਦੀ ਜਿਵੇਂ ਗੱਲ ਕਰ ਰਹੇ ਸਾਂ ਤੇ ਇਨਸ਼ਾਅੱਲਾ ਵਕਤ ਆਏਗਾ ਕਿ ਸਕੂਲ, ਕਾਲਜ ਤੇ ਯੂਨੀਵਰਸਿਟੀਜ਼ ਦੇ ਵਿੱਚ ਵੀ ਬੜੇ ਹੀ ਓਪਨਲੀ ਇਸ ਟੌਪਿਕ 'ਤੇ ਗੱਲ ਕੀਤੀ ਜਾਏਗੀ ਔਰ ਹਰ ਜਗ੍ਹਾ 'ਤੇ ਜਿੱਥੇ ਅਸੀਂ ਮਾਹੌਲ ਵੇਖ ਰਹੇ ਹਾਂ ਕਿ ਬਹੁਤ ਤਬਾਹੀ ਦੀ ਤਰਫ ਜਾ ਰਿਹਾ, ਉਹ ਵੀ ਕਿਤੇ ਨਾ ਕਿਤੇ ਬਿਹਤਰ ਜ਼ਰੂਰ ਹੋਏਗਾ। ਸਰ ਜਾਂਦੇ ਜਾਂਦੇ ਕੋਈ ਫਾਰਮੂਲਾ ਦੱਸ ਦਿਓ ਤਾਂ ਕਿ ਸਾਡੇ ਨੌਜਵਾਨ ਨਸਲ ਵੀ ਔਰ ਸਾਡੇ ਪੇਰੈਂਟਸ ਵੀ ਉਹਨੂੰ ਗੌਰ ਨਾਲ ਸੁਣਨ ਤੇ ਉਹਦੇ 'ਤੇ ਅਮਲ ਕਰ ਸਕਣ। ਦੇਖੋ, ਜਿਸ ਤਰ੍ਹਾਂ ਮੈਂ ਕਿਹਾ ਸੀਗਾ ਕਿ ਅਸੀਂ ਮੁਹੱਬਤ ਦੇ ਖਿਲਾਫ ਨਹੀਂ ਹਾਂ, ਅਸੀਂ ਸੱਚੀ ਮੁਹੱਬਤ ਦੇ ਕਾਇਲ ਹਾਂ। ਤੇ ਫਿਰ ਸੱਚੀ ਮੁਹੱਬਤ ਹੈ ਰੀਅਲ ਲਵ। ਅਸੀਂ ਇਹ ਸਮਝੀਏ ਕਿ ਰੀਅਲ ਲਵ ਹੈ ਕੀ ਹੈ, ਤੇ ਰੀਅਲ ਦਾ ਆਰ ਸਟੈਂਡਸ ਫॉर ਰਿਸਪੌਂਸਿबिलिटी। ये जिम्मेदारी नहीं है ਤੇ ਫਿਰ ਲਵ ਨਹੀਂ ਹੈ। ਬਿਲਕੁਲ। ਰੀਅਲ ਦਾ ਈ ਸਟੈਂਡਸ ਫॉर ਐਥਿਕਸ। ਜਿਸ ਮੁਹੱਬਤ ਦੇ ਵਿੱਚ ਐਥਿਕਸ ਨਹੀਂ ਹੈ, ਅਕਦਾਰ ਨਹੀਂ ਹੈ, ਉਹ ਮੁਹੱਬਤ ਨਹੀਂ ਹੈ। ਏ ਸਟੈਂਡਸ ਫॉर ਐਕਸੈਪਟੈਂਸ। ਤੁਸੀਂ ਉਸ ਰਿਸ਼ਤੇ ਨੂੰ ਜੇ ਐਕਸੈਪਟ ਨਹੀਂ ਕਰ ਰਹੇ ਤੇ ਰਿਸ਼ਤਾ ਹੈ ਹੀ ਨਹੀਂ।
ਰੀਅਲ ਦਾ L ਸਟੈਂਡਸ ਫॉर ਲਾਇਲਟੀ। ਜੇ ਤੁਸੀਂ ਉਸ ਰਿਸ਼ਤੇ ਦੇ ਨਾਲ ਲਾਇਲ ਨਹੀਂ ਹੋ, ਵਫਾਦਾਰ ਨਹੀਂ ਹੋ, ਤੇ ਕਾਦੀ ਸੱਚੀ ਮੁਹੱਬਤ? ਬਿਲਕੁਲ। ਲਵ ਦਾ L ਲੌਂਗ ਟਰਮ। ਲੌਂਗ ਟਰਮ ਤੁਹਾਨੂੰ ਨਿਕਾਹ ਦੇ ਜ਼ਰੀਏ ਮਿਲਣਾ ਰਿਸ਼ਤਾ। ਲੌਂਗ ਟਰਮ ਮੁਹੱਬਤ ਹੈ ਤੇ ਮੁਹੱਬਤ ਹੈ, ਵਰਨਾ ਮੁਹੱਬਤ ਨਹੀਂ ਹੈ। ऑब्लिगेशन, जिम्मेदारियां, V वैल्यूज एंड E इमोशंस। ਰੀਅਲ ਲਵ ਇਹਨਾਂ ਜ਼ਿੰਮੇਦਾਰੀਆਂ ਦਾ, ਇਮੋਸ਼ਨ ਦਾ, ਮੁਹੱਬਤ ਦਾ, ਲੌਂਗ ਟਰਮ ਦਾ, ਇਹਨਾਂ ਸਭ ਦਾ ਇੱਕ ਮਜਮੂਆ ਹੈ। ਇਹਨੂੰ ਬਣਾਓ ਤੇ ਰੀਅਲ ਲਵ ਨਾਲ ਰੀਅਲ ਲਾਈਫ ਨੂੰ ਇੰਜੋਏ ਕਰੋ। ਜ਼ਬਰਦਸਤ। ਬੜਾ ਹੀ ਮੁਸ਼ਕਿਲ ਲੱਗ ਰਿਹਾ ਸੀ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ, ਤੇ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂ ਕਿ ਮੈਂ ਬਹੁਤ ਨਰਵਸ ਵੀ ਸੀ ਕਿ ਅਸੀਂ ਇਸ ਟੌਪਿਕ ਨੂੰ ਕਿਵੇਂ ਡਿਸਕਸ ਕਰਾਂਗੇ, ਕਿਉਂਕਿ ਕਿਤੇ ਵੀ ਬੜੇ ਖੁੱਲ੍ਹੇ ਅਲਫਾਜ਼ ਦੇ ਵਿੱਚ ਇਸ ਟੌਪਿਕ ਨੂੰ ਡਿਸਕਸ ਨਹੀਂ ਕੀਤਾ ਗਿਆ। ਲੇਕਿਨ ਸਰ, ਤੁਹਾਡੇ ਨਾਲ ਗੱਲ ਕਰਕੇ ਤੁਸੀਂ ਜਿਸ ਤਰੀਕੇ ਨਾਲ ਸਮਝਾਉਂਦੇ ਹੋ, ਯਕੀਨਨ ਸਾਡੇ ਵੇਖਣ ਵਾਲੇ ਵੀ ਔਰ ਮੈਂ ਵੀ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਨੂੰ ਸਮਝ ਚੁੱਕੇ ਹਾਂ, ਔਰ ਇਨਸ਼ਾਅੱਲਾ ਸਾਡੇ ਨਾਲ ਜੁੜੇ ਹੋਏ ਤਮਾਮ ਲੋਕਾਂ ਨੂੰ ਅਸੀਂ ਜ਼ਰੂਰ ਗਾਈਡ ਕਰਾਂਗੇ, ਔਰ ਜਿੱਥੇ ਜਿੱਥੇ ਵੀ ਇਹ ਪ੍ਰੋਗਰਾਮ ਵੇਖਿਆ ਜਾ ਰਿਹਾ ਹੈ ਉਹ ਦੂਸਰਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਨ, ਤਾਂ ਕਿ ਅਸੀਂ ਇਸ ਪਲੈਟਫਾਰਮ ਦੇ ਜ਼ਰੀਏ ਲੋਕਾਂ ਨੂੰ ਇਸਲਾਹ ਕਰ ਸਕੀਏ, ਆਪਣੇ ਮਾਸ਼ਰੇ ਨੂੰ ਬਿਹਤਰ ਕਰ ਸਕੀਏ। ਔਰ ਸਾਡੀ ਜ਼ਿੰਮੇਦਾਰੀ, ਇੱਕ ਜ਼ਿੰਮੇਦਾਰ ਸ਼ਹਿਰੀ ਹੋਣ ਦੇ ਨਾਤੇ ਅਸੀਂ ਪਾਕਿਸਤਾਨੀਆਂ ਔਰ ਪਾਕਿਸਤਾਨ ਨੂੰ ਅਸੀਂ ਇਹਨਾਂ ਤਮਾਮ ਤਰ ਬੁਰਾਈਆਂ ਤੋਂ ਬਚਾਉਣ ਦੀ ਕੋਸ਼ਿਸ਼ ਲਈ ਪਹਿਲਾ ਕਦਮ ਉਠਾ ਦਿੱਤਾ ਹੈ, ਔਰ ਤੁਸੀਂ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰਕੇ ਆਪਣਾ ਹਿੱਸਾ ਵੀ ਪਾ ਸਕਦੇ ਹੋ। ਉਮੀਦ ਕਰਦੀ ਹਾਂ ਅੱਜ ਦਾ ਟੌਪਿਕ ਤੁਹਾਨੂੰ ਬੜਾ ਹੀ ਪਸੰਦ ਆਇਆ ਹੋਵੇਗਾ। ਮਜ਼ੀਦ ਵੀ ਇਹੋ ਜਿਹੀ ਜਿੰਨੀਆਂ ਵੀ ਤੁਹਾਡੀਆਂ ਕੋਈ ਮੁਸ਼ਕਿਲਾਤ ਨੇ, ਤੁਸੀਂ ਆਪਣੇ ਇਰਦ ਗਿਰਦ ਵੇਖ ਰਹੇ ਹੋ, ਅਸੀਂ ਉਹਨਾਂ ਨੂੰ ਜ਼ਰੂਰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਉਦੋਂ ਤੱਕ ਲਈ ਖੁਦਾ ਹਾਫਿਜ਼।